नमस्कार, आदाब, सत श्री अकाल। हमदर्द टीवी देखने वाले सारे दर्शकों का बहुत-बहुत स्वागत है प्रोग्राम न्यूज़ एंड व्यूज़ ਵਿੱਚ। मैं ਹਾਂ ਤਰਨਜੀਤ ਕੌਰ ਘੁੰਮਣ ਹਾਜ਼ਰ ਹਾਂ ਜੀ ਲੈ ਕੇ ਤੁਹਾਡਾ ਆਪਣਾ ਪ੍ਰੋਗਰਾਮ, ਜਿਹਦੇ ਵਿੱਚ ਅੱਜ ਅਸੀਂ ਕਈ ਮੁੱਦਿਆਂ ਉੱਤੇ ਗੱਲਬਾਤ ਕਰਾਂਗੇ। ਤੁਹਾਡੇ ਵੀ ਵਿਚਾਰ ਜਾਣਾਂਗੇ। ਸਾਨੂੰ ਲਾਈਵ ਪ੍ਰੋਗਰਾਮ ਵਿੱਚ ਕਾਲ ਕਰ ਸਕਦੇ ਹੋ। ਕੁਝ ਮੁੱਦੇ ਅਜਿਹੇ ਨੇ ਜਿਨ੍ਹਾਂ ਉੱਤੇ ਤੁਹਾਡੇ ਵਿਚਾਰ ਅਸੀਂ ਜ਼ਰੂਰ ਜਾਣਨਾ ਚਾਹਾਂਗੇ। ਸੋ ਇਹਨਾਂ ਮੁੱਦਿਆਂ ਦੇ ਉੱਤੇ ਤੁਹਾਨੂੰ ਝਾਤ ਮਰਵਾਈਏ। ਇਸ ਤੋਂ ਪਹਿਲਾਂ ਜੀ ਸਭ ਤੋਂ ਪਹਿਲਾਂ ਜੋੜ ਲੈਂਦੇ ਹਾਂ ਮੇਰੇ ਸਹਿਯੋਗੀ ਮਰਗਿੰਦ ਨਾਚੀ ਨੂੰ। ਸਵਾਗਤ ਹੈ ਸਰ। ਮੇਰੇ ਵੱਲੋਂ ਤੁਹਾਨੂੰ ਦਰਸ਼ਕਾਂ ਨੂੰ ਸਤਿਕਾਰ ਭਰੀ ਸਤਿ श्री अकाल, आदाब, नमस्कार जी। प्यार का पहला खत लिखने में वक्त लगता है, प्यार का पहला खत लिखने में वक्त लगता है, नए परिंदों को उड़ने में वक्त लगता है। जिस्म की बात नहीं थी, उनके दिल तक जाना था, जिस्म की बात नहीं थी, उनके दिल तक जाना था। लंबी दूरी तय करने में वक्त लगता है। गांठ अगर पड़ जाए तो फिर रिश्ते हों या डोरी, गांठ अगर पड़ जाए तो फिर रिश्ते हों या डोरी, लाख करें कोशिश खुलने में वक्त तो लगता है। हमने इलाज जख्म ए दिल तो ढूंढ लिया है, गहरे जख्मों को भरने में वक्त तो लगता है। प्यार का पहला खत लिखने में वक्त तो लगता है, नए परिंदों को उड़ने में वक्त तो लगता है। क्या बात है सर, बहुत खूब। ਸਾਨੂੰ ਵੀ ਵਕਤ ਲੱਗ ਰਿਹਾ ਹੈ ਜੀ ਪ੍ਰੋਗਰਾਮ ਦੇ ਵਿੱਚ ਦੁਬਾਰੇ ਸੈਟਲ ਹੋਣ ਦਾ ਤੇ ਪ੍ਰੋਗਰਾਮ ਬਣਾਉਣ 'ਚ ਵੀ ਵਕਤ ਲੱਗਦਾ ਆ। ਸਹੀ ਲੱਗਦਾ ਜੀ, ਬਹੁਤ ਵਕਤ ਲੱਗਦਾ ਜੀ, ਪਰ ਸਾਨੂੰ ਖੁਸ਼ੀ ਹੁੰਦੀ ਹੈ, ਸਵਾਦ ਆਉਂਦਾ, ਮਜ਼ਾ ਲੈਂਦੇ ਜੀ ਇਸ ਗੱਲ ਦਾ। ਪਹਿਲਾਂ ਜਿਹੜੀ ਇੱਥੇ ਸਾਡੀ ਨੋਕ ਝੋਕ ਹੁੰਦੀ ਹੈ ਜੀ, ਉਦੋਂ ਪਹਿਲਾਂ ਵੀ ਓਵਰਟੇਕ ਹੁੰਦੀ ਹੈ ਕਈ ਵਾਰੀ, ਤੇ ਤੁਹਾਨੂੰ ਚੰਗਾ ਲੱਗਦਾ ਜੀ, ਸਾਨੂੰ ਹੌਸਲਾ ਹੁੰਦਾ, ਤਾਂ ਹੀ ਹਰ ਰੋਜ਼ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਜੀ ਅਸੀਂ। ਸਰ, ਇੱਕ ਪਾਸੇ ਅਸੀਂ ਕਹਿੰਦੇ ਆ ਕਿ ਸਬਰ ਦਾ ਫਲ ਮਿੱਠਾ ਹੁੰਦਾ, ਦੂਜੇ ਪਾਸੇ ਕਹਿੰਦੇ ਆ ਕਿ ਵਕਤ ਕਿਸੇ ਦਾ ਇੰਤਜ਼ਾਰ ਨਹੀਂ ਕਰਦਾ। ਆਪਣੀਆਂ ਗੱਲਾਂ ਨੂੰ ਕੰਟਰਡਿਕਟ ਕਰਦੇ ਆ। ਇਹ ਡਿਪੈਂਡ ਕਰਦਾ ਤੁਸੀਂ ਕਿਹੜੇ ਵੇਲੇ ਕਿਹੜੇ ਨਜ਼ਰੀਏ ਤੋਂ ਦੇਖ ਰਹੇ ਹੋ। ਐਸੀਆਂ ਗੱਲਾਂ ਕਈ ਵਾਰੀ ਕਈਆਂ ਨੂੰ ਉੱਥੇ ਗੱਲ ਚਲੀ ਜਾਂਦੀ ਹੈ। ਗੁਰਬਾਣੀ ਵਿੱਚ ਵੀ ਕਈ ਐਸੀਆਂ ਗੱਲਾਂ ਨੇ, ਮੈਂ ਐਗਜ਼ਾਮਪਲ ਨਹੀਂ ਦੇ ਸਕਦਾ, ਵੀ ਇਉਂ ਲੱਗਦਾ ਵੀ ਇਹ ਜਿਹੜੀ ਪਹਿਲਾਂ ਗੱਲ ਕਹੀ ਸੀ ਉਹਦੇ ਉਲਟ ਹੈ, ਪਰ ਉਹ ਉਸ ਹਾਲਾਤ ਨੂੰ ਮੱਦੇ ਨਜ਼ਰ ਰੱਖ ਕੇ ਕਹੀ ਗਈ ਹੈ। ਕਿਸੇ ਜਗ੍ਹਾ ਤੇ ਮਿੱਟੀ ਮਾੜੀ ਹੈ, ਕਿਸੇ ਤੇ ਮਿੱਟੀ ਚੰਗੀ ਹੈ, ਪਰ ਉਹ ਉਸ ਵੇਲੇ ਦਾ ਘਟਨਾਕ੍ਰਮ ਜਿਹੜਾ ਹੈਗਾ, ਉਸ ਵੇਲੇ ਦੀ ਸਮੇਂ ਦੀ ਜਿਹੜੀ ਐਗਜ਼ਾਮਪਲ ਆ, ਉਹਦੇ ਮੁਤਾਬਕ ਉਹ ਫਿੱਟ ਮਿਲਦੀ ਹੈ। ਵੈਸੇ ਵਕਤ तो लगता है। ਬਿਲਕੁਲ ਜੀ, ਹਰ ਚੀਜ਼ ਨੂੰ ਵਕਤ ਲੱਗਦਾ ਹੈ। ਤੇ ਆਪਣੇ ਅੱਜ ਡਿਸਕਸ਼ਨ ਦੇ ਮੁੱਦੇ ਅਸੀਂ ਜਿਹੜੇ ਮੇਨ ਵਿਚਾਰਾਂਗੇ। ਸਭ ਤੋਂ ਪਹਿਲਾਂ ਤਾਂ ਅਸੀਂ ਦੇਖਾਂਗੇ ਅਮਰੀਕਾ ਦੇ ਵਿੱਚ ਜੋ ਇਸ ਵਕਤ ਤਾਜ਼ਾ ਹਾਲਾਤ ਬਣੇ ਹੋਏ ਨੇ। ਟਰੰਪ ਸਾਹਿਬ ਵਾਪਸ ਆ ਚੁੱਕੇ ਨੇ, ਕੈਂਪੇਨਿੰਗ ਕਿਵੇਂ ਹੋਏਗੀ ਉੱਥੋਂ ਦੀ, ਕਰੋਨਾ ਵਾਇਰਸ ਦਾ ਕੀ ਹਾਲ ਹੈ, ਤੇ ਇਲੈਕਸ਼ਨਸ ਨੂੰ ਲੈ ਕੇ ਕੀ ਨਵੇਂ ਹੱਥਕੰਡੇ ਅਪਣਾ ਰਹੀਆਂ ਨੇ ਪਾਰਟੀਜ਼ ਆਪਣੇ ਵੱਲ ਲੋਕਾਂ ਨੂੰ ਆਕਰਸ਼ਿਤ ਕਰਨ ਦੇ ਲਈ। ਇਸ ਤੋਂ ਇਲਾਵਾ ਗੱਲਬਾਤ ਕਰਾਂਗੇ ਇਲੀਗਲ ਇਮੀਗ੍ਰੇਸ਼ਨ ਦੇ ਉੱਤੇ। ਇਸ ਵਕਤ ਅਸੀਂ ਦੇਖ ਸਕਦੇ ਹਾਂ ਕਿ ਵਿਦੇਸ਼ਾਂ ਵਿੱਚ ਆਉਣ ਦੀ ਇੰਨੀ ਹੋੜ ਲੱਗ ਚੁੱਕੀ ਹੈ ਕਿ ਗੈਰ ਕਾਨੂੰਨੀ ਤਰੀਕੇ ਵੀ ਅਪਣਾਏ ਜਾ ਰਹੇ ਨੇ। ਨਾਲ ਹੀ ਗੱਲਬਾਤ ਕਰਾਂਗੇ ਹਸਪਤਾਲਾਂ ਦੇ ਬਾਰੇ ਦੇ ਵਿੱਚ ਕਿ ਕਿਸ ਪ੍ਰਕਾਰ ਦੇ ਨਾਲ ਹਸਪਤਾਲਾਂ ਵਿੱਚ ਟ੍ਰੀਟਮੈਂਟ ਹੋ ਰਹੀ ਹੈ ਕਰੋਨਾ ਵਾਇਰਸ ਨੂੰ ਲੈ ਕੇ, ਤੇ ਕਿਵੇਂ ਸੈਕੰਡ ਵੇਵ ਨਾਲ ਨਜਿੱਠਣ ਲਈ ਅਲੱਗ-ਅਲੱਗ ਹਸਪੀਟਲਸ, ਅਲੱਗ-ਅਲੱਗ ਮੈਡੀਕਲ ਸਟਰਕਚਰਸ ਕੰਮ ਕਰ ਰਹੇ ਨੇ। ਇਸ ਤੋਂ ਇਲਾਵਾ ਵੀ ਹੋਰ ਬਹੁਤ ਸਾਰੇ ਮੁੱਦਿਆਂ ਉੱਤੇ ਗੱਲਬਾਤ ਕਰਾਂਗੇ। ਸਰ, ਸ਼ੁਰੂਆਤ ਕਰਦੇ ਹਾਂ ਅਮਰੀਕਾ ਤੋਂ। ਟਰੰਪ ਸਾਹਿਬ ਕੱਲ ਜਿਵੇਂ ਆਪਾਂ ਨਾਲ ਦੇ ਨਾਲ ਅਪਡੇਸ਼ਨ ਦਿੱਤੀ ਸੀ ਕਿ ਵਾਪਸ ਵਾਈਟ ਹਾਊਸ ਆ ਚੁੱਕੇ ਨੇ, ਮੈਂ ਚਾਹਾਂਗੀ ਕਿ ਉਸ ਦੇ ਬਾਰੇ ਵਿੱਚ ਥੋੜਾ ਜਿਹਾ ਆਪਾਂ ਵਿਸਥਾਰ ਨਾਲ ਜ਼ਰੂਰ ਨਾਲ ਆਪਣੇ ਦਰਸ਼ਕਾਂ ਨੂੰ ਵੀ ਜੋੜੀਏ ਤੇ ਤੁਹਾਡੇ ਵਿਚਾਰ ਵੀ ਅਸੀਂ ਇਸ ਮੁੱਦੇ ਉੱਤੇ ਜ਼ਰੂਰ ਲਈਏ। ਜਿਹੜਾ ਘਟਨਾਕ੍ਰਮ ਕੱਲ ਹੋਇਆ ਤਰਨ, ਉਹ ਟਰੰਪ ਸਾਹਿਬ ਨੇ ਹਸਪੀਟਲ ਛੱਡਿਆ। ਇਹ ਜ਼ਰੂਰੀ ਨਹੀਂ ਹੈ ਕਿ ਡਾਕਟਰਾਂ ਦੀ ਸਲਾਹ ਦੇ ਨਾਲ ਛੱਡਿਆ ਹੋਵੇ, ਹੋ ਸਕਦਾ ਦੀ ਮਰਜ਼ੀ ਨਾਲ ਛੱਡਿਆ ਹੋਵੇ। ਬੰਦਾ ਜੋ ਜ਼ਿੱਦੀ ਕਰਦਾ ਤੇ ਤੁਸੀਂ ਪ੍ਰੈਜ਼ੀਡੈਂਟ ਆਫ ਦ ਯੂਨਾਈਟਿਡ ਸਟੇਟਸ ਹੋ, ਕੋਈ ਨਾ ਕੋਈ ਤਰਕ ਦਿੱਤੀ ਹੋਏਗੀ, ਤੇ ਉਸ ਕਰਕੇ ਕੱਲ ਛੱਡਿਆ। ਤੇ ਜਦੋਂ ਉਹ ਮਰੀਨ ਵਨ ਜਿਹੜਾ ਹੈਗਾ ਹੈਲੀਕਾਪਟਰ, ਉਹ ਜਦੋਂ ਵਾਈਟ ਹਾਊਸ ਦੇ ਗਾਰਡਨ 'ਚ ਲੈਂਡ ਕੀਤਾ ਜੀ, ਤੇ ਉਸ ਤੋਂ ਮਗਰੋਂ ਉਹ ਤੁਰ ਕੇ ਜਿਹੜੇ ਪੱਤਰਕਾਰ ਖੜੇ ਸੀਗੇ ਜਾਂ ਜਿਹੜੇ ਲੋਕ ਖੜੇ ਸੀ ਉਹਨਾਂ ਨੇ ਥੰਬਸ ਅਪ ਦਿੱਤਾ ਦੈਟ ਹੀ ਇਜ਼ ਫੀਲਿੰਗ ਗੁੱਡ। ਉਸ ਤੋਂ ਮਗਰੋਂ ਉਹ ਜਿਹੜਾ ਪ੍ਰੈਜ਼ੀਡੈਂਟ ਹੈ ਨਾ, ਵਾਈਟ ਹਾਊਸ ਦੇ ਵਿੱਚ ਹੀ ਰਹਿੰਦਾ ਹੈ, ਆਫਿਸ ਵੀ ਉੱਥੇ ਹੈ, ਉਹਦੇ ਦੋ ਵਿੰਗਸ ਨੇ, ਈਸਟ ਵਿੰਗ, ਵੈਸਟ ਵਿੰਗ, ਦੋ ਵਿੰਗਸ ਨੇ। ਵੈਸਟ ਵਿੰਗ ਦੇ ਵਿੱਚ ਬਹੁਤੀਆਂ ਜ਼ਿਆਦਾ ਕਾਰਵਾਈਆਂ ਹੁੰਦੀਆਂ ਨੇ। ਵਾਈਟ ਹਾਊਸ ਦਾ ਜਿਹੜਾ ਉੱਪਰਲਾ ਜਗ੍ਹਾ ਹੈਗੀ ਆ, ਟਾਪ ਫਲੋਰ ਆ, ਉੱਥੇ ਪ੍ਰੈਜ਼ੀਡੈਂਟ ਰਹਿੰਦਾ। ਤੇ ਉਹ ਜਦੋਂ ਪੌੜੀਆਂ ਚੜ੍ਹ ਕੇ ਉੱਪਰ ਗਏ ਨੇ ਤੇ ਬਾਲਕੋਨੀ ਦੇ ਵਿੱਚ ਜਾ ਕੇ ਪ੍ਰੈਜ਼ੀਡੈਂਟ ਨੇ ਮਰੀਨ ਵਨ ਨੂੰ ਸਲੂਟ ਕੀਤਾ। ਸਲੂਟ ਬੜਾ ਲੰਬਾ ਸੈਲੂਟ ਸੀ, ਨੋਰਮਲੀ ਐਡਾ ਸੈਲੂਟ ਨਹੀਂ ਹੁੰਦਾ। ਉਹ ਸਲੂਟ ਕਰਨ ਤੋਂ ਬਾਅਦ ਥੋੜੀ ਦੇਰ, ਕੁਝ ਸੈਕਿੰਡ ਬਾਅਦ ਦੁਬਾਰੇ ਫਿਰ ਛੋਟਾ ਸੈਲੂਟ ਕੀਤਾ। ਪਰ ਜਦੋਂ ਮੈਂ ਇਹ ਨੋਟ ਕੀਤਾ ਕਿ ਜਦੋਂ ਪ੍ਰੈਜ਼ੀਡੈਂਟ ਬਾਲਕੋਨੀ 'ਚ ਜਾ ਕੇ ਉੱਪਰ ਖੜ੍ਹ ਕੇ, ਉਹਨੇ ਕਿਹਾ 30-32 ਪੌੜੀਆਂ ਹੋਣਗੀਆਂ ਜ਼ਰੂਰ, ਕਿਉਂਕਿ ਉਹ
ਚੜ੍ਹ ਨਾ ਕੈਨਪੀ ਆ ਜਾਂਦੀ ਜਿਹਨਾਂ ਪੌੜੀ ਤੁਸੀਂ ਗਿਣ ਨਹੀਂ ਸਕਦੇ, ਪਰ ਤੁਸੀਂ ਜੇ ਹਿਸਾਬ ਲਾਉਨੇ ਹੋ ਵੀ ਇੰਨੇ ਸਟੈਪ ਚੜ੍ਹੇ ਸੀ ਤਾਂ ਤਕਰੀਬਨ ਇੰਨੀਆਂ ਪੌੜੀਆਂ ਜ਼ਰੂਰ ਹੋਣਗੀਆਂ ਜੀ। ਜੇ ਵੱਧ ਘੱਟ ਨੇ ਪਲੀਜ਼ ਸਾਨੂੰ ਕਰੈਕਟ ਕਰ ਸਕਦੇ ਹੋ ਜੀ। ਉੱਥੇ ਜਾ ਕੇ ਵੀ ਜਿਵੇਂ ਬੰਦਾ ਸਾਹ ਲੈਂਦਾ ਹੈ, ਸਾਹ ਚੜ੍ਹਿਆ ਹੁੰਦਾ ਹੈ, ਟਰੰਪ ਸਾਹਿਬ ਦਾ ਲੱਗ ਰਿਹਾ ਕਿ ਜਿਵੇਂ ਸਾਹ ਚੜ੍ਹਿਆ ਤੇ ਹੀ ਇਜ਼ ਟਰਾਈਂਗ ਟੂ ਸ਼ੋ ਨਹੀਂ ਕਰਨਾ ਚਾਹੁੰਦੇ, ਉਹ ਹਵਾ ਅੰਦਰ ਜਾ ਰਹੀ ਹੈ, ਮੂੰਹ ਖੁੱਲ ਕੇ ਬੰਦਾ ਜੋ ਸਾਹ ਲੈਂਦਾ ਹੈ। ਇਹਦੇ ਤੇ ਬਹੁਤ ਇਤਰਾਜ਼ ਹੋਇਆ। ਕੱਲੀ US ਦੀ ਪ੍ਰੈਸ ਨਹੀਂ ਹੈ, ਬਾਹਰਲੀਆਂ ਪ੍ਰੈਸ ਦੇ ਵਿੱਚ ਵੀ ਇਹ ਜੇ ਕੁਛ ਹੈ। ਮੈਂ ਅੱਜ ਇੰਗਲੈਂਡ ਦੇ ਪੇਪਰ ਪੜ੍ਹ ਰਿਹਾ ਸੀਗਾ, ਨਿਊਜ਼ੀਲੈਂਡ ਦਾ ਪੜ੍ਹ ਰਿਹਾ ਸੀ, ਆਸਟ੍ਰੇਲੀਆ ਦਾ ਪੜ੍ਹ ਰਿਹਾ ਸੀਗਾ। ਉਹਦੇ ਵਿੱਚ ਇਸ ਚੀਜ਼ ਨੂੰ ਟਰੰਪ ਦੇ ਕਿਸੇ ਨੇ ਪੋਜ਼ਿਟਿਵ ਨਹੀਂ ਲਿਆ। ਕਿਉਂ? ਜਦੋਂ ਉੱਥੇ ਸਲੂਟ ਲਿਆ ਪਹਿਲਾਂ ਤਾਂ ਮਾਸਕ ਲਾਤਾ ਹੈ, ਜਿਹੜਾ ਮਾਸਕ ਲਾ ਕੇ ਫਿਰ ਵਾਈਟ ਹਾਊਸ ਦੇ ਅੰਦਰ ਗਏ ਜੀ। ਸਟਿਲ ਹੀ ਹੈਜ਼ ਕਰੋਨਾ, he can spread as well, ਤੇ ਉਹਦਾ ਫਰਜ਼ ਬਣਦਾ ਕਿ ਐਂਡ ਇਸ ਵੇਲੇ US ਦੇ ਵਿੱਚ ਸਭ ਤੋਂ ਹੌਟ ਸਪੌਟ ਹੈ ਜਿਹੜਾ ਉਹ ਵਾਈਟ ਹਾਊਸ ਹੈ ਜੀ। ਤੁਸੀਂ ਵਾਈਟ ਹਾਊਸ ਦੀ ਗੱਲ ਕੀਤੀ ਆ, ਆਪਾਂ ਕੱਲ ਵੀ ਗੱਲ ਕੀਤੀ ਸੀ, ਇਹਦੇ ਬਾਰੇ ਮੈਂਸ਼ਨ ਕੀਤਾ ਸੀ ਕਿ ਵਾਈਟ ਹਾਊਸ ਵਿੱਚ ਬਹੁਤੇ ਅਧਿਕਾਰੀ ਜਿਹੜੇ ਨੇ ਇਸ ਵਕਤ ਕਰੋਨਾ ਵਾਇਰਸ ਦੀ ਚਪੇਟ ਵਿੱਚ ਆ ਚੁੱਕੇ ਨੇ। ਮੈਲਾਨੀਆ ਟਰੰਪ ਦਾ ਫਰਸਟ ਲੇਡੀ ਵੀ ਇਸ ਵਕਤ ਉੱਥੇ ਰਹਿ ਰਹੇ ਨੇ ਤੇ ਤੁਸੀਂ ਦੇਖ ਸਕਦੇ ਹੋ ਸਰ ਕਿ ਉੱਥੋਂ ਦੇ ਜਿਹੜੇ USA ਮਿਲਟਰੀ ਚੀਫ ਨੇ ਉਹਨਾਂ ਨੂੰ ਵੀ ਕਿਹਾ ਗਿਆ ਕਰੋਨਾ ਪੋਜ਼ਿਟਿਵ ਉਹ ਵੀ ਪਾਏ ਗਏ ਨੇ। ਅੱਜ ਜੋ ਲੇਟੈਸਟ ਨਿਊਜ਼ ਆਈ ਹੈ ਕਿ ਉਹਨਾਂ ਨੂੰ ਵੀ ਕੁਆਰੰਟਾਈਨ ਕਰਨ ਲਈ ਕਿਹਾ ਗਿਆ ਆ। ਸੋ ਤੁਹਾਨੂੰ ਲੱਗ ਰਿਹਾ ਕਿ ਅਜਿਹੇ ਹਾਲਾਤਾਂ ਦੇ ਵਿੱਚ ਖਾਸ ਤੌਰ ਤੇ ਜਿਵੇਂ ਤੁਸੀਂ ਮਾਸਕ ਉਤਾਰ ਕੇ ਉੱਥੇ ਸਲੂਟ ਮਾਰ ਰਹੇ ਹੋ, ਕਰੋਨਾ ਵਾਇਰਸ ਦੇ ਕਰਕੇ US ਦੇ ਵਿੱਚ ਜਿੰਨੇ ਲੋਕਾਂ ਨੇ ਆਪਣੀ ਜਾਨ ਗਵਾਈ ਹੈ ਉਹਨਾਂ ਪ੍ਰਤੀ ਤੁਸੀਂ ਕੀ ਸ਼ਰਧਾਂਜਲੀ ਭੇਂਟ ਕਰ ਰਹੇ ਹੋ? ਸ਼ਰਧਾਂਜਲੀ ਹੈ ਹੀ ਨਹੀਂ ਜੀ, ਇਹਨਾਂ ਦੇ ਮਨ 'ਚ ਬਿਲਕੁਲ ਵੀ ਨਹੀਂ ਹੈ। ਇਹ ਕਹਿੰਦੇ ਮੈਂ ਨਾਓ ਆਈ ਲਰਨਡ, ਇਹ ਗੱਲ ਕਹੀ ਹੈ ਇਹਨਾਂ ਨੇ। 2,10,000 ਤੋਂ ਪ੍ਰਮੋਟ ਹੋਣ ਤੋਂ ਮਗਰੋਂ ਤੁਹਾਨੂੰ ਕੁਝ ਤੁਸੀਂ ਸਿੱਖਿਆ ਇਹਦੇ ਬਾਰੇ। ਸਿੱਖਿਆ ਤੁਸੀਂ ਕੀ ਆ? ਫਿਰ ਮਾਸਕ ਲਾਤਾ, ਫਿਰ ਸਿੱਖਿਆ ਤਾਂ ਕੁਝ ਵੀ ਨਾ ਹੋਇਆ। ਜਿਹੜਾ ਤੁਸੀਂ ਜੁਆਇੰਟ ਆਫ ਸਟਾਫ ਮਿਲਟਰੀ ਸਟਾਫ ਮਾਰਕ ਮਾਈਲੀ ਨੇ ਜੀ, ਉਹਨਾਂ ਦੇ ਉਹਨਾਂ ਨੂੰ ਹੋਇਆ ਹੈ। ਐਕਚੁਅਲੀ ਵਾਈਟ ਹਾਊਸ ਸਹੀ ਦੱਸ ਨਹੀਂ ਰਿਹਾ ਕਿ ਕਿੰਨੇ ਨੂੰ ਹੋਇਆ, ਪਰ 20 ਬੰਦਿਆਂ ਤੱਕ ਗਿਣਤੀ ਆਲਰੇਡੀ ਹੋ ਚੁੱਕੀ ਹੈ ਜਿਹੜੀ ਪ੍ਰੈਸ ਦੇ ਵਿੱਚ ਆ ਚੁੱਕੀ ਹੈ। ਪਰ ਅਗਲਾ ਜਿਹੜਾ ਨੰਬਰ ਹੈ ਉਹ ਕਹਿੰਦੇ ਦਰਜਨਾਂ ਹੋਰ ਨੇ। ਸੋ ਇੱਕ ਦਰਜਨ ਵੀ ਜੇ ਲਾ ਲੇ ਤਾਂ 12 ਤੇ ਦਰਜਨਾਂ 2 24 ਤਾਂ ਹੋਣਗੇ, ਇਹ 2 ਵੀ ਕਿਤੇ ਵੱਧ ਹੋਣਗੇ। ਔਰ ਇਹ ਚੀਜ਼ ਵਾਈਟ ਹਾਊਸ ਦੇ ਵਿੱਚੋਂ ਬਾਹਰ ਨੂੰ ਜਾ ਰਹੀ ਹੈ। ਵਾਈਟ ਹਾਊਸ ਇਸ ਮਾਮਲੇ ਵਿੱਚ ਸੀਰੀਅਸ ਲੱਗਦਾ ਨਹੀਂ ਹੈ। ਜੋ ਕੁਛ ਜਿਵੇਂ ਟਰੰਪ ਸਾਹਿਬ ਐਕਟਿੰਗ ਕਰ ਰਹੇ ਨੇ, ਦ ਵੇ ਹੀ ਇਜ਼ ਡੂਇੰਗ ਆਲ ਦ ਸਟਫ, ਲੱਗਦਾ ਕਿ ਉਹਨਾਂ ਨੂੰ ਕੋਈ ਹਜੇ ਵੀ ਇਸ ਗੱਲ ਦੀ ਕਦਰ ਨਹੀਂ ਹੈ। ਹਾਂ ਠੀਕ ਹੈ, ਕੋਈ ਸ਼ੋਅ ਕਰਨਾ ਚਾਹੁੰਦਾ ਵੀ ਮੈਂ ਠੀਕ ਹੋ ਗਿਆ, ਇਹ ਏਡੀ ਵੱਡੀ ਗੱਲ ਨਹੀਂ। ਪਰ ਦੁਨੀਆ ਦਾ ਹਰੇਕ ਬੰਦਾ ਪ੍ਰੈਜ਼ੀਡੈਂਟ ਆਫ ਯੂਨਾਈਟਿਡ ਸਟੇਟਸ ਨਹੀਂ ਹੈ। ਜਿੰਨਾ ਐਕਸੈਸ ਪ੍ਰੈਜ਼ੀਡੈਂਟ ਨੂੰ ਦਵਾਈਆਂ ਦਾ, ਜਿੰਨਾ ਐਕਸੈਸ ਪ੍ਰੈਜ਼ੀਡੈਂਟ ਨੂੰ ਮੈਡੀਸਨ ਦਾ, ਜੋ ਕੁਝ ਵੀ ਹੈ ਹਰ ਚੀਜ਼ ਦੁਨੀਆ ਦੀ ਅਵੇਲੇਬਲ ਹੈ ਉਹਦੇ ਕੋਲ। ਜਿਹੜੀ ਚੀਜ਼ ਨਹੀਂ ਵੀ ਕਿਤੇ ਅਜ਼ਮਾਈ ਗਈ ਤਾਂ ਉਹ ਵੀ ਦਵਾਈ ਅਵੇਲੇਬਲ ਹੈ। ਹਰ ਕੋਈ ਬੰਦਾ ਪ੍ਰੈਜ਼ੀਡੈਂਟ ਆਫ ਯੂਨਾਈਟਿਡ ਸਟੇਟਸ ਨਹੀਂ ਹੈ। ਲੋਕਾਂ ਦੀਆਂ ਮੌਤਾਂ ਹੋ ਰਹੀਆਂ ਨੇ, ਪਰ ਮਿਸਟਰ ਟਰੰਪ ਅਜੇ ਵੀ ਇਸ ਮਾਮਲੇ 'ਚ ਲੱਗਦਾ ਇਹ ਸੀਰੀਅਸ ਨਹੀਂ ਹੈ। ਬਿਲਕੁਲ ਸਰ, ਇੱਕ ਪਾਸੇ ਮੌਤਾਂ ਹੋ ਰਹੀਆਂ ਨੇ, ਦੂਜੇ ਪਾਸੇ ਇਕਨੋਮੀ ਖੋਲਣ ਦੀ ਜਦੋਂ ਗੱਲ ਹੁੰਦੀ ਹੈ ਤਾਂ ਬਹੁਤੇ ਲੋਕਾਂ ਦੀਆਂ ਅਜੇ ਵੀ ਜੌਬਸ ਵਾਪਸ ਨਹੀਂ ਆਈਆਂ। ਜਦੋਂ ਗੱਲ ਆਉਂਦੀ ਹੈ ਕਿ ਜਿਵੇਂ ਸਾਨੂੰ ਇੱਥੇ ਸਰਕਾਰ ਨੇ ਬੈਨੀਫਿਟਸ ਦਿੱਤੇ ਆ, ਜੇਕਰ ਇਸ ਵਕਤ ਸਰਵ ਖਤਮ ਹੋ ਰਿਹਾ ਤਾਂ ਰਿਕਵਰੀ ਬੈਨੀਫਿਟਸ ਮਿਲ ਰਹੇ ਨੇ। ਅਜਿਹੇ ਵਿੱਚ US ਦੀ ਗੱਲ ਕਰੀਏ, ਉੱਥੇ ਤਾਂ ਬੈਨੀਫਿਟਸ ਦੇ ਨਾਮ ਦੇ ਉੱਤੇ ਵੀ ਹੁਣ ਰਾਜਨੀਤੀ ਹੋਣੀ ਸ਼ੁਰੂ ਹੋ ਚੁੱਕੀ ਹੈ। ਤਾਂ ਹਾਲਤ ਇਹ ਹੋਈ ਹੈ ਕਿ ਜਿਹੜਾ ਪਹਿਲਾ ਸਟਿਮੂਲਸ ਪੈਕੇਜ ਸੀਗਾ, ਜਿਹੜਾ ਪਹਿਲਾਂ ਲੋਕਾਂ ਦੀ ਹੈਲਪ ਕੀਤੀ ਗਈ ਹੈ, ਉਹ ਜਿਹੜਾ ਪੈਸਾ ਟ੍ਰਿਲੀਅਨਸ ਆਫ ਡਾਲਰ ਸੀਗਾ, ਉਹ ਹੁਣ ਪੈਸਾ ਖਤਮ ਹੋ ਗਿਆ। ਹੁਣ ਨਵਾਂ ਪੈਕੇਜ ਫਿਰ ਚਾਹੀਦਾ ਹੈ। ਉਹ ਜਿਹੜਾ ਨਵਾਂ ਪੈਕੇਜ ਆ, ਜਿਹੜੀ ਡੈਮੋਕ੍ਰੇਟਸ ਐਂਡ ਰਿਪਬਲਿਕਨਸ ਇਸ ਵੇਲੇ ਸੈਨੇਟ ਦੇ ਵਿੱਚ, ਲੋਅਰ ਹਾਊਸਿਸ ਦੇ ਵਿੱਚ ਸਾਰੀ ਉਹਦੇ ਤੇ ਚਰਚਾ ਹੋ ਰਹੀ ਹੈ। ਉਹ ਤੇ ਐਗਰੀਮੈਂਟ ਹੋਣ ਵਾਲਾ ਹੈ। ਅੱਜ ਸੈਨੇਟ ਦੇ ਵਿੱਚ ਜਿਹੜੀ ਸਪੀਕਰ ਹੈਗੀ ਨੈਂਸੀ ਪੈਲੋਸੀ, ਉਹਨੂੰ ਵੀ, ਤੇ ਜਿਹੜੇ ਸੈਨੇਟਰਸ ਜਿਹੜੇ ਦੂਸਰੇ ਪਾਸਿਓਂ ਆ ਰਿਪਬਲਿਕਨਸ ਨੇ, ਉਹ ਰਿਪਬਲਿਕਨ ਸੈਨੇਟਰਸ ਦੇ ਨਾਲ ਜਿਹੜੀ ਅੱਜ ਪਹਿਲਾਂ ਗੱਲਬਾਤ ਹੋਈ ਹੈ ਮਿਸਟਰ ਟਰੰਪ ਦੀ, ਉਹਦੇ ਵਿੱਚ ਇਹ ਵੀ ਨਹੀਂ ਦੱਸਿਆ ਗਿਆ, ਜਿਹੜੀ ਮੈਂ ਅਗਲੀ ਗੱਲ ਦੱਸਣ ਲੱਗਿਆ ਉਹ 'ਚ ਇਹੀ ਗੱਲ ਕੀਤੀ ਗਈ ਹੈ ਕਿ ਮੇਰੀ ਗੱਲ ਚੱਲ ਰਹੀ ਹੈ ਤੇ ਆਪਾਂ ਸੂਨ ਦੇਰ ਗੋਇੰ ਟੂ ਬੀ ਅ ਅਗਰੀਮੈਂਟ, ਨੋ going to be a deal, because Trump agreement ਤਾਂ ਕਦੇ ਬੋਲਿਆ ਹੀ ਨਹੀਂ ਨਾ, ਇਹ ਡੀਲ ਹੀ ਵਰਤਦਾ ਸ਼ਬਦ। ਪਰ ਉਦੋਂ ਬਾਅਦ ਸੁਨੇਹਾ ਕੀ ਹੁੰਦਾ ਟਵਿੱਟਰ ਦੇ ਉੱਤੇ, ਆਈ ਕੈਂਸਲਡ ਇਟ। ਦੋਨਾਂ ਸਾਈਡਾਂ ਦੇ ਰਿਪਬਲਿਕਨਸ ਐਂਡ ਡੈਮੋਕ੍ਰੇਟਸ, ਦੋਨਾਂ ਸਾਈਡਾਂ ਦੇ ਲੀਡਰਸ ਦਾ ਪੂਰਾ ਜ਼ੋਰ ਲੱਗਿਆ ਹੋਇਆ ਵਾ ਕਿ ਕਿਸੇ ਨਾ ਕਿਸੇ, ਇਹ 'ਚ ਕੋਈ ਪਾਰਟੀਬਾਜ਼ੀ ਨਹੀਂ ਹੈ, ਕਿ ਕਿਸੇ ਨਾ ਕਿਸੇ ਢੰਗ ਦੇ ਵਿੱਚ ਜਿਹੜਾ ਕੁਛ ਹੈ ਸਟਿਮੂਲਸ ਪੈਕੇਜ ਛੇਤੀ ਦਿੱਤਾ ਜਾਵੇ। ਤੇ ਟਰੰਪ ਸਾਹਿਬ ਦਾ ਪਤਾ ਗੱਲ ਕੀ ਕਹੀ ਹੈ, ਮੈਂ ਇਹ ਕੈਂਸਲ ਕਰ ਦਿੱਤਾ, ਜਦੋਂ ਮੈਂ ਦੁਬਾਰਾ ਜਿੱਤੂਗਾ ਫਿਰ ਮੈਂ ਕਰੂੰਗਾ, ਜਦ ਤੱਕ ਭਾਈ ਤੈਂ ਜਿੱਤਣਾ
ਹਜੇ ਮਹੀਨਾ ਰਹਿੰਦਾ ਹੈ ਇਹ ਮਹੀਨਾ ਲੋਕੀ ਕਿੱਥੋਂ ਕੀ ਖਾਣਗੇ ਕਰਨਗੇ? ਬਿਲਕੁਲ ਇਹ ਬਚਕਾਨਾ ਗੱਲਾਂ ਨੇ ਇਹ ਦੂਰ ਅੰਦੇਸ਼ੀ ਦੀਆਂ ਗੱਲਾਂ ਨਹੀਂ ਹੈਗੀਆਂ ਮੈਨੂੰ ਨਹੀਂ ਸਮਝ ਆਉਂਦੀ ਟਰੰਪ ਸਾਹਿਬ ਕਿਉਂਕਿ ਐਕਚੁਅਲੀ ਇਹ ਲੱਗਦਾ ਇਉਂ ਹੈ ਕਿ ਟਰੰਪ ਕਿਸੇ ਦੀ ਵੀ ਸਲਾਹ ਨਹੀਂ ਲੈਂਦਾ ਜੇ ਸਲਾਹ ਲੈਂਦਾ ਹੋਵੇ ਤਾਂ ਅਜਿਹੇ ਹਰਕਤ ਕਹਿ ਰਿਹਾ ਜੀ ਮੈਂ ਕਿਉਂਕਿ ਹਰਕਤਾਂ ਹੀ ਨੇ ਇਹੋ ਜਿਹੀਆਂ ਗੱਲਾਂ ਨਾ ਕਰੇ ਹੋ ਪਰ ਜਿਹੜਾ ਕੁਝ ਹੋ ਰਿਹਾ ਆਪਣੀ ਮਰਜ਼ੀ ਨਾਲ ਹੋ ਰਿਹਾ ਬਟ ਪ੍ਰਮਾਤਮਾ ਮਿਹਰ ਕਰੇ ਜੀ ਸਮਤ ਬਖਸ਼ੇ ਮੈਂ ਤਾਂ ਇਹੀ ਕਹਿ ਸਕਦਾ ਜੀ ਬਿਲਕੁਲ ਸਰ ਜਿਵੇਂ ਆਪਾਂ ਦੇਖ ਸਕਦੇ ਹਾਂ ਕਿ ਅਮਰੀਕਾ ਦੇ ਵਿੱਚ ਤਾਂ ਹਜੇ ਇਸ ਤੇ ਕੰਟਰੋਲ ਨਹੀਂ ਕੀਤਾ ਜਾ ਰਿਹਾ ਇਲੈਕਸ਼ਨਸ ਦਾ ਮਾਹੌਲ ਹੈ ਤੇ ਦੋਵੇਂ ਪਾਰਟੀਆਂ ਮਿਲ ਕੇ ਆਪਣੀ ਜਿਹੜੇ ਆ ਇਸ ਵਕਤ ਏਜੰਡੇ ਰੱਖ ਰਹੀਆਂ ਨੇ ਲੋਕਾਂ ਦੇ ਸਾਹਮਣੇ ਟ੍ਰੇਡ ਨੂੰ ਲੈ ਕੇ ਵੀ ਦੋਵਾਂ ਦੀ ਵੱਖਰੀ ਵੱਖਰੀ ਰਾਏ ਹੈਗੀ ਹੈ ਕਿ ਜੇਕਰ ਕੋਈ ਜਿੱਤਦਾ ਕੈਨੇਡਾ ਦੇ ਨਾਲ ਟ੍ਰੇਡ ਕਿਵੇਂ ਦਾ ਹੋਵੇਗਾ ਉਹਦਾ ਮਿਸਟਰ ਬਾਈਡਨ ਆਪਣੀ ਵੱਖਰੀ ਤੂਤੀ ਲਾਪ ਰਹੇ ਨੇ ਮਿਸਟਰ ਟਰੰਪ ਆਪਣੀ ਵੱਖਰੀ ਤਰੀਕੇ ਨਾਲ ਗੱਲ ਕਰ ਰਹੇ ਨੇ ਇਸ ਇਲੈਕਸ਼ਨਸ ਦਾ ਕਿਉਂਕਿ ਟ੍ਰੇਡ ਦੇ ਉੱਤੇ ਵੀ ਬਹੁਤ ਅਸਰ ਪਏਗਾ ਕਿ ਕੈਨੇਡਾ ਦੇ ਨਾਲ ਜਿਹੜਾ ਟ੍ਰੇਡ ਐਗਰੀਮੈਂਟ ਹੁੰਦਾ ਆ ਹੋ ਰਿਹਾ ਹੈ ਇਸ ਨੂੰ ਕਿਸ ਤਰੀਕੇ ਨਾਲ ਡੀਲ ਕੀਤਾ ਜਾਊਗਾ ਇਧਰੋਂ ਅਸੀਂ ਗੱਲ ਕਰੀਏ ਕਰੋਨਾ ਵਾਇਰਸ ਦੀ ਕੈਨੇਡਾ ਦੇ ਵਿੱਚ ਤਾਂ ਸੈਕੰਡ ਵੇਵ ਇੱਥੇ ਵੀ ਸ਼ੁਰੂਆਤ ਹੋ ਚੁੱਕੀ ਹੈ ਅਸੀਂ ਅਲੱਗ-ਅਲੱਗ ਪ੍ਰੋਵਿੰਸਸ ਦੀ ਗੱਲ ਕਰੀਏ ਕਿਊਬੈਕ ਦੇ ਵਿੱਚ ਅਸੀਂ ਦੇਖ ਸਕਦੇ ਹਾਂ ਕਿ ਖਾਸ ਤੌਰ ਤੇ ਸਰਕਾਰ ਨੇ ਕਹਿ ਦਿੱਤਾ ਹੁਣ ਕਿ ਆਪਣੇ ਘਰਾਂ ਵਿੱਚ ਰਹੋ ਬਹੁਤ ਜ਼ਬਰਦਸਤ ਉੱਥੇ ਤਰੀਕੇ ਨਾਲ ਕਰੋਨਾ ਵਾਇਰਸ ਪੈਰ ਪਸਾ ਰਿਹਾ ਹੈ ਜੀ ਜਿਹੜੇ ਟ੍ਰੇਡ ਦੀ ਗੱਲ ਕਹੀ ਹੈ ਨਾ ਤੁਸੀਂ ਟ੍ਰੇਡ ਦੇ ਵਿੱਚ ਪਬਲਿਕਲੀ ਮਿਸਟਰ ਬਾਈਡਨ ਵੀ ਇਸ ਗੱਲ ਨੂੰ ਨਹੀਂ ਮੰਨੇਗਾ ਕਿ ਮੈਂ ਕੈਨੇਡਾ ਦੇ ਨਾਲ ਵਧੀਆ ਟ੍ਰੇਡ ਕਰਾਂਗਾ ਨੋ ਉਹਨੂੰ ਪ੍ਰੋਬਲਮ ਇਹ ਹੈਗੀ ਕਿਉਂਕਿ ਜਿਹੜਾ ਟਰੰਪ ਦਾ ਸਲੋਗਨ ਹੈ ਅਮਰੀਕਨ ਫਰਸਟ ਜੀ ਠੀਕ ਹੈ ਉਸ ਨੂੰ ਮਾਤ ਦੇਣੀ ਬਹੁਤ ਮੁਸ਼ਕਲ ਹੈ ਬਾਈਡਨ ਜੇ ਕਹੇਗਾ ਮੈਂ ਹਾਂ ਉਹ ਇਹ ਕਿਹਾ ਜ਼ਰੂਰ ਕਰ ਸਕਦਾ ਮੈਂ ਬਾਕੀਆਂ ਦੇ ਨਾਲ ਫਰੈਂਡਸ਼ਿਪ ਵਧਾਵਾਂਗਾ ਜਿਹੜੀ ਇਹਨਾਂ ਨੇ ਖਰਾਬ ਕੀਤੀ ਹੈ ਉਦੋਂ ਬੈਟਰ ਰਿਲੇਸ਼ਨ ਕਰਾਂਗਾ ਤੇ ਦੈਨ ਆਈ ਵਿਲ ਨੈਗੋਸ਼ੀਏਟ ਆਲ ਦੋਸ ਥਿੰਗਸ ਟਰੰਪ ਸਾਹਿਬ ਦੀ ਹੈ ਕੋਈ ਨੈਗੋਸ਼ੀਏਸ਼ਨ ਹੈ ਨਹੀਂ ਕਿ ਡੀਲ ਹੀ ਹੈ ਔਰ ਜੇ ਮੇਰੇ ਵਾਸਤੇ ਠੀਕ ਹੈ ਤਾਂ ਠੀਕ ਹੈ ਅਦਰਵਾਈਜ਼ ਨਹੀਂ ਠੀਕ ਹੈ ਹਾਲਾਂਕਿ ਜਿਹੜੇ ਇੰਟਰਨੈਸ਼ਨਲ ਲੈਵਲ ਦੇ ਉੱਤੇ ਜਿਹੜੇ ਰਾਜੀਨਾਮੇ ਹੁੰਦੇ ਆ ਤੁਹਾਨੂੰ ਕਈਆਂ ਥਾਵਾਂ ਤੇ ਆਪਦੇ ਵਾਸਤੇ ਘਾਟਾ ਵੀ ਖਾਣਾ ਪੈਂਦਾ ਕਿਉਂਕਿ ਤੁਹਾਨੂੰ ਉਹਦੀ ਕਈ ਵੀ ਰਿਟਰਨ ਬਹੁਤ ਜ਼ਿਆਦਾ ਹੁੰਦੀ ਹੈ ਇਸ ਕਰਕੇ ਬਾਈਡਨ ਦਾ ਕੁਝ ਵੀ ਇਹ ਜ਼ਰੂਰੀ ਨਹੀਂ ਹੈ ਕਿ ਮਿਸਟਰ ਬਾਈਡਨ ਜੇ ਪ੍ਰੈਜ਼ੀਡੈਂਟ ਬਣ ਜਾਂਦਾ ਹੈ ਤੇ ਉਹ ਕੈਨੇਡਾ ਵਾਸਤੇ ਕੋਈ ਬਿਹਤਰ ਹੋਵੇਗਾ ਪਹਿਲਾਂ ਉਹਨੇ ਵੀ ਆਪਦੇ ਕੰਟਰੀ ਵਾਸਤੇ ਸੋਚਣਾ ਇੱਕ ਫਰਕ ਜ਼ਰੂਰ ਪਏਗਾ ਜਿਵੇਂ ਲੱਗਦਾ ਹੁਣ ਤੱਕ ਬਾਈਡਨ ਦਾ ਜੋ ਜਿਵੇਂ ਉਹਦੀ ਡੀਲਿੰਗ ਹੈਗੀ ਹੈ ਕਿ ਸਾਨੂੰ ਕੈਨੇਡੀਅਨਸ ਨੂੰ ਉਹਦੇ ਨਾਲ ਡੀਲ ਕਰਨਾ ਸੌਖਾ ਹੋ ਜਾਏਗਾ ਉਹਨਾਂ ਨੈਗੋਸ਼ੀਏਟ ਕਰਨੀ ਉਹਦੀ ਟੀਮ ਨਾਲ ਸੌਖੀ ਹੋਏਗੀ ਹੋਰ ਇਹ ਫਰਕ ਫਾਇਦਾ ਹੋਵੇਗਾ ਜਾਂ ਨਹੀਂ ਹੋਵੇਗਾ ਉਹ ਗੱਲ ਵੱਖਰੀ ਹੈ ਅੱਗੇ ਗੱਲ ਆਉਂਦੀ ਹੈ ਕਰਵਾਉਂਦੀ ਆਪਣੇ ਕੁਬੈਕ ਦੇ ਵਿੱਚ 1300 ਤੋਂ ਉੱਪਰ ਅੱਜ ਕੇਸ ਆਏ ਨੇ ਕੁਬੈਕ ਦੀ ਸੁਸਾਇਟੀ ਵਿੱਚ ਕਿਉਂ ਵੱਧ ਹੈ ਤੇ ਸਾਡੇ ਇੰਟੈਰੀਓ ਚ 500 ਕੁਛ ਆਏ ਨੇ 500 550 ਦੇ ਨੇੜੇ 565 ਸ਼ਾਇਦ ਕੋਈ ਐਸਾ ਨੰਬਰ ਹੈ ਇੱਥੇ ਸਾਡੇ ਨੰਬਰ ਕਿਉਂ ਘੱਟ ਹੈਗਾ ਇੱਕ ਤਾਂ ਸਾਡੇ ਇੰਟੈਰੀਓ ਦੇ ਵਿੱਚ ਜਿਹੜੀ ਇਸ ਵੇਲੇ ਤੁਸੀਂ ਚੈੱਕ ਕਰਵਾਉਣੇ ਹੋ ਟੈਸਟ ਕਰਵਾਉਣੇ ਹੋ ਉਹ ਵਿਦ ਅਪਾਇੰਟਮੈਂਟ ਹੈ ਉਹ ਅਪਾਇੰਟਮੈਂਟ ਕਰਕੇ ਮੈਨੂੰ ਲੱਗਦਾ ਨੰਬਰਸ ਘੱਟ ਕੇ ਨੇ ਦੂਜਾ ਰਿਜ਼ਲਟ ਜਿਹੜੇ ਸਾਡੇ ਆ ਉਹ ਲੇਟ ਆ ਰਹੇ ਨੇ ਕਈ ਵਾਰੀ ਤੁਹਾਨੂੰ 7 8 10 ਦਿਨ ਮੈਂ ਕਰਵਾਇਆ ਸੀਗਾ ਜੀ ਮੇਰਾ ਖਿਆਲ ਹੈ ਮੈਨੂੰ 10 ਜਾਂ 11 ਦਿਨਾਂ ਬਾਅਦ ਮੈਨੂੰ ਉਹਨਾਂ ਨੇ ਫੋਨ ਕਰਕੇ ਦੱਸਿਆ ਵੀ ਮੈਂ ਨੈਗੇਟਿਵ ਹੈ ਸੋ ਇੰਨਾ ਟਾਈਮ ਲੱਗ ਰਿਹਾ ਔਨ ਟਾਪ ਆਫ ਦੈਟ ਕਰਨ ਡਰੀ ਜਾਂਦੀ ਸੀਗੀ ਔਨ ਟਾਪ ਆਫ ਦੈਟ ਅਸੀਂ ਜਿਹੜੇ ਟੈਸਟ ਦੇ ਰਿਜ਼ਲਟਸ ਵਾਸਤੇ ਅਸੀਂ ਅੰਟਾਰੀਓ ਹੈਂਡਲ ਨਹੀਂ ਕਰ ਸਕਦਾ ਅਸੀਂ ਕੈਲੀਫੋਰਨੀਆ ਭੇਜਿਆ ਜਾਵੇ ਉੱਥੇ ਜਾਣ ਵਾਸਤੇ ਟਾਈਮ ਲੱਗਦਾ ਕੁਬੈਕ ਦੇ ਵਿੱਚ ਵੱਧ ਕਿਉਂ ਹੈ ਵੱਧ ਹੋਣ ਦਾ ਕਾਰਨ ਹੈ ਕੁਬੈਕ ਦੀ ਜਿਹੜੀ ਸੁਸਾਇਟੀ ਹੈ ਇਸ ਡਿਫਰੈਂਟ ਦੈਨ ਰੈਸਟ ਆਫ ਦਾ ਕੈਨੇਡਾ ਥੋੜੀ ਜਿਹੀ ਖੁੱਲੀ ਸੁਸਾਇਟੀ ਹੈ ਉਹਨਾਂ ਨੇ ਪਹਿਲਾਂ ਹੀ ਖੋਲ੍ਹਣ ਦੀ ਗੱਲ ਕਰਤੀ ਸੀ ਜਿਹੜੇ ਕੁਬੈਕ ਦੇ ਲੋਕ ਨੇ ਜਿਹੜੇ ਫ੍ਰੈਂਚ ਲੋਕ ਨੇ ਉਹ ਘਰੋਂ ਬਾਹਰ ਜਾਣਾ ਪਸੰਦ ਕਰਦੇ ਆ ਰੈਸਟੋਰੈਂਟਸ ਜਾਣਾ ਪਸੰਦ ਕਰਦੇ ਆ ਬਾਹਰ ਜਾਣਾ ਪਸੰਦ ਕਰਦੇ ਆ ਉਹਨਾਂ ਦੀ ਜੇ ਕਿਤੇ ਤੁਸੀਂ ਮੌਂਟਰੀਅਲ ਜਾਵੋ ਤੁਹਾਨੂੰ ਟੋਰਾਂਟੋ ਨਾਲੋਂ ਬੜਾ ਵੱਖਰਾ ਮਾਹੌਲ ਮਿਲਦਾ ਉੱਥੇ ਇੱਕ ਤਾਂ ਇਹ ਕਾਰਨ ਵੀ ਹੋ ਸਕਦਾ ਬਾਕੀ ਜਿਹੜੀ ਸਰਕਾਰ ਆ ਮੈਨੂੰ ਲੱਗਦਾ ਵੀ ਉਹਨੇ ਪਹਿਲਾਂ ਸੀਰੀਅਸਲੀ ਇਸ ਗੱਲ ਨੂੰ ਉਹ ਸਰਕਾਰ ਆਪ ਹੀ ਓਪਨ ਕਰਨ ਫਿਰਦੀ ਸਰਕਾਰ ਨੇ ਸਕੂਲ ਬੜੀ ਛੇਤੀ ਖੋਲ ਦਿੱਤੇ ਸਰਕਾਰ ਨੇ ਕੁਛ ਏਰੀਆ ਨੂੰ ਛੱਡ ਕੇ ਬਾਕੀ ਸਾਰਾ ਕੁਬੈਕ ਪਹਿਲਾਂ ਖੋਲ ਦਿੱਤਾ ਸੀਗਾ ਹੁਣ ਮੌਂਟਰੀਅਲ ਵਗੈਰਾ ਜਿਹੜੇ ਆਸ-ਪਾਸੇ ਦੇ ਏਰੀਆ ਨੇ ਬਹੁਤ ਰੈੱਡ ਜ਼ੋਨਸ ਨੇ ਉਹ ਔਰ ਵੱਧ ਰਹੇ ਨੇ ਉਹਨਾਂ ਨੇ ਹੁਣ ਲੋਕਾਂ ਨੂੰ ਅੱਜ ਅਪੀਲ ਕੀਤੀ ਹੈ ਕਿ ਤੁਸੀਂ ਘਰੇ ਰਹੋ ਔਰ ਇਹ ਹਲੇ ਬੰਦ ਨਹੀਂ ਕੀਤਾ ਹੈ ਜੇ ਹਾਲਾਤ ਇਦੋਂ ਵੀ ਕਿਉਂਕਿ ਲਗਾਤਾਰ ਹੋ ਗਿਆ ਹੁਣ ਤਾਂ 1000 ਤੋਂ ਉੱਪਰ ਤਰਨ ਬਹੁਤ ਦਿਨ ਹੋ ਗਏ ਨੇ ਕਿ 1000 ਤੋਂ ਉੱਪਰ ਕੇਸਿਸ ਕੁਬੈਕ ਦੇ ਵਿੱਚ ਹੁੰਦੇ ਜਾ ਰਹੇ ਨੇ ਔਰ it's a very serious situation right now ਬਿਲਕੁਲ ਸਰ ਜਿਵੇਂ ਹਸਪਤਾਲ ਇਸ ਚੀਜ਼ ਨਾਲ ਡੀਲ ਕਰਦੇ ਆ ਇਹ ਵੀ ਜਾਣਨਾ ਬਹੁਤ ਜ਼ਰੂਰੀ ਹੈ ਜਿਵੇਂ ਕੋਈ ਕਰੋਨਾ ਵਾਇਰਸ ਦਾ ਪੇਸ਼ੈਂਟ ਇਸ ਵਕਤ ਸਾਨੂੰ ਦੇਖ ਰਿਹਾ ਜਿਨ੍ਹਾਂ ਨੇ ਹਸਪਤਾਲ ਦੇ ਵਿੱਚ ਸਮਾਂ ਗੁਜ਼ਾਰਿਆ ਹੋਵੇ ਇਸ ਦੌਰਾਨ ਟ੍ਰੀਟਮੈਂਟ ਨੂੰ ਲੈ ਕੇ ਕਿਸ ਤਰੀਕੇ ਨਾਲ ਹਸਪਤਾਲਾਂ ਵਿੱਚ ਟ੍ਰੀਟਮੈਂਟ ਕੀਤੀ ਜਾਂਦੀ ਹੈ ਉਹਦੇ ਬਾਰੇ ਵੀ ਸਾਨੂੰ ਜ਼ਰੂਰ ਜਾਣਕਾਰੀ ਦਿਓ ਜੇ ਕੋਈ ਇਸ ਵਕਤ ਸਾਡਾ ਪ੍ਰੋਗਰਾਮ ਦੇਖ ਰਹੇ ਨੇ ਸਰ ਜਿਵੇਂ ਗੱਲ ਕਰੀਏ ਇਸ ਵਕਤ ਵਿਨੀਪੈਗ ਦਾ ਇੱਕ ਹਸਪੀਟਲ ਕਾਫੀ ਜ਼ਿਆਦਾ ਸੁਰਖੀਆਂ ਵਿੱਚ ਆਇਆ ਹੋਇਆ ਕਿਉਂਕਿ ਇੱਕ ਪੇਸ਼ੈਂਟ ਨੇ ਇਸ ਦੇ ਬਾਰੇ ਵਿੱਚ ਗੱਲ ਕੀਤੀ ਹੈ ਕਰਨ ਜਿਹੜਾ ਉਹ ਕੇਸ ਆਇਆ ਨਾ ਉਹ ਕੇਸ ਨੇਟਿਵ ਇੰਡੀਅਨ ਦਾ ਉਹ ਇੱਕ ਹਸਪੀਟਲ ਦੇ ਵਿੱਚ ਗਿਆ ਸੀਗਾ ਹਸਪੀਟਲ ਦੇ
ਜਿਹੜੇ ਉਸ ਐਮਰਜੈਂਸੀ ਵਾਲਾ ਵੇਟਿੰਗ ਏਰੀਆ ਉਹਦੇ 'ਚ ਉਹਨੇ ਵੇਟ ਕੀਤੀ ਤੇ ਜਦੋਂ ਉਹਦੀ ਵਾਰੀ ਆਈ ਹੈ ਤਾਂ ਉਹਨੂੰ ਅੰਦਰ ਲੈ ਗਏ ਨੇ ਤੇ ਉੱਥੇ ਉਹ ਥੋੜੀ ਦੇਰ ਬਾਅਦ ਉਹਨੂੰ ਕਿਹਾ ਗਿਆ ਤੂੰ ਬਾਹਰ ਆ। ਉਹਨੇ ਕੁਐਸਚਨ ਕੀਤਾ ਮੈਨੂੰ ਕਿਉਂ? ਉਹ ਕਹਿੰਦੇ ਤੂੰ ਸਾਡੀਆਂ ਇੱਥੇ ਫੋਟੋਆਂ ਖਿੱਚ ਰਿਹਾ। ਉਹਦੇ ਕੋਲ ਫੋਨ ਸੀਗਾ। ਉਹ ਕਹਿੰਦਾ ਨਹੀਂ ਮੈਂ ਤਾਂ ਫੋਨ ਦੇ ਉੱਤੇ ਆਪਦਾ ਪਲੇ ਕਰ ਰਿਹਾ, ਮੈਂ ਵੇਟ ਕਰ ਰਿਹਾ, ਮੇਰੀ ਕੀ ਗੱਲ ਹੈ। ਉਹਨੂੰ ਹਸਪੀਟਲ ਦੇ ਵਿੱਚੋਂ ਜਿਹੜੀ ਸਿਕਿਉਰਿਟੀ ਆ ਉਹਨੇ ਬਾਹਰ ਕੱਢ ਦਿੱਤਾ। ਉਹਦੇ ਬਾਂਹ ਦੇ ਵਿੱਚ ਮੇਖ ਲੱਗੀ ਹੋਈ ਹੈ, ਮੇਖ ਲੱਗੀ ਦੇ ਬਾਵਜੂਦ ਉਹਨੂੰ ਹਸਪੀਟਲ ਦੇ ਵਿੱਚੋਂ ਕੱਢ ਦਿੱਤਾ ਗਿਆ। ਉਸਨੇ ਫਿਰ ਆਪਣੇ ਕਿਸੇ ਰਿਸ਼ਤੇਦਾਰ ਨੂੰ ਰਾਤ ਦੇ 3 ਵਜੇ ਬੁਲਾਇਆ। ਉਸ ਨੂੰ ਫਿਰ ਉਹ ਦੂਸਰੇ ਹਸਪੀਟਲ ਲੈ ਗਿਆ। ਦੂਸਰੇ ਹਸਪੀਟਲ 'ਚ ਉਹਨੇ ਗੱਲ ਕੀ ਕਿ ਵਿਦਨ 10 ਮਿੰਟਸ ਆਈ ਵਾਸ ਟੇਕਨ ਕੇਅਰ ਆਫ। 2 ਹਸਪੀਟਲਸ, ਦੋਨਾਂ ਦਾ ਵੱਖਰਾ ਵੱਖਰੀ ਗੱਲ। ਇਹਦੇ 'ਚ ਆਪਾਂ ਜ਼ਰੂਰ ਪੁੱਛਣਾ ਚਾਹਾਂਗੇ ਜਿਹੜੇ ਆਪਣੇ ਦਰਸ਼ਕ ਨੇ ਕਿ ਜਦੋਂ ਆਪਾਂ ਇਸ ਤੋਂ ਪਹਿਲਾਂ ਇਹ ਗੱਲ ਕਰ ਹਟੇ ਹਾਂ ਕਿ ਵੇਟਿੰਗ ਟਾਈਮ ਬਹੁਤ ਜ਼ਿਆਦਾ ਹੈ ਐਮਰਜੈਂਸੀ ਰੂਮ ਦੇ ਵਿੱਚ। ਨਹੀਂ, ਅਸੀਂ ਹੁਣ ਉਸ ਤੋਂ ਅਗਲੀ ਗੱਲ ਪੁੱਛਣੀ ਚਾਹੁੰਦੇ ਹਾਂ ਜੀ। ਜਦੋਂ ਤੁਹਾਨੂੰ ਹਸਪੀਟਲ ਦੇ ਅੰਦਰ ਵੇਟਿੰਗ ਰੂਮ ਤੋਂ ਬਾਅਦ ਲੈ ਕੇ ਜਾਇਆ ਜਾਂਦਾ ਤਾਂ ਤੁਹਾਡੀ ਟ੍ਰੀਟਮੈਂਟ ਤੁਹਾਨੂੰ ਕਿਵੇਂ, ਕੀ ਤੁਹਾਨੂੰ ਸਹੀ ਟ੍ਰੀਟ ਕੀਤਾ ਗਿਆ, ਕੀ ਤੁਹਾਨੂੰ ਮਾੜਾ ਟ੍ਰੀਟ ਕੀਤਾ ਗਿਆ, ਤੁਹਾਨੂੰ ਐਵਰੇਜ ਟ੍ਰੀਟ ਕੀਤਾ ਗਿਆ, ਬਹੁਤ ਵਧੀਆ ਟ੍ਰੀਟ ਕੀਤਾ ਗਿਆ? ਫਿਰ ਜੇ ਤੁਸੀਂ ਮੈਨੂੰ ਸਾਡੇ ਨਾਲ ਪਲੀਜ਼ ਅਸੀਂ ਤੁਹਾਡੇ ਤੋਂ ਪੁੱਛਣਾ ਚਾਹੁੰਦੇ ਹਾਂ ਕਿ ਜੇ ਅਜਿਹੀ ਗੱਲ ਹੈਗੀ ਹੈ, ਹਾਲਾਂਕਿ ਉਹਨੂੰ ਉਹ ਫਿਰ ਮੋਰੋਂ ਤਰਨ ਉਹਦੀ ਨੇਲ ਕੱਢ ਦਿੱਤੀ ਗਈ ਹੈ, ਉਹਨੂੰ ਤੁਸੀਂ ਦੇਖੋ ਬੰਦੇ ਨੂੰ ਤਕਲੀਫ ਕਿੰਨੀ ਹੋਏਗੀ। ਉਹਦਾ ਜਦੋਂ ਉਹਦੇ ਮੇਖ ਲੱਗੀ ਹੋਈ ਸੀ ਉਸ ਥਾਂ ਨੂੰ ਤਾਂ ਸੁਣ ਕੀਤਾ ਹੀ ਆ, ਪਰ ਕਹਿੰਦਾ ਮੈਨੂੰ ਤਕਲੀਫ ਨਹੀਂ ਸੀ। ਫਿਰ ਉਹਨੂੰ ਸਵਾਇਆ ਗਿਆ, ਉਹਨੂੰ ਨੀਂਦ ਵਿੱਚ ਲਿਆਂਦਾ ਗਿਆ ਤਾਂ ਉਸ ਤੋਂ ਮਗਰੋਂ ਉਹਦੀ ਜਿਹੜੀ ਮੇਖ ਉਹ ਕੱਢੀ ਗਈ ਹੈਗੀ ਹੈ। ਸੋ 2 ਹਸਪੀਟਲਸ, 1 ਬੰਦਾ, ਵੱਖਰੀ ਵੱਖਰੀ ਟ੍ਰੀਟਮੈਂਟ। ਇੱਥੇ ਗੱਲ ਰੇਸਿਜ਼ਮ ਦੀ ਵੀ ਆ ਜਾਂਦੀ ਹੈ ਕਿਉਂਕਿ ਆਪਾਂ ਜਿਹੜਾ ਪਿਛਲਾ ਕੇਸ ਕੀਤਾ ਸੀਗਾ ਇਹ ਨੇਟਿਵ ਇੰਡੀਅਨ, ਪਿਛਲੀ ਆਪਾਂ ਨੇਟਿਵ ਵੂਮਨ ਦੀ ਗੱਲ ਕੀਤੀ ਸੀ ਜਿਹੜੀ ਕਿ ਕੁਬੈਕ ਦੇ ਵਿੱਚ ਸੀਗੀ, ਉਹਦੀ ਡੈਥ ਹੋ ਗਈ ਸੀ। ਉਹ ਗੱਲ ਬਾਹਰ ਕਿਉਂ ਆਈ ਹੈ? ਕਿਉਂਕਿ ਉਹਨੇ ਵੀਡੀਓ ਬਣਾ ਰਹੀ ਸੀਗੀ। ਅਜਿਹੀਆਂ ਗੱਲਾਂ ਬਹੁਤ ਹੋਣਗੀਆਂ ਆਪਣੇ ਦਰਸ਼ਕਾਂ ਨਾਲ ਵੀ ਇਹਨਾਂ ਨੂੰ ਕਿਤੇ ਲੱਗਦਾ ਕਿ ਸਾਡਾ ਰੇਸਿਜ਼ਮ ਹੋਇਆ। ਜਦੋਂ ਮੈਂ ਹਸਪੀਟਲ ਗਿਆ ਤਾਂ ਮੈਨੂੰ ਮੇਰੀ ਰੰਗ ਕਰਕੇ ਮੈਨੂੰ ਸ਼ਾਇਦ ਉਹਨਾਂ ਵਧੀਆ ਟ੍ਰੀਟ ਨਹੀਂ ਕੀਤਾ ਗਿਆ, ਜਾਂ ਰੰਗ ਕਰਕੇ ਮੈਨੂੰ ਬਹੁਤ ਵਧੀਆ ਟ੍ਰੀਟ ਕੀਤਾ ਗਿਆ। ਕੁਛ ਐਸੀ ਗੱਲ ਹੋਵੇ ਤਾਂ ਆਪਾਂ ਦਰਸ਼ਕਾਂ ਨੂੰ ਪੁੱਛਣਾ ਚਾਹੁੰਦੇ ਹਾਂ। ਸਾਡਾ ਪਲੀਜ਼ ਇੱਕ ਦਰਸ਼ਕ ਸਾਡੇ ਨਾਲ ਪਹਿਲਾਂ ਜੁੜ ਚੁੱਕੇ ਨੇ, ਉਹਨਾਂ ਨਾਲ ਗੱਲ ਕਰ ਲਈਏ। ਹੈਲੋ ਸਤਿ ਸ਼੍ਰੀ ਅਕਾਲ ਕਰਨ ਜੀ। ਸਤਿ ਸ਼੍ਰੀ ਅਕਾਲ ਸਾਹਿਬ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਪ੍ਰੋਗਰਾਮ ਸਾਹਿਬ। ਉਹ ਸਰ ਬਹੁਤ ਹੀ ਤੁਹਾਨੂੰ ਇੱਕ ਖੁਸ਼ੀ ਦੀ ਖਬਰ ਦੇਣੀ ਹੈ ਆਪਣੇ ਪੰਜਾਬ ਤੋਂ। ਹਾਂਜੀ। ਜਦ ਤੋਂ ਮਹਾਰਾਜਾ ਸਾਹਿਬ ਨੇ ਹੁਕਮ ਜਾਰੀ ਕੀਤਾ ਜੀ, ਪੰਜਾਬ 'ਚ ਹੋ ਗਿਆ ਕਰੋਨਾ ਖਤਮ। ਸਰਕਾਰ ਵੱਲੋਂ ਸਾਰੇ ਕਰੋਨਾ ਸੈਂਟਰ ਬੰਦ ਕਰਨ ਦਾ ਹੁਕਮ, ਵਲੰਟੀਅਰ ਸਟਾਫ ਦੀਆਂ ਡਿਊਟੀਆਂ ਖਤਮ ਕਰਨ ਦੇ ਹੁਕਮ ਜੀ। ਕਿਉਂਕਿ ਉਹ ਰਾਹੁਲ ਗਾਂਧੀ ਜੀ ਆਗੇ ਗਏ ਨੇ ਜੀ, ਉੱਥੇ ਕਹਿੰਦੇ ਪਤਾ ਨਹੀਂ ਕਿਹੜੀ ਇਹੀ ਦਵਾਈ ਦਾ ਛਿੜਕਾਅ ਕਰਕੇ ਗਏ ਨੇ ਵੀ ਕਰੋਨਾ ਖਤਮ ਹੋ ਗਿਆ ਜੀ ਉੱਥੇ। ਕਿਆ ਬਾਤ ਹੈ, ਤੁਸੀਂ ਤਾਂ ਬੜੀ ਵਧੀਆ ਖਬਰ ਦਿੱਤੀ ਹੈ ਜੀ। ਤਾਂ ਫਿਰ ਨਿਊਜ਼ੀਲੈਂਡ ਤੋਂ ਵੀ ਅੱਗੇ ਲੰਘ ਗਏ। ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਵੀ ਵੀ ਆਰ ਪ੍ਰਾਊਡ ਟੂ ਬੀ ਪੰਜਾਬੀ, ਵੀ ਮਹਾਰਾਜਾ ਸਾਹਿਬ ਨੇ ਤੇ ਰਾਹੁਲ ਗਾਂਧੀ ਸਾਹਿਬ ਨੇ ਉੱਥੇ ਸਾਰਾ ਕੁਝ ਸਾਫ਼ ਕਰਤਾ ਜੀ 1-2 ਦਿਨ ਦੀ ਟਰੈਕਟਰ ਯਾਤਰਾ 'ਚ। That's great. It's a very good news. Thank you. ਸਰ ਤੁਸੀਂ ਇਹ ਨਿਊਜ਼ ਲਈ ਕਿੱਥੋਂ, ਜ਼ਰਾ ਦੱਸ ਸਕਦੇ ਹੋ ਤੁਹਾਡੇ ਸੋਰਸਸ ਕੌਣ ਨੇ? ਇਹ ਸੋਰਸਿਸ ਮੇਰੇ ਤਰਨ ਜੀ, ਇਹ ਪੰਜਾਬੀ ਟ੍ਰਿਬਿਊਨ ਦੀ ਨਿਊਜ਼ ਹੈ ਜੀ। ਬਹੁਤ ਬਹੁਤ ਸ਼ੁਕਰੀਆ ਜੀ, ਤੁਸੀਂ ਸਾਨੂੰ ਇਸ ਬਾਰੇ ਜਾਣਕਾਰੀ ਦਿੱਤੀ ਕਿਉਂਕਿ ਮੈਂ ਅੱਜ ਹੀ ਹਜੇ ਅੱਧਾ ਘੰਟਾ ਪਹਿਲਾਂ ਹੀ ਪੰਜਾਬ ਬਾਰੇ ਦੇਖ ਕੇ ਹਟੀ ਸੀ। ਉਹਦੇ ਵਿੱਚ ਸਿਰਫ ਇਹੀ ਮੈਨੂੰ ਜਾਣਕਾਰੀ ਮਿਲੀ ਹੈ ਕਿ ਬਲਬੀਰ ਸਿੱਧੂ ਜੀ ਜਿਹੜੇ ਕਰੋਨਾ ਪੋਜ਼ਿਟਿਵ ਪਾਏ ਗਏ ਨੇ। ਇਸ ਤੋਂ ਇਲਾਵਾ ਕੋਈ ਐਵੇਂ ਦੀ ਅਪਡੇਸ਼ਨ ਮੈਨੂੰ ਅਜੇ ਮਿਲੀ ਨਹੀਂ ਸੀ। ਮੈਂ ਕਿਹਾ ਤਰਨ ਜੀ ਜੇ ਤੁਸੀਂ ਕਹੋਗੇ ਮੈਂ ਤੁਹਾਨੂੰ ਇਹ ਨਿਊਜ਼ ਭੇਜ ਸਕਦਾ। ਸ਼ੁਕਰੀਆ ਜੀ, ਸ਼ੁਕਰੀਆ ਸਰ ਤੁਹਾਡਾ, ਬਹੁਤ ਬਹੁਤ ਸ਼ੁਕਰੀਆ। ਤੁਸੀਂ ਜੋ ਸਾਨੂੰ ਲੇਟੈਸਟ ਅਪਡੇਸ਼ਨ ਦਿੱਤੀ ਹੈ ਇਹਦੇ ਬਾਰੇ ਆਪਾਂ ਜ਼ਰੂਰ ਗੱਲ ਕਰਾਂਗੇ ਜਿਵੇਂ ਸਾਨੂੰ ਇਸ ਖਬਰ ਦੇ ਬਾਰੇ ਵਿੱਚ ਪੂਰੀ ਜਾਣਕਾਰੀ ਮਿਲਦੀ ਹੈ। ਥੈਂਕ ਯੂ ਸੋ ਮਚ। ਥੈਂਕ ਯੂ ਜੀ, ਸ਼ੁਕਰੀਆ ਜੀ। ਨਾਲ ਹੋਰ ਦੱਸ ਦਿੰਦਾ ਜੀ, ਜਿਹੜਾ ਡਿਪਟੀ ਚੀਫ ਮਿਨਿਸਟਰ ਜੀ ਹਰਿਆਣੇ ਦਾ, ਉਹ ਵੀ ਪੋਜ਼ਿਟਿਵ ਹੋਇਆ ਜੀ। ਜੀ ਬਿਲਕੁਲ ਜੀ, ਸਾਡੇ ਇੱਧਰ ਬਲਬੀਰ ਸਿੱਧੂ ਜੀ ਵੀ ਹੋ ਚੁੱਕੇ ਨੇ ਜਿਹੜੇ ਖੁਦ ਹੈਲਥ ਮਿਨਿਸਟਰ ਨੇ। ਤੇ ਦੇਖ ਸਕਦੇ ਹੋ ਕਿ ਇਸ ਵਕਤ ਕਰੋਨਾ ਵਾਇਰਸ ਹਾਲਾਂਕਿ ਛਾਇਆ ਹੋਇਆ ਪਰ ਇਸ ਵਕਤ ਰੈਲੀਆਂ ਵੀ ਪੂਰੇ ਉੱਥੇ ਜ਼ੋਰਾਂ ਤੇ। ਇਹਨਾਂ ਨੂੰ ਪੁੱਛਣਾ ਹੋਵੇ ਹੁਣ ਤਾਂ NRI ਹੈ ਨਹੀਂ ਗਏ। ਇਹਨਾਂ ਨੇ NRI ਤੇ ਬੜਾ ਪ੍ਰੋਬਲਮ ਆਈ ਸੀਗੀ ਇਹਨਾਂ ਨੂੰ ਕਿ NRI ਕਰੋਨਾ ਲੈ ਕੇ ਆਉਂਦੇ। ਹੁਣ ਸਿੱਧੂ ਸਾਹਿਬ ਹੁਣ ਕਿੱਥੇ ਗੱਲ ਹੈਗੀ ਹੈ ਜਿਹੜੀਆਂ ਜੇ ਕਿਤੇ ਜਿਹੜੇ ਗੋਲ ਸਾਹਿਬ ਨੇ ਗੱਲ ਕਹੀ ਹੈ, ਇਹ ਬੜਾ ਗੈਰ ਜ਼ਿੰਮੇਵਾਰਾਨਾ ਬਿਆਨ ਹੈ ਜੀ ਜਿਹੜਾ ਕਿ ਕਰੋਨਾ ਜਿਵੇਂ ਖਤਮ ਹੋ ਗਿਆ ਜਾਂ ਕੁਝ ਹੋਰ ਗਿਆ ਪੰਜਾਬ ਦੇ ਵਿੱਚ ਨਹੀਂ। ਹਾਂ, ਅਸੀਂ ਇੱਕ ਤੁਹਾਨੂੰ ਜ਼ਰੂਰ ਸਾਂਝੀ ਕਰਾਂਗੇ। ਨਿਊਜ਼ੀਲੈਂਡ ਇਸ ਵੇਲੇ ਨਿਊਜ਼ੀਲੈਂਡ ਕਰੋਨਾ ਫ੍ਰੀ ਕੰਟਰੀ ਹੈ ਜੀ। ਔਰ ਮੇਰੇ ਖਿਆਲ ਇਸੇ ਕਰਕੇ ਤੁਸੀਂ ਉਹਦੇ ਪਾਸਪੋਰਟ ਦੀ ਕੋਈ ਗੱਲ ਕਰਦੇ ਸੀ। ਬਿਲਕੁਲ ਜੀ, ਨਿਊਜ਼ੀਲੈਂਡ ਦਾ ਪਾਸਪੋਰਟ ਜੋ ਇਸ ਵਕਤ ਤਾਜ਼ਾ ਜਾਣਕਾਰੀ ਆਈ ਹੈ ਕਿ ਦੁਨੀਆ ਦੇ ਟੌਪ ਜਿਹੜਾ ਪਾਸਪੋਰਟ ਦੇ ਵਿੱਚੋਂ ਪਹਿਲੇ ਨੰਬਰ ਤੇ ਨਿਊਜ਼ੀਲੈਂਡ ਦਾ ਪਾਸਪੋਰਟ ਆ ਚੁੱਕਿਆ ਹੈ। ਤੇ
ਵਾਕਈ ਸਰ ਆਏਗਾ ਵੀ, ਕਿਉਂਕਿ ਜਿਸ ਤਰੀਕੇ ਨਾਲ ਉਹਨਾਂ ਨੇ ਕਰੋਨਾ ਵਾਇਰਸ ਨੂੰ ਹੈਂਡਲ ਕੀਤਾ ਤੇ ਬਹੁਤੇ ਲੋਕਾਂ ਨੇ, ਉਦੋਂ ਆਪਾਂ ਵੀ ਨਿਊਜ਼ ਲਗਾਈ ਸੀ, ਸਰਚ ਮਾਰਨਾ ਸ਼ੁਰੂ ਕਰ ਦਿੱਤਾ ਹੈ ਕਿ ਨਿਊਜ਼ੀਲੈਂਡ 'ਚ ਕਿਵੇਂ ਆਪਾਂ ਇਮੀਗ੍ਰੇਸ਼ਨ ਲਈ ਅਪਲਾਈ ਕਰ ਸਕਦੇ ਹਾਂ। ਸਹੀ ਗੱਲ ਹੈ ਜੀ। ਅੱਛਾ, ਜਦੋਂ ਕਿਤੇ ਥੋੜਾ ਬਹੁਤਾ ਟਰੰਪ ਸਾਹਿਬ ਉਧਰ ਰੁਕੇ ਹੁੰਦੇ ਆ ਤਾਂ ਸਰਚ ਬਹੁਤੀ ਕੈਨੇਡਾ ਦੇ ਬਾਰੇ ਮਾਰੀ ਜਾਂਦੀ ਹੈ ਕਿ ਕੈਨੇਡਾ ਨੂੰ ਇਮੀਗ੍ਰੇਸ਼ਨ ਅਸੀਂ ਕਿਵੇਂ ਕਰੀਏ। ਪਰ ਜਦੋਂ ਦਾ ਨਿਊਜ਼ੀਲੈਂਡ ਖਬਰਾਂ 'ਚ ਆਇਆ ਤਾਂ ਬੜੇ ਅਮਰੀਕਨਸ ਨੇ ਇਹ ਸੋਚਿਆ ਕਿ ਉਹ ਨਿਊਜ਼ੀਲੈਂਡ ਮੂਵ ਹੋਣਾ ਚਾਹੁੰਦੇ ਆ, ਕਿਉਂਕਿ ਨਿਊਜ਼ੀਲੈਂਡ ਨੇ ਇੰਨਾ ਵੱਡਾ ਐਗਜ਼ਾਮਪਲ ਸੈੱਟ ਕੀਤੀ ਹੈ ਦੁਨੀਆ ਦੇ ਵਿੱਚ। ਮੈਨੂੰ ਲੱਗਦਾ ਜੀ ਜਿਹੜੀ ਇਲੈਕਸ਼ਨ ਹੈਗੀ ਆ ਐਸੇ ਮਹੀਨੇ ਹੀ ਹੈ, ਜਸਿੰਡਾ ਆਰਡਨ ਲੱਗਦਾ ਕਿ ਸ਼ਾਇਦ ਦੁਬਾਰਾ ਫੇਰ ਪ੍ਰਾਈਮ ਮਿਨਿਸਟਰ ਬਣ ਜਾਏਗੀ ਜੀ, ਜਿਹੜੇ ਹਿਸਾਬ 'ਚ ਉਹਨਾਂ ਨੇ ਕੁਝ ਕੀਤਾ। ਬਿਲਕੁਲ ਸਰ, ਜਿਵੇਂ ਤੁਸੀਂ ਗੱਲ ਕੀਤੀ ਆ, ਜਦੋਂ ਮਿਸਟਰ ਬਾਈਡਨ ਤੇ ਮਿਸਟਰ ਟਰੰਪ ਦੀ ਡਿਬੇਟ ਹੋਈ ਸੀ, ਪਹਿਲੀ ਡਿਬੇਟ, ਕਹਿੰਦੇ ਉਸ ਰਾਤ ਬਹੁਤੇ ਜਿਹੜੇ ਆ ਅਮਰੀਕਨਸ ਇਹ ਸਰਚ ਮਾਰਨ ਲੱਗ ਗਏ ਸੀ ਕਿ ਕੈਨੇਡਾ ਅਸੀਂ ਕਿਵੇਂ ਮੂਵ ਹੋ ਸਕਦੇ ਹਾਂ। ਦੇਖੋ ਟਰੰਪ ਸਾਹਿਬ ਦੀ ਇਹ ਪੋਜ਼ਿਟਿਵਿਟੀ ਹੈ ਜੀ ਕਿ ਅਸੀਂ ਇੱਕ ਚੰਗਾ ਡੈਸਟੀਨੇਸ਼ਨ ਆ, ਜਿਹੜੇ ਕਿ ਬਹੁਤ ਅਮਰੀਕਨਸ ਸਾਡੇ ਕੰਟਰੀ ਨੂੰ ਆਉਣਾ ਚਾਹੁੰਦੇ ਨੇ ਬਿਕਾਜ਼ ਆਫ ਮਿਸਟਰ ਟਰੰਪ। ਆਏ ਤਾਂ ਮਿਸਟਰ ਟਰੰਪ ਨੇ ਬੜੀਆਂ ਪੋਜ਼ਿਟਿਵ ਗੱਲਾਂ ਕੀਤੀਆਂ ਨੇ ਜਿਹੜੀਆਂ, ਜਿਹਦੇ ਕਰਕੇ ਹੁਣ ਤੁਹਾਨੂੰ ਇੱਕ ਹੋਰ ਗੱਲ ਦੱਸਦਾ, ਜਿਹੜੇ ਆਮ ਨਿਊਜ਼ਪੇਪਰ ਨੇ, ਜਿਹੜਾ ਪੇਪਰ ਛਪਦਾ ਉਹਦੀ ਜਿਹੜੀ ਸਬਸਕ੍ਰਿਪਸ਼ਨ ਹੈ ਬਹੁਤ ਸਾਲਾਂ ਤੋਂ ਡਾਊਨ ਜਾ ਰਹੀ ਹੈ। ਜਿੱਦਣ ਦੇ ਟਰੰਪ ਸਾਹਿਬ ਆਏ ਨੇ 2016 ਤੋਂ, ਜਿਹੜੇ ਨਿਊਜ਼ਪੇਪਰ ਨਾਲ ਇਹਨਾਂ ਨੇ ਆਡਾ ਲਾਇਆ, ਨਿਊਯਾਰਕ ਟਾਈਮਸ ਹੈਗਾ, ਕਈ ਐਸੇ ਨੇ, ਉਹਨਾਂ ਸਾਰਿਆਂ ਦੀ ਸਬਸਕ੍ਰਿਪਸ਼ਨ ਬਹੁਤ ਜ਼ਿਆਦਾ ਵੱਧ ਗਈ ਹੈ। ਉਹ ਇਸ ਕਰਕੇ ਨਹੀਂ ਹੈ ਕਿ ਅਸੀਂ ਜ਼ਰੂਰ ਸਾਰੇ ਪੜ੍ਹਦੇ ਆ, ਹੁਣ ਤਾਂ ਆਪਾਂ ਆਨਲਾਈਨ ਪੜ੍ਹਦੇ ਆ, ਲੋਕਾਂ ਨੇ ਸਬਸਕ੍ਰਿਪਸ਼ਨ ਕਿਉਂ ਵਧਾਈ ਆ ਅਗੇਂਸਟ ਟਰੰਪ। ਉਹ ਕਹਿੰਦੇ ਜੇ ਇਹਨੂੰ ਚੰਗੀ ਨਹੀਂ ਲੱਗਦੀ ਤਾਂ ਅਸੀਂ ਉਹਦੀ ਸਬਸਕ੍ਰਿਪਸ਼ਨ ਹੋਰ ਵਧਾਉਣੇ ਹੈਗੇ। ਸੋ ਟਰੰਪ ਕਰਕੇ ਬੜੇ ਫਾਇਦੇ ਵੀ ਹੋਏ ਨੇ, ਪਰ ਇਹ ਜਿਹੜਾ ਨਿਊਜ਼ੀਲੈਂਡ ਆ ਇਹਨੇ ਜਿਹੜੀ ਗੱਲ ਕੀਤੀ ਆ, ਇਸੇ ਕਰਕੇ ਇਹ ਵਨ ਆਫ ਦਾ ਹੌਟ ਡੈਸਟੀਨੇਸ਼ਨ ਬਣ ਗਿਆ। ਲੋਕ ਉੱਥੇ ਮੂਵ ਹੋ ਕੇ ਸੈਟਲ ਹੋਣਾ ਚਾਹੁੰਦੇ। ਵੈਸੇ ਵੀ ਆਪਾਂ ਗਏ ਨਹੀਂ, ਮੈਂ ਤਾਂ ਨਹੀਂ ਗਿਆ, ਜੇ ਤੁਸੀਂ ਗਏ ਬਿਲਕੁਲ ਜੀ ਨਹੀਂ, ਅੱਛਾ ਮੇਰਾ ਵੀ ਸਬੱਬ ਨਹੀਂ ਬਣਿਆ। ਇਟਸ ਅ ਬਿਊਟੀਫੁਲ ਕੰਟਰੀ, ਜਿਹੜੇ ਹਿਸਾਬ ਕਹਿੰਦੇ ਛੋਟਾ ਜਿਹਾ ਮੁਲਕ ਹੈ, ਮੌਸਮ ਬੜਾ ਵਧੀਆ ਰਹਿੰਦਾ, ਉੱਥੇ ਇਕੱਲੇ ਕ੍ਰਿਕਟ ਨਹੀਂ ਜੀ ਖੇਡਦੇ, ਰਗਬੀ ਬੜੀ ਖੇਡਦੇ ਆ ਉੱਥੇ। ਬਿਲਕੁਲ ਸਰ, ਜੇ ਆਪਾਂ ਪੂਰੇ ਦੇਸ਼ਾਂ ਦੀ ਗੱਲ ਕਰੀਏ ਤਾਂ ਕਹਿੰਦੇ ਇਹਨਾਂ ਦੇਸ਼ਾਂ ਦੇ ਵਿੱਚ ਜਿਹੜਾ ਸਭ ਤੋਂ ਪਹਿਲੇ ਨੰਬਰ ਤੇ ਹੈਗਾ ਤਾਕਤਵਰ ਪਾਸਪੋਰਟ ਬਣਿਆ ਦੇ ਵਿੱਚ ਤਾਂ ਨਿਊਜ਼ੀਲੈਂਡ ਹੈਗਾ ਹੀ ਹੈ। ਇਸ ਤੋਂ ਬਾਅਦ ਦੂਸਰੇ ਨੰਬਰ ਤੇ ਜਰਮਨੀ, ਆਸਟਰੀਆ, ਸਵਿਟਜ਼ਰਲੈਂਡ, ਇੰਗਲੈਂਡ, ਸਾਊਥ ਕੋਰੀਆ, ਜਾਪਾਨ ਤੇ ਆਸਟ੍ਰੇਲੀਆ ਆਉਂਦੇ ਨੇ। ਤੇ ਇਸ ਤੋਂ ਇਲਾਵਾ ਇਹਨਾਂ ਦੇ ਪਾਸਪੋਰਟ ਧਾਰਕਾਂ ਨੂੰ 128 ਦੇਸ਼ਾਂ ਵਿੱਚ ਇਹ ਜਾ ਸਕਦੇ ਨੇ। ਤੀਸਰੇ ਨੰਬਰ ਦੀ ਗੱਲ ਕੀਤੀ ਜਾਵੇ ਤਾਂ ਤੀਸਰੇ ਨੰਬਰ ਤੇ ਸਵੀਡਨ, ਬੈਲਜੀਅਮ, ਫਰਾਂਸ, ਫਿਨਲੈਂਡ, ਇਟਲੀ ਤੇ ਸਪੇਨ ਦੇਸ਼ ਆਉਂਦੇ ਨੇ, ਜਿਹੜੇ ਕਿ ਇਹ ਪਾਸਪੋਰਟ ਧਾਰਕ 127 ਦੇਸ਼ਾਂ ਵਿੱਚ ਜਾ ਸਕਦੇ ਨੇ। ਭਾਰਤ ਦੀ ਗੱਲ ਕੀਤੀ ਜਾਵੇ ਤਾਂ ਇਹ 58ਵੇਂ ਨੰਬਰ ਤੇ ਆਉਂਦਾ, ਤੇ ਜੇ ਆਪਾਂ ਗੱਲ ਕਰੀਏ ਕੈਨੇਡਾ ਦੀ, ਕੈਨੇਡਾ ਚੌਥੇ ਨੰਬਰ ਤੇ ਆਉਂਦਾ ਆ। ਵਾਹ ਜੀ ਵਾਹ, ਕੀ ਬਾਤ ਹੈ। ਦੇਖੋ ਜੀ, ਸਾਡਾ ਫਰੈਂਕਲੀ ਜਿਹੜਾ ਕੰਟਰੀ ਹੈ ਜੀ, ਆਈ ਆਲਵੇਜ਼ ਸੇ ਵਨ ਆਫ ਦ ਬੈਸਟ ਪਲੇਸਿਸ ਟੂ ਲਿਵ, ਕਿਉਂਕਿ ਮੈਂ ਹੋਰ ਕੰਟਰੀਜ਼ ਨਾਲ ਕੰਪੇਅਰ ਨਹੀਂ ਕਰ ਸਕਦਾ ਜਿਹੜੇ ਸਾਡੇ ਨਾਲੋਂ ਬੈਟਰ ਹੈਗੇ ਕੰਟਰੀਜ਼, ਬਟ ਦਿਸ ਇਜ਼ ਸਟਿਲ ਵਨ ਆਫ ਦ ਬੈਸਟ ਪਲੇਸਿਸ ਟੂ ਲਿਵ, ਵਨ ਆਫ ਦ ਬੈਸਟ ਪਲੇਸਿਸ ਟੂ ਰੇਜ਼ ਯੂਰ ਕਿਡਸ, ਇਟਸ ਫॉर ਫਿਊਚਰ। ਇਸੇ ਕਰਕੇ ਬੜਾ ਵੱਡਾ ਡੈਸਟੀਨੇਸ਼ਨ ਹੈ। ਲੋਕ, ਅਸੀਂ ਅੱਗੇ ਇਮੀਗ੍ਰੇਸ਼ਨ ਦੀ ਗੱਲ ਵੀ ਕਰਾਂਗੇ, ਬੜਾ ਵਧੀਆ ਟਿਕਾਣਾ ਬਣਿਆ ਹੋਇਆ ਲੋਕਾਂ ਵਾਸਤੇ ਕਿ ਅਸੀਂ ਕੈਨੇਡਾ ਦੇ ਵਿੱਚ ਜਾ ਕੇ ਸੈਟਲ ਹੋਈਏ। ਐਂਡ ਨਿਊਜ਼ੀਲੈਂਡ, ਬਿਲਕੁਲ ਜੀ, ਨਿਊਜ਼ੀਲੈਂਡ ਦੇ ਨਾਲ ਹੀ ਅਸੀਂ ਮੁਲਕ ਦੀ ਗੱਲ ਕਰੀਏ ਆਸਟ੍ਰੇਲੀਆ ਦੀ, ਜਿਹਨੇ ਆਪਣੇ ਇਮੀਗ੍ਰੇਸ਼ਨ ਸਿਸਟਮ ਦੇ ਵਿੱਚ ਥੋੜੀਆਂ ਜਿਹੀਆਂ ਚੇਂਜਸ ਕੀਤੀਆਂ ਨੇ। ਇਹਨਾਂ ਚੇਂਜਸ ਦੇ ਬਾਰੇ ਵਿੱਚ ਗੱਲ ਕਰੀਏ ਤਾਂ ਇਹਨਾਂ ਨੇ ਪ੍ਰਾਇੋਰਟੀ ਸਭ ਤੋਂ ਪਹਿਲਾਂ ਆਪਣੇ ਸਿਟੀਜ਼ਨਸ ਨੂੰ ਦਿੱਤੀ ਹੈ, ਜਿਹੜੇ ਇੱਥੇ ਰਹਿਣ ਵਾਲੇ ਨੇ ਉਹਨਾਂ ਦੇ ਨਾਲ ਅੱਗੇ ਫੈਮਿਲੀ ਮੈਂਬਰਸ ਨੂੰ ਦਿੱਤੀ ਹੈ। ਇਸ ਤੋਂ ਇਲਾਵਾ ਜਿਹੜੇ ਸਪਾਊਸ ਨੇ ਉਹਨਾਂ ਲਈ ਇੰਗਲਿਸ਼ ਵੀ ਜਿਹੜੀ ਹੈ ਮੈਂਡੇਟਰੀ ਕਰ ਦਿੱਤੀ ਗਈ ਹੈ। ਕੁਝ ਬੈਂਡਸ ਦੀ ਲਿਮਿਟ ਉੱਥੇ ਰੱਖੀ ਗਈ ਹੈ। ਸਰ ਤੁਸੀਂ ਕਿਵੇਂ ਦੇਖਦੇ ਹੋ ਜਿਹੜਾ ਲੇਟੈਸਟ ਉਹਨਾਂ ਨੇ ਇਮੀਗ੍ਰੇਸ਼ਨ ਦੇ ਸਿਸਟਮ ਦੇ ਵਿੱਚ ਚੇਂਜਸ ਰੱਖੇ ਨੇ? ਦੇਖੋ, ਕੋਵਿਡ ਕਰਕੇ ਇਕਨੋਮੀ ਡਾਊਨ ਹੈ, ਉਹ ਜਿਹੜੀ ਇਹ ਨਵੀਂ ਉਹਨਾਂ ਦੀ ਪਾਲਿਸੀ ਆਈ ਹੈ, ਇਹਦੇ ਨਾਲ ਜਿਹੜੇ ਇਮੀਗ੍ਰੈਂਟਸ ਆ ਤਕਰੀਬਨ ਅੱਗੇ ਨਾਲੋਂ ਸ਼ਾਇਦ ਅੱਧੇ ਹੀ ਰਹਿ ਜਾਣਗੇ, ਜਿੰਨੇ ਕੁ ਨਵੇਂ ਆਉਣਗੇ ਅਗਲੇ ਸਾਲਾਂ ਦੇ ਵਿੱਚ। ਰੀਜ਼ਨ ਕਿ ਹਜੇ ਉਹਨਾਂ ਨੂੰ ਲੋਕਾਂ ਦੀ ਲੋੜ ਨਹੀਂ ਹੈ। ਇਹਦੇ ਵਿੱਚ ਜਿਹੜੇ ਖਾਸ ਕਰਕੇ ਜਿਹੜੇ ਸਪਾਊਜ਼ਲ ਵੀਜ਼ੇ ਹੈਗੇ ਆ, ਉਹਦਾ ਸ਼ਾਇਦ ਨੰਬਰ ਘਟ ਜਾਵੇ। ਹਜੇ ਉਹਨਾਂ ਨੇ ਜੋ ਕੁਛ ਕੀਤਾ, ਜਿਹੜੇ ਆਲਰੇਡੀ ਆਸਟ੍ਰੇਲੀਆ 'ਚ ਲੋਕ ਆ ਚੁੱਕੇ ਨੇ, ਉਹਨਾਂ ਨੂੰ ਇਮੀਗ੍ਰੇਸ਼ਨ ਦੇਣ ਬਾਰੇ ਉਹਨਾਂ ਨੇ ਜ਼ਿਆਦਾ ਜ਼ੋਰ ਦਿੱਤਾ, ਤੇ ਜਿਹੜੇ ਬਾਹਰੋਂ ਆਉਣਗੇ ਉਹਨਾਂ ਤੇ ਹਲੇ ਉਹਨਾਂ ਘੱਟ ਜ਼ੋਰ ਹੈਗਾ। ਇੱਕ ਗੱਲ ਮੈਨੂੰ ਬੜੀ ਚੰਗੀ ਲੱਗੀ ਹੈ ਕਿ ਉਹਨਾਂ ਨੇ ਇੰਗਲਿਸ਼ ਦੀ ਗੱਲ ਕੀਤੀ ਹੈ ਕਿ ਜਿਹਨੇ ਵੀ ਆਉਣਾ ਜਾਂ ਜਿਹਨੇ ਬਣਨਾ ਸਿਟੀਜ਼ਨ, ਉਹਨੂੰ ਇੰਗਲਿਸ਼ ਆਉਣੀ ਜ਼ਰੂਰੀ ਹੈ। ਬਿਲਕੁਲ, ਇੱਥੇ ਵੀ ਮੈਂ ਤਾਂ ਕਹਿੰਦਾ ਜੀ, ਜਿਹਨੇ ਵੀ ਸਿਟੀਜ਼ਨ ਬਣਨਾ ਜੀ, ਉਹਨੂੰ ਇੱਥੋਂ ਦੀ ਇੱਕ ਜ਼ੁਬਾਨ ਜ਼ਰੂਰ ਆਉਣੀ ਚਾਹੀਦੀ ਹੈ। ਬਿਨਾਂ ਜ਼ੁਬਾਨ ਤੋਂ ਇੱਥੋਂ ਦਾ ਸਿਟੀਜ਼ਨ ਬਣਨਾ ਮੇਰਾ ਖਿਆਲ ਨਹੀਂ ਹੈ ਕਿ ਇਹ ਕੋਈ ਠੀਕ ਗੱਲ ਹੈਗੀ। ਆਈ ਡੋਂਟ ਬਿਲੀਵ ਇਨ ਦੈਟ। ਤੁਸੀਂ ਜੇ ਸੋਚੀਏ ਤਰਨ, ਅਸੀਂ ਇੱਥੇ ਆਉਨੇ ਆ, ਮੈਂ ਇਕੱਲੀ ਆਪਣੀ ਕਮਿਊਨਿਟੀ ਦੀ ਗੱਲ ਨਹੀਂ ਕਰਦਾ, ਹੋਰ ਕਮਿਊਨਿਟੀਜ਼ ਵੀ ਆਉਂਦੀਆਂ ਨੇ, ਆ ਕੇ ਅੰਗਰੇਜ਼ੀ ਸਿੱਖਦੇ ਨਹੀਂ ਆ, ਇਟਾਲੀਅਨਸ ਹੈਗੇ ਨੇ ਬੜੇ ਆ, ਪੁਰਤਗੀਜ਼ ਹੈਗੇ ਨੇ, ਸਿੱਖਦੇ ਨਹੀਂ, ਸਾਰੀ ਸਾਰੀ ਉਮਰ ਰਹੀ ਜਾਂਦੇ ਆ, ਉਹੀ ਬੋਲੀ ਜਾਂਦੇ ਆ, ਤੇ
ਜਿਹੜੇ ਕੰਟਰੀ 'ਚ ਰਹਿੰਦੇ ਹੋ ਤੁਸੀਂ ਉੱਥੋਂ ਦੀ ਜ਼ਬਾਨ ਆਉਣਾ ਬਹੁਤ ਜ਼ਰੂਰੀ ਹੈ। ਬਿਲਕੁਲ। ਜੇ ਕੋਈ ਕੈਨੇਡੀਅਨ ਇੰਡੀਆ 'ਚ ਜਾ ਕੇ ਰਹਿੰਦਾ ਹੈ, ਉੱਥੇ ਉਹ ਅੰਗਰੇਜ਼ੀ ਨਹੀਂ ਬੋਲਦਾ ਹੈ, ਉਹ ਉੱਥੋਂ ਦੀ ਲੋਕਲ ਜ਼ਬਾਨ ਸਿੱਖੇਗਾ ਤਾਂ ਉੱਥੇ ਉਹਦਾ ਕੰਮ ਚੱਲੇਗਾ। ਜੇ ਅਸੀਂ ਇੱਥੇ ਆਉਨੇ ਆ, ਅਸੀਂ ਕਿਉਂ ਨਹੀਂ ਜ਼ਬਾਨ ਸਿੱਖਦੇ? ਜ਼ਬਾਨ ਸਾਨੂੰ ਇੱਥੇ ਫ੍ਰੀ ਸਿਖਾਈ ਜਾਂਦੀ ਹੈ, ਅਸੀਂ ਫੇਰ ਵੀ ਨਹੀਂ ਸਿੱਖਦੇ। ਮੇਰਾ ਖਿਆਲ ਹੈ ਇਹ ਕੰਡੀਸ਼ਨ ਹੋਣੀ ਚਾਹੀਦੀ ਹੈ। ਬਿਲਕੁਲ ਸਰ, ਜਿਵੇਂ ਤੁਸੀਂ ਗੱਲ ਕੀਤੀ ਆ, ਆਸਟ੍ਰੇਲੀਆ ਨੇ ਜਿਵੇਂ ਕੀਤਾ ਹੈ ਕਿ ਸਪਾਊਸ ਵੀਜ਼ਾ ਧਾਰਕ ਜਿਹੜੇ ਹੋਣਗੇ, ਜਿਹੜੇ ਸਪਾਊਸ ਹੋਣਗੇ, ਉਹਨਾਂ ਲਈ ਵੀ ਜਿਹੜਾ ਇੰਗਲਿਸ਼ ਦਾ ਟੈਸਟ ਆਇਲਟਸ ਮੈਂਡੇਟਰੀ ਕਰ ਦਿੱਤਾ ਗਿਆ। ਸੋ ਮੈਂ ਚਾਹੁੰਦੀ ਹਾਂ ਕਿ ਐਵੇਂ ਦੀ ਕੋਈ ਚੀਜ਼ ਜਿਹੜੀ ਹੈ ਕੈਨੇਡਾ ਵਿੱਚ ਵੀ ਲਾਗੂ ਹੋਣੀ ਚਾਹੀਦੀ ਆ। ਸਮਾਰਟ ਵਰਕ ਦੀ ਗੱਲ ਕਰਦੇ ਹਾਂ, ਜੇ ਤੁਸੀਂ ਪੜ੍ਹੇ ਲਿਖੇ ਹੋ, ਤੁਸੀਂ ਸਮਾਰਟ ਵਰਕ ਕੰਟਰੀ ਲਈ ਕਰ ਸਕਦੇ ਹੋ ਤਾਂ ਤੁਸੀਂ ਉਹਦੇ ਇਕਨੋਮੀ ਨੂੰ ਹੋਰ ਜ਼ਿਆਦਾ ਵਧੀਆ ਤਰੀਕੇ ਨਾਲ ਬੂਸਟ ਕਰ ਸਕਦੇ ਹੋ, ਆਪਣਾ ਯੋਗਦਾਨ ਪਾ ਸਕਦੇ ਹੋ। ਤੁਸੀਂ ਲੇਬਰ ਕਰਕੇ ਉਹਨਾਂ ਪੈਸਾ ਨਹੀਂ ਕਮਾ ਸਕਦੇ ਜਿੰਨਾ ਤੁਸੀਂ ਸਮਾਰਟ ਵਰਕ ਕਰਕੇ ਪੈਸਾ ਕਮਾ ਸਕਦੇ ਹੋ। ਸੋ ਹਰ ਚੀਜ਼ ਦੇ ਵਿੱਚ ਹੁਣ ਇੱਕ ਢਾਬੇ ਦਾ ਓਨਰ ਆ ਜਿਹੜਾ ਸਮਾਰਟ ਵਰਕ ਕੀਤਾ, ਜਿਹਨੇ ਢਾਬਾ ਖੋਲਿਆ ਤੇ ਉਹਨੇ ਅੱਗੇ ਉਸ ਨੂੰ ਚਲਾਇਆ। ਇੱਕ ਲੇਬਰ ਆ ਜਿਹੜੀ ਕਿ ਲਿਮਿਟਿਡ ਆਮਦਨ ਦੇ ਵਿੱਚ, ਜਿਹੜੀ ਪੜ੍ਹੀ ਲਿਖੀ ਨਾ ਹੋਣ ਦੇ ਕਰਕੇ ਉੱਥੇ ਲੇਬਰ ਦੀ ਜੌਬ ਕਰ ਰਹੀ ਆ। ਸੋ ਇਹ ਮੈਟਰ ਬਹੁਤ ਕਰਦਾ ਆ। ਇੱਥੇ ਵੀ ਮੈਂ ਚਾਹੂੰਗੀ, ਕਿਉਂਕਿ ਖਾਸ ਤੌਰ ਤੇ ਅਸੀਂ ਇੱਥੇ ਦੇਖਦੇ ਹਾਂ ਕਿ MBA ਪਾਸ ਕੁੜੀ ਹੁੰਦੀ ਹੈ ਜਿਹਦੇ ਲਈ +2 ਪਾਸ ਰਿਸ਼ਤਾ ਲੈ ਲਿਆ ਜਾਂਦਾ। ਫਰਕ ਕੀ ਹੁੰਦਾ ਹੈ ਕਿ ਤੁਸੀਂ ਉਹਨਾਂ ਦੀਆਂ ਫੀਸਾਂ ਦੇਵੋ ਤੇ ਤੁਹਾਡੇ +2 ਪਾਸ ਲੜਕੇ ਨੂੰ ਉਹ ਕੱਢੇਗੀ। ਜਿਹੜਾ ਆਲਰੇਡੀ +2 ਪਾਸ ਆ, ਜਿਹਦੇ ਕੋਲ ਕੋਈ ਐਜੂਕੇਸ਼ਨ ਨਹੀਂ ਹੈਗੀ, ਉਹ ਇੱਥੇ ਆ ਕੇ ਕੀ ਯੋਗਦਾਨ ਪਾਊਗਾ? ਸਰਕਾਰ ਨੂੰ ਇਹ ਚੀਜ਼ ਵੱਲ ਵੀ ਦੇਖਣਾ ਚਾਹੀਦਾ ਹੈ ਕਿ ਕਮ ਸੇ ਕਮ ਜਿਹੜੇ ਤੁਸੀਂ ਸਪਾਊਸ ਨੂੰ ਇਨਵਾਈਟ ਕਰ ਰਹੇ ਹੋ, ਉਹਨੂੰ ਵੀ ਨਾਲ ਆਉਣ ਦੀ ਇਜਾਜ਼ਤ ਦਿੱਤੀ ਜਾ ਰਹੀ ਹੈ। ਕਮ ਸੇ ਕਮ ਉਹਦਾ ਵੀ ਕੋਈ ਐਜੂਕੇਸ਼ਨਲ ਪਿੱਛੇ ਬੈਕਗ੍ਰਾਉਂਡ ਹੋਣਾ ਚਾਹੀਦਾ। ਉਹਦੇ ਉੱਤੇ ਵੀ ਥੋੜੀ ਬਹੁਤ ਦੇਖਣੀ ਚਾਹੀਦੀ ਹੈ ਕਿ ਉਹਦਾ ਇੰਗਲਿਸ਼ ਦੇ ਵਿੱਚ ਕਿੰਨਾ ਕੁ ਸਕੋਰ ਕਰ ਸਕਦਾ। ਇੱਕ ਦਰਸ਼ਕ ਸਾਡੇ ਨਾਲ ਜੁੜ ਗਏ ਨੇ। ਹੈਲੋ ਹੈਲੋ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਤਰੁਣ ਜੀ। ਮੈਂ 3 ਵਜੇ ਤੋਂ 4 ਵਜੇ ਦੇ ਵਿੱਚ ਫੋਨ ਬਹੁਤ ਵਾਰ ਕੀਤਾ ਇਮੀਗ੍ਰੇਸ਼ਨ ਦੇ ਬਾਰੇ ਪੁੱਛਣ ਜੀ, ਤੇ ਉਹ ਤੁਹਾਨੂੰ ਦਿੱਲੀ ਇਮੀਗ੍ਰੇਸ਼ਨ ਦੇ ਬਾਰੇ ਮਾਲੇ ਕੋਈ ਜਾਣਕਾਰੀ ਹੈ? ਸਰ, ਕਿਆ ਦਿੱਲੀ ਇਮੀਗ੍ਰੇਸ਼ਨ ਦੇ ਬਾਰੇ ਕੀ ਪੁੱਛਣਾ ਚਾਹੁੰਦੇ ਹੋ ਤੁਸੀਂ? ਮੇਰੇ ਲੜਕੇ ਨੇ ਅਪਲਾਈ ਕੀਤਾ ਆਪਣੇ ਵਾਈਫ ਨੂੰ, 3 ਮੰਥ ਹੋ ਗਏ, तो अभी तक मतलब कि कोई फाइल नंबर कोई मतलब कि कुछ नहीं आया है। सर, स्पाउस वीजे ਦੀ ਤੁਸੀਂ ਗੱਲ ਕਰ ਰਹੇ ਹੋ? ਹਾਂਜੀ ਹਾਂਜੀ। ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ। ਕਾਲ ਕਰਨ ਲਈ ਬਹੁਤ ਬਹੁਤ ਧੰਨਵਾਦ। ਵੈਸੇ ਦਰਸ਼ਕਾਂ ਨੂੰ ਇਹੀ ਅਪੀਲ ਹੈ ਕਿ ਜਦੋਂ ਜਿਹੜੇ ਪ੍ਰੋਗਰਾਮ 'ਚ ਅਸੀਂ ਇਮੀਗ੍ਰੇਸ਼ਨ ਦੀ ਗੱਲ ਕਰ ਰਹੇ ਹੁੰਦੇ ਹਾਂ, ਉਸ ਟਾਈਮ ਉਦੋਂ ਤੁਸੀਂ ਕਾਲ ਕਰੋ, ਜ਼ਿਆਦਾ ਬੈਟਰ ਹੈ। ਪਰ ਅੱਜ ਸਰ ਕਾਲਸ ਬਹੁਤ ਜ਼ਿਆਦਾ ਸੀ, ਜਿਸ ਕਰਕੇ ਅਸੀਂ ਜ਼ਿਆਦਾਤਰ ਕਾਲਸ ਨਹੀਂ ਲੈ ਸਕੇ। ਦਿੱਲੀ ਐਮਬੈਸੀ ਦੀ ਇਹਨਾਂ ਨੇ ਗੱਲ ਕੀਤੀ ਹੈ, 3 ਮਹੀਨੇ ਹੋਏ ਨੇ ਜੀ, ਅਜੇ ਕਾਫੀ ਸਮਾਂ ਲੱਗ ਰਿਹਾ ਕਿਉਂਕਿ ਬੈਕਲੌਗ ਵਿੱਚ ਕਾਫੀ ਜ਼ਿਆਦਾ ਐਪਲੀਕੇਸ਼ਨਸ ਹੈਗੀਆਂ ਨੇ। ਬਾਕੀ ਤੁਸੀਂ ਕੱਲ ਨੂੰ 3 ਤੋਂ ਲੈ ਕੇ 4 ਵਜੇ ਤੱਕ ਕਾਲ ਕਰ ਸਕਦੇ ਹੋ। ਅਸੀਂ ਕੱਲ ਨੂੰ ਦੁਬਾਰਾ ਇਮੀਗ੍ਰੇਸ਼ਨ ਬਾਰੇ ਵਿੱਚ ਗੱਲਬਾਤ ਕਰਾਂਗੇ, ਸੋ ਤੁਸੀਂ ਉਦੋਂ ਕਾਲ ਕਰ ਸਕਦੇ ਹੋ। ਗੱਲ ਕਰ ਰਹੇ ਸੀ ਸਰ ਆਪਾਂ ਸਪਾਊਸ ਵੀਜ਼ੇ ਵਿੱਚ ਇੰਗਲਿਸ਼ ਦੀ, ਜਿਵੇਂ ਅਸੀਂ ਗੱਲ ਕਰ ਰਹੇ ਸੀ। ਮੈਂ ਕਹਿੰਦੀ ਹਾਂ ਕਿ ਇੱਥੇ ਵੀ ਮੈਂਡੇਟਰੀ ਹੋਣੀ ਚਾਹੀਦੀ ਹੈ ਇੱਥੇ, ਕਿਉਂਕਿ ਅਸੀਂ ਦੇਖਦੇ ਹਾਂ ਕਿ ਵਿਦਆਊਟ ਇੰਗਲਿਸ਼ ਤੁਸੀਂ ਕੁਝ ਵੀ ਨਹੀਂ ਕਰ ਸਕਦੇ। ਤੁਸੀਂ ਨਾ ਕੋਈ ਕੰਮ ਕਰ ਸਕਦੇ ਹੋ, ਤੁਸੀਂ ਇੱਕ ਫੈਕਟਰੀ ਜੌਬ ਤੱਕ ਲਿਮਿਟਡ ਹੁੰਦੇ ਹੋ, ਕੋਈ ਅੱਗੇ ਤਰੱਕੀ ਬਾਰੇ ਨਹੀਂ ਸੋਚ ਸਕਦੇ। ਡਰਾਈਵਿੰਗ ਦੇ ਵਿੱਚ ਵੀ ਅੱਜ ਕੱਲ੍ਹ ਇੰਨੀ ਹਾਈਟੈਕ ਟੈਕਨੀਕਸ ਆ ਚੁੱਕੀਆਂ ਨੇ। ਤੁਸੀਂ ਲੌਗ ਬੁੱਕ ਵੀ ਭਰਨੀ ਆ, ਉਹਦੇ ਲਈ ਵੀ ਤੁਹਾਨੂੰ ਕੰਪਿਊਟਰ ਦੀ ਜ਼ਰੂਰਤ ਹੈਗੀ ਆ। ਤੁਸੀਂ ਸਾਈਨ ਬੋਰਡਸ ਪੜ੍ਹਨੇ ਆ, ਬਰੈਂਪਟਨ ਤੋਂ ਬਾਹਰ ਨਿਕਲ ਜਾਓ, ਹਰ ਜਗ੍ਹਾ ਤੁਹਾਨੂੰ ਪੰਜਾਬੀ ਨਹੀਂ ਮਿਲੇਗੀ। ਤੁਸੀਂ ਸਾਈਨ ਬੋਰਡਸ ਕਰਨਾ, ਤੁਸੀਂ ਮੈਪ ਵੇਖਣਾ, ਹਰ ਚੀਜ਼ ਲਈ ਤੁਹਾਨੂੰ ਇੰਗਲਿਸ਼ ਆਉਣੀ ਜ਼ਰੂਰੀ ਹੈ। ਸੋ ਜਿਨ੍ਹਾਂ ਨੂੰ ਨਹੀਂ ਆਉਂਦਾ, +2 ਪਾਸ ਨੇ, ਉਹ ਕਿੱਥੋਂ ਕਰ ਸਕਦੇ ਨੇ? +2 ਵੀ ਨਹੀਂ ਗਈ ਤਾਂ ਇਸ ਤੋਂ ਵੀ ਘੱਟ ਜਿਨ੍ਹਾਂ ਦੀ ਕੁਆਲੀਫਿਕੇਸ਼ਨ ਹੋਏਗੀ, ਸਿਰਫ ਪੈਸੇ ਦੇ ਸਿਰ ਦੇ ਉੱਤੇ ਵਿਆਹ ਕਰਵਾ ਕੇ ਇੱਥੇ ਪਹੁੰਚਦੇ ਨੇ। ਐਮਰਜੈਂਸੀ ਜੇ ਕੋਈ ਹੋ ਜਾਵੇ ਤਾਂ ਫਿਰ ਤੁਸੀਂ ਕੀ ਕਰੋਗੇ? ਬਾਹਰ ਐਕਸੀਡੈਂਟ ਹੋ ਜਾਂਦਾ, ਕਿਸੇ ਨੂੰ ਕੀ ਸਮਝਾਓਗੇ ਕੀ ਹੋਇਆ ਕੀ ਨਹੀਂ? ਜੇ ਤੁਸੀਂ ਕਿਸੇ ਦੀ ਹੈਲਪ ਕਰਨ ਲੱਗੇ ਹੋਏ ਤਾਂ ਕਿਵੇਂ ਸਮਝਾਓਗੇ? ਇਸ ਕੰਟਰੀ ਦੀਆਂ 2 ਲੈਂਗੁਏਜਸ ਨੇ, ਆਫੀਸ਼ੀਅਲ ਲੈਂਗੁਏਜਸ। ਤੁਹਾਨੂੰ ਇੱਕ ਜ਼ਰੂਰ ਆਉਣੀ ਚਾਹੀਦੀ ਹੈ। ਜੇ 2 ਨਹੀਂ ਆਉਂਦੀਆਂ, ਜੇ ਨਹੀਂ ਆਉਂਦੀ ਤਾਂ ਮੈਂ ਇੰਨਾ ਬਲੰਟ ਨਹੀਂ ਹੋਣਾ ਚਾਹੀਦਾ ਵੀ ਤੁਹਾਨੂੰ ਫਿਰ ਆਉਣ ਦਾ ਹੱਕ ਨਹੀਂ ਹੈ। ਤੁਸੀਂ ਆਪਦੇ ਭਲੇ ਵਾਸਤੇ, ਆਪਦੇ ਫਿਊਚਰ ਵਾਸਤੇ ਕਿਸੇ ਕੰਟਰੀ ਨੂੰ ਅਡਾਪਟ ਕਰ ਰਹੇ ਹੋ, ਤੇ ਤੁਸੀਂ ਉਸ ਕੰਟਰੀ ਦੀ ਜ਼ਬਾਨ ਕਿਉਂ ਨਹੀਂ ਅਡਾਪਟ ਕਰ ਸਕਦੇ? ਕਿਉਂ ਤੁਹਾਨੂੰ ਸਾਡੇ ਮੈਂ ਐਜ਼ ਅ ਕੈਨੇਡੀਅਨ, ਸਾਡੇ ਇੰਨੇ ਸੋਰਸਿਸ ਤੁਹਾਡੇ ਤੇ ਕਿਉਂ ਲਾਈ ਜਾਣ ਕਿ ਇੱਕ ਤਾਂ ਅਸੀਂ ਤੁਹਾਨੂੰ ਬੁਲਾਇਆ ਇੱਥੇ, ਉੱਤੇ ਅਸੀਂ ਤੁਹਾਡੇ ਤੇ ਅਸੀਂ ਹੋਰ ਸੋਰਸ ਲਾਈਏ ਵੀ ਤੁਸੀਂ ਜੇ ਕਿਤੇ ਨਹੀਂ ਆ ਤੁਹਾਨੂੰ ਅਸੀਂ ਇੰਟਰਪ੍ਰੀਟਰ ਦੀ ਕੁਛ ਹੋਰ ਦੇਈ? ਵਾਈ? ਤੁਸੀਂ ਇਸ ਕੰਟਰੀ 'ਚ ਆਏ ਹੋ। ਇਹ ਇੱਥੋਂ ਦੀਆਂ ਸਰਕਾਰਾਂ, ਇੱਥੋਂ ਦੀ ਕੋਈ ਵੀ ਪਾਰਟੀ ਇਹਨੂੰ ਇੰਗਲਿਸ਼ ਹੌਟ ਪੋਟੈਟੋ ਕਹਿੰਦੇ ਆ, ਇਹਨੂੰ ਕੋਈ ਟੱਚ ਕਰਨ ਨੂੰ ਤਿਆਰ ਨਹੀਂ ਹੈ। ਇਸ ਗੱਲ ਦੇ ਉੱਤੇ ਖਰਚਾ ਬਹੁਤ ਹੋਈ ਜਾ ਰਿਹਾ। ਪਰ ਜਿਹੜਾ ਵੀ ਕੋਈ ਬੰਦਾ ਇੱਥੇ ਆਉਂਦਾ, ਇੱਥੇ ਸੈਟਲ ਹੋਣ ਵਾਸਤੇ ਆਇਆ, ਉਹਨੂੰ ਇੱਥੋਂ ਦੀ ਜ਼ਬਾਨ ਆਉਣੀ ਬਹੁਤ ਜ਼ਰੂਰੀ ਹੈ। ਮੈਂ ਇਸ ਗੱਲ ਦੀ ਪ੍ਰੋੜਤਾ ਕਰਦਾ। ਔਨ ਟਾਪ ਆਫ ਦੈਟ, ਜਿਹੜੇ ਹੁਣ ਸਾਡੇ ਬਜ਼ੁਰਗ ਵੀ ਆਉਂਦੇ ਆ, ਚੰਗੀ ਗੱਲ ਆ ਸੁਸਾਇਟੀ ਦੇ ਵਿੱਚ। ਜੇ ਸਾਡੇ ਬਜ਼ੁਰਗ ਉੱਥੇ ਭਈਆਂ ਦੇ ਨਾਲ ਹਿੰਦੀ ਬੋਲਣੀ ਸਿੱਖ ਜਾਂਦੇ, ਸੌਰੀ ਮੈਂ ਭਈਆ ਸ਼ਬਦ ਵਰਤਿਆ, ਜਿਹੜੇ ਬਾਹਰੋਂ ਆਪਣੇ ਆਉਂਦੇ ਨੇ, ਉਹਨਾਂ ਨਾਲ ਹਿੰਦੀ ਬੋਲਣੀ ਦੀ ਕੁਛ ਨਾ ਕੁਛ ਆਪਦੀ ਕਰ ਸਕਦੇ ਆ, ਤਾਂ ਇੱਥੇ ਆ ਕੇ ਅੰਗਰੇਜ਼ੀ ਕਿਉਂ ਨਹੀਂ ਸਿੱਖ ਸਕਦੇ, ਜਿਹੜੀ ਕਿ ਅਸੀਂ ਫ੍ਰੀ ਸਿਖਾਉਂਦੇ ਆ? ਜੇ ਅਸੀਂ ਹੁਣ ਇਹ ਗੱਲ ਵੀ ਕਰ ਦਿੱਤੀ ਹੈ ਕਿ ਸਰਟਨ ਏਜ ਤੋਂ ਉੱਪਰ ਜੇ ਤੁਸੀਂ ਸਿਟੀਜ਼ਨਸ਼ਿਪ ਲੈਣੀ ਹੈ ਤਾਂ ਤੁਹਾਡਾ ਟੈਸਟ ਵੀ ਬਿਲਕੁਲ
ਇੱਥੋਂ ਦੀ ਜ਼ੁਬਾਨ ਦੇ ਵਿੱਚ ਨਹੀਂ ਹੈਗਾ, ਤੁਹਾਨੂੰ ਇੱਕ ਤਰ੍ਹਾਂ ਨਾਲ ਬਾਈਪਾਸ ਕੀਤਾ। ਉਹੀ ਸਰਕਾਰਾਂ ਨੇ ਕਿਉਂ ਵੋਟਾਂ ਲੈਣੀਆਂ ਨੇ। ਹਰ ਇੱਕ ਬੰਦੇ ਨੂੰ ਇੱਥੇ ਜਿਹੜੀ ਇੰਗਲਿਸ਼ ਹੈ ਜਾਂ ਫਰੈਂਚ ਹੈਗੀ ਹੈ ਉਹ ਆਉਣੀ ਬਹੁਤ ਜ਼ਰੂਰੀ ਹੈ। ਫਿਰ ਤੁਸੀਂ ਕਹਿੰਦੇ ਹੋ ਮੈਂ ਕੱਲ ਇੱਕ ਦੂਸਰੇ ਪ੍ਰੋਗਰਾਮ ਸੀ ਆਪਣਾ ਸੀਨੀਅਰਸ ਦਾ, ਹਾਂਜੀ ਆਪਾਂ ਇਹਦੇ ਬਾਰੇ ਗੱਲ ਕਰਾਂਗੇ। ਇੱਕ ਦਰਸ਼ਕ ਪਹਿਲਾਂ ਜੁੜ ਗਏ ਨੇ। ਹੈਲੋ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਰ, ਕਿੱਥੋਂ ਬੋਲ ਰਹੇ ਹੋ? ਮੈਂ ਕਲਗਰੀ ਤੋਂ ਬੋਲ ਰਿਹਾ। ਸਵਾਗਤ ਹੈ ਜੀ ਪ੍ਰੋਗਰਾਮ। ਸਰ ਕੀ ਕਹਿਣਾ ਚਾਹੋਗੇ? ਮੈਂ ਗੱਲ ਕਰਨੀ ਸੀ ਜਿਹੜਾ ਵਿਸ਼ਾ ਚੱਲਦਾ ਤੇ ਜਿਹੜੇ ਕਹਿ ਰਹੇ ਆ ਵੀ ਇਹ ਘੱਟ ਕੁਆਲੀਫਾਈਡ ਉਹ ਕੈਨੇਡਾ 'ਚ ਨਹੀਂ ਹੋਣੇ ਚਾਹੀਦੇ ਜੀ ਜੀ, ਤੇ ਇਹ ਡਿਵੈਲਪੀ ਘੱਟ ਕੁਆਲੀਫਾਈਡ ਨਾ ਹੋਇਆ ਵਾ। ਕਿਹੜੇ ਬੰਦਿਆਂ ਦੀ PhD ਕੀਤੀ ਸੀ ਜਿਹੜੇ ਇੱਥੇ ਰਿਫਿਊਜੀ ਆਏ ਸੀ? ਜਦੋਂ ਥੋੜਾ ਜਿਹਾ ਨਾ ਆ ਕੇ ਨਾ ਬਾਹਲੇ ਸਿਆਣੇ ਨਾ ਬਣ ਜਾ ਕਰੋ। ਇਹਨਾਂ ਨੂੰ ਕਹਿ ਵੀ ਆਪਦੀ ਜਿੰਨੀ ਕੁ ਲਿਮਟ ਆ ਉਨੀ ਕੁ ਸਿਆਣਪ ਰੱਖਿਆ ਕਰੋ। ਵੀ ਜੇ ਇਹਦਾ ਮਤਲਬ ਜੇ ਤੁਸੀਂ ਆ ਗਏ ਤਾਂ ਕੋਈ ਹੋਰ ਹੋਣਾ ਨਹੀਂ ਚਾਹੀਦਾ। ਤੁਸੀਂ ਇਹ ਦੱਸੋ ਕਿ ਕੋਈ +2 ਪਾਸ ਇੱਥੋਂ ਦਾ ਕੋਈ ਨੇਤਾ ਬਣਿਆ ਹੋਵੇ, ਜਿੰਨੇ ਵੀ ਉਸ ਵਕਤ ਉੱਪਰ ਤੱਕ ਪਹੁੰਚੇ ਹੋਏ ਨੇ ਪੋਲੀਟੀਸ਼ੀਅਨਸ ਸਾਰੇ ਕੋਈ ਨਾ ਕੋਈ ਵਰਕਿੰਗ ਹੋਏ ਹੋਏ ਨੇ। ਪੜ੍ਹੇ ਲਿਖੇ ਬਣਦੇ ਹੋ, ਵੋਟ ਪਾਉਣ ਦਾ ਗੱਲ ਵੱਖਰੇ, ਆਉਣ ਦਾ ਇੱਥੇ ਗੱਲ ਚੱਲ ਰਹੀ ਹੈ ਟੌਪਿਕ ਆਉਣ ਦੀ। ਸਰ ਗੱਲ ਇਹ ਹੈ ਕਿ ਪੰਜਾਬ ਤੋਂ ਦੇਖੋ, ਪੰਜਾਬ ਤੋਂ ਇੱਥੋਂ ਬਚ ਕੇ ਆਏ ਆ, ਪੰਜਾਬ ਤੋਂ ਪਿੱਛੇ ਛੱਡ ਕੇ ਆਏ ਆ। ਜੇ ਇੱਥੇ ਪੰਜਾਬੀ ਉਹ ਸਾਰਾ ਕੁਝ ਬਣਾਉਣਾ, ਪੰਜਾਬ ਹੀ ਪੂਰਾ ਬਣਾਉਣਾ, ਤਾਂ ਫਿਰ ਪਿੱਛੇ ਬੈਠੇ ਜ਼ਿਆਦਾ ਬੈਟਰ ਸੀ। ਨਹੀਂ ਜੇ ਤੁਹਾਨੂੰ ਨਹੀਂ ਚੰਗਾ ਲੱਗਦਾ ਮੁੜ ਜਾਓ ਪਿੱਛੇ। ਸਰ ਮੈਂ ਤਾਂ ਗੱਲ ਉਹਨਾਂ ਦੀ ਕਰ ਰਹੀ ਹਾਂ ਨਾ ਜਿਹੜੇ ਇੱਥੇ ਆ ਕੇ ਪੰਜਾਬੀ ਦੇ ਵਿੱਚ ਲੱਗੇ ਹੋਏ ਨੇ। ਜਿਹੜੇ ਪੰਜਾਬੀ 'ਚ ਲੱਗੇ, ਸਾਡੀ ਭਾਸ਼ਾ ਅਸੀਂ ਜਿਵੇਂ ਮਰਜ਼ੀ ਵਰਤੇ। ਜੇ ਅਸੀਂ ਨੇਟਿਵ ਨੂੰ ਕਹਿੰਦੇ ਉਹਨਾਂ ਦੀ ਲੈਂਗੁਏਜ ਚੱਲਣੀ ਚਾਹੀਦੀ ਆ, ਤੇ ਜੇ ਇਹਨਾਂ ਦੀ ਭਾਸ਼ਾ ਆ ਜੂਗੀ ਤਾਂ ਫਿਰ ਕੀ ਹੋ ਜੂ? ਸਰ ਆਫੀਸ਼ੀਅਲ ਲੈਂਗੁਏਜ ਦੀ ਗੱਲ ਕਰ ਰਹੇ ਆ, ਕਿੰਨੀਆਂ ਕਿ ਤਰੱਕੀਆਂ ਕਰਨੀਆਂ ਪੰਜਾਬੀ ਇਕੱਲੀ ਬੋਲ ਕੇ। ਜਿਹੜਾ ਪੰਜਾਬੀ ਬੋਲਦਾ ਇਹਦਾ ਮਤਲਬ ਇਹ ਨਹੀਂ ਕਿ ਉਹ ਅਨਪੜ੍ਹ ਹੈ। ਅਸੀਂ ਤਾਂ ਕਿਹਾ ਹੀ ਨਹੀਂ ਜੀ। That means they have a second language। ਇਹ ਤਾਂ ਕਿਹਾ ਹੀ ਨਹੀਂ ਜੀ। ਅਸੀਂ ਤਾਂ ਸਾਰੀ ਕੋਈ ਕਹਿ ਹੀ ਨਹੀਂ ਰਿਹਾ ਸੀ, ਤਾਂ ਇਹ ਕਹਿ ਰਹੇ ਕਿ ਜਿਨ੍ਹਾਂ ਨੂੰ ਸਾਈਨ ਤੱਕ ਨਹੀਂ ਪੜ੍ਹਨੇ ਆ ਰਹੇ। ਜਿਹੜੀ ਇੱਥੋਂ ਤੁਸੀਂ ਇਹ ਦੱਸੋ ਸਰ ਵਿਦਆਊਟ ਇੰਗਲਿਸ਼, ਤੁਸੀਂ ਇਹ ਦੱਸੋ ਵਿਦਆਊਟ ਇੰਗਲਿਸ਼ ਤੁਸੀਂ ਇੱਥੇ ਸਰਵਾਈਵ ਕਰ ਸਕਦੇ ਹੋ? ਮੇਰੀ ਗੱਲ ਸੁਣੋ ਧਿਆਨ ਨਾਲ, ਮੇਰੀ ਗੱਲ ਸੁਣੋ ਧਿਆਨ ਨਾਲ ਇੱਕ ਮਿੰਟ। ਜਦੋਂ ਅਸੀਂ ਆਏ ਆ ਉਦੋਂ ਜਿਹੜੇ ਬੰਦੇ ਆਏ ਸੀ ਉਹਨਾਂ ਨੂੰ ਕਿੰਨੇ % ਬੰਦੇ ਸੀ ਜਿਨ੍ਹਾਂ ਨੂੰ ਇੰਗਲਿਸ਼ ਨਹੀਂ ਸੀ ਆਉਂਦੀ? ਸਰ ਤੁਸੀਂ ਇਹ ਦੱਸੋ ਵਿਦਆਊਟ ਇੰਗਲਿਸ਼ ਤੁਸੀਂ ਇੱਥੇ ਸਰਵਾਈਵ ਕਰ ਸਕਦੇ ਹੋ? ਵਿਦਆਊਟ ਇੰਗਲਿਸ਼ ਕਿਉਂ ਨਹੀਂ ਸਰਵਾਈਵ ਕਰ ਸਕਦੇ? ਕਿੰਨੇ ਲੋਕ ਆ ਜਿਹੜੇ ਵਿਦਆਊਟ ਇੰਗਲਿਸ਼ ਸਰਵਾਈਵ ਕਰਦੇ ਆ? ਕਿਸ ਤਰੀਕੇ ਦਾ ਸਰਵਾਈਵ ਕਰ ਰਹੇ ਹੋ? ਤੁਸੀਂ ਇੱਕ ਲੇਬਰ ਜੌਬ ਕਰ ਰਹੇ ਹੋ, ਕੀ ਤੁਸੀਂ ਲੇਬਰ ਜੌਬ ਕਰਕੇ ਖੁਸ਼ ਹੋ? ਮੈਂ ਤੁਹਾਨੂੰ ਦੱਸਦਾ, ਮੈਂ ਜਦੋਂ ਆਇਆ ਮੈਨੂੰ ਇੰਗਲਿਸ਼ ਦਾ ਵਰਡ ਨਹੀਂ ਸੀ ਆਉਂਦਾ, ਰਾਈਟ? ਇਸ ਵਕਤ ਮੈਂ ਟੌਪ ਦੀ ਜੌਬ ਕਰ ਰਿਹਾ। ਤੁਸੀਂ ਇਹ ਕਿ ਬੰਦੇ ਲੈਂਗੁਏਜ ਨਹੀਂ ਸਿੱਖ ਸਕਦੇ? ਤੇ ਉਹੀ ਤਾਂ ਅਸੀਂ ਗੱਲ, that is what we are talking about। ਅਸੀਂ ਤਾਂ ਇਹੀ ਗੱਲ ਕਰ ਰਹੇ ਹਾਂ ਕਿ no you guys saying ਜਿਹੜੇ ਇੰਡੀਆ ਤੋਂ ਅਨਪੜ੍ਹ ਆਉਣੇ ਨਹੀਂ ਚਾਹੀਦੇ। ਅਸੀਂ ਗੱਲ ਕਰ ਰਹੇ ਹਾਂ ਇੰਗਲਿਸ਼, ਅਸੀਂ ਇੰਗਲਿਸ਼ ਲੈਂਗੁਏਜ ਦੀ ਗੱਲ ਕਰ ਰਹੇ ਹਾਂ। ਅਸੀਂ ਇੰਗਲਿਸ਼ ਲੈਂਗੁਏਜ ਦੀ, we are not talking about education। ਇੱਥੇ ਆ ਕੇ ਬੰਦਾ ਸਿੱਖਦਾ। ਹਾਂ ਇੱਥੇ ਆ ਕੇ ਤਾਂ ਸਿੱਖ ਲਓ। ਤੁਹਾਨੂੰ ਉੱਥੇ ਵਧੀਆ ਸਕੂਲ ਮਿਲ ਗਿਆ, ਉੱਥੇ ਤੁਸੀਂ ਪੜ੍ਹ ਲੈ ਕੇ ਆਏ, ਤੁਸੀਂ ਦੂਜਿਆਂ ਨੂੰ ਇੱਥੇ ਮੂਰਖੀ ਸਮਝਦੇ ਆ। ਅਸੀਂ ਸਰ ਤੁਹਾਡੀ ਪਹਿਲੀ ਤੇ ਗੱਲ ਆਪਣੀ ਥੋੜੀ ਜੀ ਲੈਂਗੁਏਜ ਨੂੰ ਤੁਸੀਂ ਪਲੀਜ਼ ਕੰਟਰੋਲ ਕਰੋ। ਸੋ ਅਸੀਂ ਇਹ ਨਹੀਂ ਚਾਹਾਂਗੇ। ਬਹੁਤ ਬਹੁਤ ਸ਼ੁਕਰੀਆ ਜੀ ਗੱਲ ਕਰਨ ਦੇ ਲਈ। ਜਿਵੇਂ ਕਿ ਗੱਲ ਕਰਨੇ ਸਾਡੇ ਦਰਸ਼ਕ ਇਸ ਵਕਤ ਕਾਫੀ ਗਰਮ ਹੋ ਰਹੇ ਨੇ, ਤੁਹਾਨੂੰ ਦੱਸ ਦਈਏ ਨਾ ਤਾਂ ਇੱਥੇ ਅਨਪੜ੍ਹਤਾ ਦੀ ਗੱਲ ਹੋ ਰਹੀ ਹੈ ਨਾ ਕੁਝ ਹੋਰ। ਅਸੀਂ ਕੁਆਲੀਫਿਕੇਸ਼ਨ ਦੀ ਗੱਲ ਕਰ ਰਹੇ ਹਾਂ। ਇੱਥੇ ਆ ਕੇ +2 ਪਾਸ ਦੀ ਜੇ ਅਸੀਂ ਗੱਲ ਕਰਾਂ, ਕਿਸੇ ਨੂੰ ਇੰਗਲਿਸ਼ ਨਹੀਂ ਆਉਂਦੀ, ਐਕਸੀਡੈਂਟਸ ਕਿਉਂ ਹੋ ਰਹੇ ਨੇ, ਸਾਈਨ ਬੋਰਡਸ ਨਹੀਂ ਪੜ੍ਹਨੇ ਆ ਰਹੇ, ਕੁਝ ਨਹੀਂ ਕਰਨਾ ਆ ਰਿਹਾ, ਤਾਂ ਤੁਸੀਂ ਗੱਲ ਕਰ ਰਹੇ ਹੋ ਇੱਥੇ ਕਿ ਇੰਗਲਿਸ਼ ਤੇ ਨਹੀਂ ਆਉਣੀ ਚਾਹੀਦੀ ਹੈਗੀ ਇੱਥੇ। ਜੇ ਤੁਸੀਂ ਪੰਜਾਬ ਵਰਗਾ ਮਾਹੌਲ ਇੱਥੇ ਹੀ ਕ੍ਰੀਏਟ ਕਰਨਾ ਤਾਂ ਤੁਸੀਂ ਫਿਰ ਪੰਜਾਬ ਵਿੱਚ ਰਹੋ। ਪੰਜਾਬੀ ਬੋਲਣੀ ਹੈ ਤਾਂ ਪੰਜਾਬ ਵਿੱਚ ਰਹਿ ਕੇ ਬੋਲੋ। ਜੀ ਸਰ ਦੇਖੋ ਗੱਲ ਇਹ ਹੈ, ਜਿਹੜੀ ਅਸੀਂ ਇਹ ਗੱਲ ਕਹੀ ਨਹੀਂ ਜੀ ਬਿਲਕੁਲ ਵੀ। ਅਸੀਂ ਇਹ ਕਹਿੰਦੇ ਹਾਂ ਕਿ ਇੱਥੋਂ ਜੇ ਆਉਣਾ ਤਾਂ ਇੱਥੇ ਆ ਕੇ ਸਿਖਾਈ ਜਾਂਦੀ ਹੈ, ਤੁਹਾਨੂੰ ਸਿੱਖਣੀ ਚਾਹੀਦੀ ਹੈ। ਜਿਹੜਾ ਨਹੀਂ ਸਿੱਖਦਾ ਉਹਦੀ ਪ੍ਰੋਬਲਮ ਹੈ, ਕਿਉਂਕਿ ਤੁਸੀਂ ਜਦੋਂ ਇੱਥੋਂ ਦੀ ਆਫੀਸ਼ੀਅਲ ਲੈਂਗੁਏਜ ਦੇ ਵਿੱਚ ਸਾਨੂੰ ਜ਼ਰੂਰ ਇੱਥੋਂ ਦਾ ਚਾਹੀਦਾ ਕਿ ਅਸੀਂ ਕਮਿਊਨੀਕੇਟ ਕਰ ਸਕੀਏ। ਬ੍ਰਹਮ ਸਾਡੇ ਗੁਰੂ ਮਹਾਰਾਜ ਨੇ ਕਿਹਾ, ਸਾਡੀ ਗੁਰਬਾਣੀ ਕਹਿੰਦੀ ਹੈ ਸਾਨੂੰ ਤਾਂ ਸਿੱਖਿਆ ਭਾਈ ਜਿੰਨੀਆਂ ਭਾਸ਼ਾਵਾਂ ਸਿੱਖ ਹੁੰਦੀਆਂ ਥੋੜੀਆਂ। ਕਿਹੜਾ ਮੂਰਖ ਕਹਿੰਦਾ ਜਿਹੜਾ ਜੈਸਾ ਦੇਸ਼ ਹੋ ਗਿਆ ਭੇਸ਼ ਭਾਈ। ਇੰਗਲਿਸ਼ ਵਰਲਡ ਵਾਈਡ ਚੱਲਦੀ ਆ, ਬਿਨਾਂ ਇੰਗਲਿਸ਼ ਤੋਂ ਤੁਸੀਂ ਕੈਨੇਡਾ ਕਿਸੇ ਕੰਮ ਦੇ। ਇੰਗਲਿਸ਼ ਬਹੁਤ ਇੰਪੋਰਟੈਂਟ ਹੈ। ਇਹ ਨਹੀਂ ਕਿ ਤੁਸੀਂ ਆਪਣੀ ਭਾਸ਼ਾ ਤੋਂ ਜਦ ਤੁਹਾਨੂੰ ਇੰਗਲਿਸ਼ ਬੋਲ, ਪੰਜਾਬੀ ਦਾ ਬੰਦਾ ਪੰਜਾਬ ਵਾਲਾ ਵੈਸੇ ਹੀ ਸਿੱਖ ਜਾਂਦਾ। ਨਹੀਂ ਵੈਸੇ ਇੰਗਲਿਸ਼ ਆ। ਹਾਂ ਨਹੀਂ, ਅਸੀਂ ਗੱਲ ਇਹ ਕਰ ਰਹੇ ਹਾਂ ਜੀ ਕਿ ਜਦੋਂ ਇਸ ਕੰਟਰੀ ਦੇ ਵਿੱਚ ਆਉਣਾ, ਇਸ ਕੰਟਰੀ ਦੇ ਵਿੱਚ ਰਹਿਣਾ, ਇਸ ਕੰਟਰੀ 'ਚ ਕੰਮ ਕਰਨਾ, ਤਾਂ ਇਸ ਕੰਟਰੀ ਦੀ ਭਾਸ਼ਾ ਸਾਨੂੰ ਆਉਣੀ ਚਾਹੀਦੀ ਹੈ। ਮੈਂ ਉਹ ਨਹੀਂ ਕਹਿੰਦਾ ਸਾਨੂੰ ਫਲੂਐਂਟ ਆਉਣੀ ਚਾਹੀਦੀ ਹੈ, ਸਾਨੂੰ ਇੰਨੀ ਭਾਸ਼ਾ ਜ਼ਰੂਰ ਆਉਣੀ ਚਾਹੀਦੀ ਹੈ ਕਿ ਅਸੀਂ ਕਮਿਊਨੀਕੇਟ ਕਰ ਸਕੀਏ। ਸਾਡੇ 'ਚ ਬਹੁਤ ਐਸੇ ਲੋਕ ਨੇ ਜਿਹੜੇ ਸਾਰੀ ਉਮਰ ਉਸ ਭਾਸ਼ਾ ਨੂੰ ਸਿੱਖਣ ਦੀ ਕੋਸ਼ਿਸ਼ ਹੀ ਨਹੀਂ ਕਰ ਰਹੇ। ਕਿਉਂ ਨਹੀਂ ਕਰ ਰਹੇ ਭਾਈ? ਕਿਉਂਕਿ ਵੀ ਕੋਈ ਪ੍ਰੋਬਲਮ ਆ ਸਕਦੀ ਹੈ, ਕੁਛ ਵੀ ਹੋ ਸਕਦਾ ਹੈ।
ਹਾਂਜੀ। ਜਿੰਨੇ ਵੀ ਸਾਈਨ ਬੋਰਡ ਆ ਸੜਕ ਤੇ ਜਾਂਦੇ ਹੋਏ ਉਹ ਸਾਰੇ ਇੰਗਲਿਸ਼ ਚ ਆ। ਜੇ ਤੁਹਾਨੂੰ ਇੰਗਲਿਸ਼ ਆਉਂਦੀ ਹੋ ਨਹੀਂ ਤੁਹਾਨੂੰ ਕਿੱਦਾਂ ਪਤਾ ਲੱਗ ਜੂਗਾ ਲੈਫਟ ਰਾਈਟ ਹੋਰ ਕਿੰਨੇ ਟਰਨ ਆ, ਹਾਂਜੀ। ਕਿੰਨਾ ਕੁਛ ਆ, ਕਿੰਨਾ ਅਲਫਾਬੈਟਸ ਆ, ਲਾਇਸੈਂਸ ਲੈਣ ਜਾਣਾ ਵਾ ਤੁਸੀਂ ਉਰੇ ਬਹੁਤ ਗੱਲਾਂ ਨੇ ਜਿਹੜੀ ਤੁਹਾਨੂੰ ਇੰਗਲਿਸ਼ ਚ ਕਰਨੀਆਂ ਪੈਂਦੀਆਂ ਨੇ। ਫਿਰ ਤੁਸੀਂ ਨਾਲ ਦੇ ਨੂੰ ਫੋਨ ਫੜਾਉਂਦੇ ਹੋ ਕਿ ਭਾਈ ਪੰਜਾਬੀ ਲੈ ਕੇ ਆਓ, ਕੋਈ ਪੰਜਾਬੀ ਲੈ ਕੇ ਆਓ। ਜਾਇਜਾ ਕੰਟਰੀ ਆ, ਠੀਕ ਆ, ਸਾਡੀ ਪੰਜਾਬੀ ਦੀ ਬਹੁਤ ਰਿਸਪੈਕਟ ਕਰਦੇ ਆ, ਪਰ ਇਹੋ ਜਿਹੇ ਬੰਦਿਆਂ ਦਾ ਤਾਂ ਫੋਨ ਹੀ ਨਹੀਂ ਚੱਕੀਦਾ। ਨਹੀਂ ਐਸੀ ਕੋਈ ਗੱਲ ਨਹੀਂ। ਸਾਡੇ ਵਿਚਾਰ ਜਾਣਨੇ ਜ਼ਰੂਰੀ ਨੇ। ਆਪ ਜੀ ਦਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਂਝੇ ਕੀਤੇ ਨੇ। ਇਸੇ ਕਰਕੇ ਚਾਹੁੰਦੇ ਆ ਵੀ ਤੁਸੀਂ ਸਾਡੇ ਨਾਲ ਗੱਲਬਾਤ ਕਰੋ। ਸਰ ਪੰਜਾਬੀ ਦੀ ਇੱਥੇ ਗੱਲ ਆ, ਪੰਜਾਬੀ ਚ ਅਸੀਂ ਵੀ ਸ਼ੋਅ ਕਰ ਰਹੇ ਹਾਂ, ਵੀ ਆਰ ਟਾਕਿੰਗ ਇਨ ਪੰਜਾਬੀ, ਪੰਜਾਬੀ ਚ ਸ਼ੋਅ ਗੱਲ ਕਰ ਰਹੇ ਆ, ਪਰ ਜਿਸ ਦੇਸ਼ ਚ ਰਹਿ ਰਹੇ ਉੱਥੋਂ ਦੀ ਲੈਂਗੁਏਜ ਆਉਣੀ ਤੁਹਾਨੂੰ ਜ਼ਰੂਰੀ ਹੈ। ਇੱਕ ਦਰਸ਼ਕ ਹੋਰ ਜੁੜ ਗਏ ਨੇ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਇਹ ਤੁਸੀਂ ਹੋ ਜੀ? ਜੀ ਸਰ, ਕਿੱਥੋਂ ਬੋਲ ਰਹੇ ਹੋ ਜੀ? ਟ੍ਰਾਂਟੋ ਤੋਂ ਮੈਨੂੰ ਲੱਗਦਾ ਹੈ, ਮੈਂ ਬੀਸੀ ਤੋਂ ਬੋਲਦਾ ਹਾਂ। ਟ੍ਰਾਂਟੋ ਤੋਂ ਤੁਹਾਡਾ ਚੈਨਲ ਹੈ। ਹਾਂਜੀ, ਦੱਸੋ ਸਰ, ਕੀ ਕਹਿਣਾ ਚਾਹੁੰਦੇ ਹੋ? ਕੀ ਕਹਿਣਾ ਚਾਹੁੰਦੇ ਹੋ? ਮੈਂ ਤਾਂ ਉਹ ਕਹਿਣਾ ਚਾਹੁੰਦਾ ਤੁਹਾਡੇ ਨਾਲ ਕਿਉਂ ਬੇਟਾ ਤੁਹਾਨੂੰ ਫ੍ਰੈਂਚ ਆਉਂਦੀ ਆ? ਸਰ ਐਟਲੀਸਟ ਸਾਨੂੰ ਇੰਗਲਿਸ਼ ਆਉਂਦੀ ਹੈ। ਮੈਨੂੰ 20 ਸਾਲ ਹੋ ਗਏ ਡਰਾਈਵਿੰਗ ਕਰਦੇ ਨੂੰ ਇੱਥੇ। ਹਾਂਜੀ। ਤੇ ਤੁਹਾਨੂੰ ਫ੍ਰੈਂਚ ਆਉਂਦੀ ਹੈ? ਨਹੀਂ ਕਹਿਣਾ ਸੀਗਾ ਸਰ ਮੈਨੂੰ ਇੰਗਲਿਸ਼ ਐਟਲੀਸਟ ਜ਼ਰੂਰ ਆਉਂਦੀ ਹੈ, ਮੈਨੂੰ ਇੰਟਰਪ੍ਰੀਟਰ ਦੀ ਲੋੜ ਨਹੀਂ ਪੈਂਦੀ, ਮੈਨੂੰ ਇੰਗਲਿਸ਼ ਜ਼ਰੂਰ ਆਉਂਦੀ ਹੈ। ਸ਼ੁਕਰੀਆ ਜੀ। ਅਸੀਂ ਇਹ ਗੱਲ ਕਹੀ ਨਹੀਂ, ਅਸੀਂ ਕਿ ਦੋਨਾਂ ਜ਼ਬਾਨਾਂ ਚੋਂ ਇੱਕ ਜ਼ਬਾਨ ਆਉਣੀ ਚਾਹੀਦੀ ਹੈ। ਅਸੀਂ ਕਿਹਾ ਹੀ ਨਹੀਂ ਹੈ ਵੀ ਤੁਹਾਨੂੰ ਫ੍ਰੈਂਚ ਆਉਣੀ ਚਾਹੀਦੀ ਹੈ ਜੀ ਜਾਂ ਇੰਗਲਿਸ਼ ਆਉਣੀ ਚਾਹੀਦੀ ਹੈ। ਇੱਕ ਜ਼ਬਾਨ ਆਫੀਸ਼ੀਅਲ ਆਉਣੀ ਚਾਹੀਦੀ ਹੈ ਜੀ। ਬਿਲਕੁਲ, ਇੱਕ ਦਰਸ਼ਕ ਹੋਰ ਜ਼ਰੂਰ ਆ ਚੁੱਕੇ ਨੇ। ਹੈਲੋ, ਹਾਂਜੀ, ਉਹ ਭਾਈ ਸਾਹਿਬ ਦਾ ਫੋਨ ਆਇਆ ਸੀ ਤਰਨ ਜੀ, ਇਸ ਕਰਕੇ ਮੈਨੂੰ ਦੁਬਾਰਾ ਆਣਾ ਪਿਆ। ਬੀਕੇ ਗੋਇਲ ਬੋਲ ਰਿਹਾ ਜੀ। ਜੀ ਸਰ। ਕੋਈ ਨਹੀਂ। ਹਾਂਜੀ ਹਾਂਜੀ। ਡਾਕਟਰ ਸਾਹਿਬ, ਮੈਂ ਤਾਂ ਇੰਨੀ ਦੇਰ ਤੋਂ ਤੁਹਾਡੇ 100 ਪ੍ਰੋਗਰਾਮ ਦੇਖ ਲਏ, ਕਦੀ ਵੀ ਕੋਈ ਇਹੋ ਜਿਹਾ ਕਾਲ ਨਹੀਂ ਆਇਆ ਜਿਹਨੇ ਇਹੋ ਜਿਹੀ ਆ ਕੇ ਬਦਤਮੀਜ਼ੀ ਕਰੀ ਹੋਵੇ। ਨਹੀਂ ਕੋਈ ਗੱਲ ਨਹੀਂ, ਕੋਈ ਬਦਤਮੀਜ਼ੀ ਨਹੀਂ। ਦੱਸ ਓਕੇ, ਕੋਈ ਗੱਲ ਨਹੀਂ। ਹਰ ਇੱਕ ਨੂੰ ਅਸੀਂ ਮੇਰੀ ਗੱਲ ਨਹੀਂ ਸਮਝਦੇ, ਉਹਨਾਂ ਨੇ ਗੱਲ ਹੀ ਨਹੀਂ ਸਮਝੀ ਵੀ ਆਪਾਂ ਵਿਸ਼ਾ ਕੀ ਚੱਲ ਰਿਹਾ ਤੇ ਕੀ ਗੱਲ ਹੋ ਰਹੀ ਹੈ। ਹਾਂਜੀ ਹਾਂਜੀ। ਨਹੀਂ ਉਹਨਾਂ ਨੇ ਆ ਕੇ ਮਤਲਬ ਕਿ ਤੁਸੀਂ ਐ ਲਾਓ ਕੱਡੇ ਵੱਡੇ ਚੈਨਲ ਤੇ ਆ ਕੇ ਇਸ ਤਰ੍ਹਾਂ ਬੋਲਣਾ ਸ਼ੁਰੂ ਕਰਤਾ। ਦੇਖੋ ਮੈਂ ਸਰੀ ਚ ਰਹਿਣਾ, ਪੂਰੇ ਤਾਂ ਸਾਨੂੰ ਲੱਗਦਾ ਵੀ ਇਹ ਪੰਜਾਬੀ ਹੈ ਜੀ। ਜੀ ਹਾਂ। ਕਿਉਂਕਿ ਉਰੇ ਤੁਹਾਨੂੰ ਇੰਗਲਿਸ਼ ਦੀ ਲੋੜ ਹੀ ਨਹੀਂ ਹੈ ਜੀ, ਕਿਉਂਕਿ ਉਰੇ ਸਾਰੀ ਪੰਜਾਬੀ ਮਤਲਬ ਤੁਹਾਨੂੰ ਪੰਜਾਬੀ ਮਾਹੌਲ ਲੱਗਦਾ ਬਿਲਕੁਲ। ਉਸ ਤੋਂ ਬਾਅਦ ਜੇ ਤੁਸੀਂ ICBC ਦੇ ਅੰਦਰ ਜਾਂਦੇ ਹੋ ਡਰਾਈਵਿੰਗ ਟੈਸਟ ਦੇਣ, ਤਾਂ ਤੁਹਾਨੂੰ ਪੰਜਾਬੀ ਲੈਂਗੁਏਜ ਵੀ ਤੁਹਾਡੇ ਵਾਸਤੇ ਪ੍ਰੋਵਾਈਡ ਕਰਵਾਈ ਜਾਂਦੀ ਹੈ। ਬਿਲਕੁਲ ਬਿਲਕੁਲ, ਠੀਕ ਹੈ ਨਾ ਜੀ। ਪਰ ਉਹਦੇ 'ਚ ਮੈਂ ਤੁਹਾਨੂੰ ਦੱਸਦਾ ਵੀ ਜਿਹੜੇ ਸਾਡੇ ਬੰਦੇ ਇੰਗਲਿਸ਼ ਜਿਨ੍ਹਾਂ ਨੂੰ ਨਹੀਂ ਟੈਸਟ ਦੇਣਾ ਆਉਂਦਾ, ਚੰਗੀ ਤਰ੍ਹਾਂ ਨਹੀਂ ਸਮਝ ਆਉਂਦਾ, ਤੇ ਉਹ ਪੰਜਾਬੀ 'ਚ ਟੈਸਟ ਦੇ ਕੇ ਪਾਸ ਹੋ ਜਾਂਦੇ ਨੇ। ਪਰ ਜਿਹੜੀ ਗੱਲ ਸੋਨੇ ਕਹੀ ਹੈ ਵੀ ਜਿੰਨੇ ਵੀ ਸਾਈਨ ਨੇ, ਜਿੰਨੀ ਵੀ ਗੂਗਲ ਹੈ, ਜਿੰਨੇ ਵੀ ਆਪਾਂ ਨੇ ਐਡਰੈਸ ਸਰਚ ਕਰਨੇ ਨੇ, ਉਹ ਸਾਰੇ ਇੰਗਲਿਸ਼ 'ਚ ਨੇ ਨਾ ਜੀ। ਵੀ ਬਗੈਰ ਇੰਗਲਿਸ਼ ਤੋਂ ਕਿਵੇਂ ਚੱਲ ਸਕਦਾ ਹੈ? ਠੀਕ ਹੈ ਵੀ ਆਪਾਂ ਆਪਣੀ ਮਾਤਰ ਭਾਸ਼ਾ ਨੂੰ ਯਾਦ ਰੱਖੀਏ, ਉਹਨੂੰ ਜਿੱਥੇ ਤੱਕ ਹੋ ਸਕਦਾ ਉਹਨੂੰ ਯੂਜ਼ ਕਰੀਏ। ਤੇ ਬਹੁਤ ਅੱਜ ਸੁਣ ਕੇ ਪ੍ਰੋਗਰਾਮ ਤੇ ਬਹੁਤ ਦੁੱਖ ਜੋ ਆਇਆ ਵੀ ਦੇਖੋ ਇਸ ਤਰ੍ਹਾਂ ਦੇ ਵੀ ਬੰਦੇ ਨਹੀਂ ਐਸੀ ਕੋਈ ਗੱਲ ਨਹੀਂ। ਦੇਖੋ ਸਰ ਉਹੀ ਤਾਂ ਗੱਲ ਹੈ, ਗੱਲ ਕਰ ਰਹੇ ਹਾਂ ਇੰਗਲਿਸ਼ ਦੀ ਇੰਪੋਰਟੈਂਸ ਦੀ। ਇੱਥੇ ਕੋਈ ਮਾਂ ਬੋਲੀ ਵਾਲੀ ਤਾਂ ਗੱਲ ਹੀ ਨਹੀਂ ਵਿੱਚ। ਸਾਡਾ ਖੁੱਲਾ ਫੋਰਮ ਹੈ ਜੀ, ਐਸੀ ਗੱਲ ਨਹੀਂ। ਜਦ ਤੱਕ ਭਾਸ਼ਾ ਸੱਭਿਅਕ ਹੈਗੀ ਹੈ ਜੀ, ਅਸੀਂ ਅਲਾਉ ਕਰਾਂਗੇ। ਇਹ ਜ਼ਰੂਰੀ ਨਹੀਂ ਹੈ ਕਿ ਤੁਸੀਂ ਸਾਡੇ ਨਾਲ ਸਹਿਮਤ ਹੋ, ਇਹ ਜ਼ਰੂਰੀ ਨਹੀਂ ਹੈ ਅਸੀਂ ਤੁਹਾਡੇ ਨਾਲ ਸਹਿਮਤ ਹੋਈਏ। ਵੀ ਕਹਿੰਦੇ ਪੰਜਾਬੀ ਨੂੰ ਮੈਂ ਨਹੀਂ ਕਹਿ ਰਿਹਾ ਵੀ ਪੰਜਾਬੀ ਨੂੰ ਪਿਆਰ ਨਾ ਕਰੋ, ਬਿਲਕੁਲ ਪੰਜਾਬੀ ਨੂੰ ਪਿਆਰ ਕਰੋ। ਜੇ ਉਹ ਕਹਿ ਰਿਹਾ ਵੀ ਮੈਂ ਬਹੁਤ ਉੱਚੀ ਪੋਸਟ ਆ ਤੇ ਮੈਨੇ ਉਰੀ ਆ ਕੇ ਇੰਗਲਿਸ਼ ਸਿੱਖੀ ਹੈ, ਤੇ ਜੇ ਇੰਗਲਿਸ਼ ਸਿੱਖਿਆ ਕੋਈ ਨਹੀਂ ਜੀ, ਉਹ ਮੈਨੂੰ ਦੇ ਦੇਣ ਨੰਬਰ, ਇੰਗਲਿਸ਼ ਮੈਂ ਕਰ ਲੈਣਾ ਉਹਨਾਂ ਨਾਲ ਗੱਲ ਚੰਗੀ ਤਰ੍ਹਾਂ। ਬਹੁਤ ਬਹੁਤ ਸ਼ੁਕਰੀਆ ਜੀ ਗੱਲਬਾਤ ਕਰਨ ਲਈ। ਥੈਂਕ ਯੂ ਸੋ ਮਚ। ਇੱਕ ਦਰਸ਼ਕ ਸਾਹਿਬ ਹੋ ਜੁੜ ਗਏ ਨੇ। ਹੈਲੋ, ਥੈਂਕ ਯੂ ਵਿਲ ਸਾਹਿਬ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੈਂ ਆਪਣਾ ਗੱਲ ਕਰਨੀ ਸੀ ਜਿਹੜੀ ਤੁਸੀਂ ਲੈਂਗੁਏਜ ਦੀ ਗੱਲ ਕਰ ਰਹੇ ਹੋ। ਆਮ 101% ਐਗਰੀ ਵਿਦ ਯੂ, ਕਿਉਂਕਿ ਜਦੋਂ ਤੁਸੀਂ ਇਸ ਕੰਟਰੀ ਦੁਨੀਆ ਤੇ ਕਿਤੇ ਵੀ ਜਾਂਦੇ ਹੋ, ਇੰਟਰਨੈਸ਼ਨਲ ਲੈਂਗੁਏਜ ਯੂ ਹੈਵ ਟੂ ਲਰਨ। ਆਪਣੀ ਮਦਰ ਟੰਗ, ਇੰਟਰਨੈਸ਼ਨਲ, ਦੋ ਲੈਂਗੁਏਜ ਜਿਹੜੀਆਂ ਕੰਪਲਸਰੀ ਹੋਣੀਆਂ ਚਾਹੀਦੀਆਂ। ਮਦਰ ਟੰਗ ਤਾਂ ਠੀਕ ਹੈ, ਪਰ ਇੰਟਰਨੈਸ਼ਨਲ ਲੈਂਗੁਏਜ ਤੋਂ ਬਿਨਾਂ ਤੁਸੀਂ ਕਮਿਊਨੀਕੇਟ ਕਿਤੇ ਵੀ ਨਹੀਂ ਕਰ ਸਕਦੇ। ਜੀ ਸ਼ੁਕਰੀਆ। ਜਿਹੜੇ ਆਪਣੇ ਏਜ ਬੰਦੇ ਨੇ, ਚਲੋ ਉਹਨਾਂ ਨੂੰ ਤੁਸੀਂ ਕਹੋ ਵੀ ਇੰਟਰਪ੍ਰੀਟ ਜਿੱਤੇ ਵੀ ਦਿੰਦੇ, ਚਲੋ ਠੀਕ ਹੈ। ਪਰ ਯੰਗਸਟਰ ਉਹਨਾਂ ਨੂੰ ਜ਼ਰੂਰ ਆਣੀ ਚਾਹੀਦੀ ਹੈ। ਬੇਸ਼ੱਕ ਫੁੱਲੀ ਕਮਾਂਡ ਨਾ ਹੋਵੇ, ਪਰ ਪੂਰੀ ਅੰਡਰਸਟੈਂਡਿੰਗ ਜ਼ਰੂਰ ਹੋਣੀ ਚਾਹੀਦੀ ਹੈ। ਕਮਿਊਨੀਕੇਟ ਕਰ ਸਕੀਏ, ਸਾਡਾ ਮਤਲਬ ਇਹ ਹੈ ਵੀ ਕਮਿਊਨੀਕੇਸ਼ਨ ਜ਼ਰੂਰ ਹੋਣੀ ਚਾਹੀਦੀ ਹੈ। ਜੇ ਅਸੀਂ ਇਹ ਨਹੀਂ ਕਮਿਊਨੀਕੇਸ਼ਨ ਹੋਣੀ ਚਾਹੀਦੀ ਹੈ। ਜੀ ਕਾਲ ਕਰਨ ਲਈ ਮੈਂ ਥੈਂਕ ਯੂ ਸੋ ਮਚ। 100 ਥੈਂਕ ਯੂ ਸੋ ਨਾਈਸ ਆਫ ਯੂ। 200 300% ਆਮ ਟੋਟਲੀ ਐਗਰੀ ਵਿਦ ਯੂ। ਥੈਂਕ ਯੂ ਜੀ, ਥੈਂਕ ਯੂ। ਇੱਕ ਦਰਸ਼ਕ ਹੋਰ ਜੁੜ ਗਏ ਨੇ। ਹੈਲੋ ਹੈਲੋ, ਥੋੜਾ ਜਿਹਾ ਪਲੀਜ਼ ਆਪਣੀ ਟੀਵੀ ਸਕਰੀਨ ਦੀ ਆਵਾਜ਼ ਘੱਟ ਕਰ ਦਿਓ ਜੀ। ਥੋੜਾ ਜਿਹਾ ਸਾਡਾ ਫੋਨ ਤੇ ਗੱਲ ਕਰੋ ਪਲੀਜ਼। ਜੀ ਮੈਮ, ਕਿੱਥੋਂ ਬੋਲ ਰਹੇ ਹੋ? ਹਾਂਜੀ, ਮੈਂ ਵਿਨੀਪੈਗ ਤੋਂ ਬੋਲਦੀ ਹਾਂ ਜੀ। ਜੀ ਮੈਮ ਦੱਸੋ ਜੀ, ਕੀ ਕਹਿਣਾ ਚਾਹੁੰਦੇ ਹੋ? ਹਾਂਜੀ, ਮੈਂ ਇਹ ਕਹਿਣਾ ਚਾਹੁੰਦੀ ਹਾਂ ਕਿ ਆ ਜਿਹੜਾ ਇੰਗਲਿਸ਼ ਦਾ ਚੱਲ ਰਿਹਾ ਆਪਣਾ ਟੀਵੀ ਤੇ ਦੱਸ ਰਹੇ ਆ, ਹਾਂਜੀ, ਤੇ ਮੈਂ ਇਹਨਾਂ ਦੀ ਇਸ ਗੱਲ ਨਾਲ ਸਹਿਮਤ ਹਾਂ ਕਿ ਇੰਗਲਿਸ਼ ਸਿੱਖਣੀ ਚਾਹੀਦੀ ਹੈ। ਜੀ ਹਾਂ।
ਕਿਉਂਕਿ ਜਦੋਂ ਮੈਂ 6 ਸਾਲ ਪਹਿਲਾਂ ਕੈਨੇਡਾ ਆਈ ਸੀ ਤਾਂ ਮੈਨੂੰ ਇੰਗਲਿਸ਼ ਨਹੀਂ ਆਉਂਦੀ ਸੀ, ਪਰ ਮੈਨੂੰ ਬਹੁਤ ਔਖਾ ਹੁੰਦਾ ਸੀ ਉਦੋਂ ਜਦੋਂ ਮੈਂ ਆਪਣੇ ਕੰਮ ਕਰਨ ਲਈ ਜਾਂਦੀ ਸੀ ਬਾਹਰ। ਹਾਂਜੀ ਤੇ ਪਰ ਹੁਣ ਮੈਨੂੰ ਬਹੁਤ ਵਧੀਆ ਲੱਗਦਾ ਕਿ ਮੈਂ ਇੰਗਲਿਸ਼ ਸਿੱਖੀ ਹੈ। ਇੱਥੇ ਆ ਕੇ ਮੈਂ ਸਹਿਮਤ ਹਾਂ ਕਿ ਇੰਗਲਿਸ਼ ਸਿੱਖਣੀ ਚਾਹੀਦੀ ਹੈ। ਸ਼ੁਕਰੀਆ ਜੀ, ਬਹੁਤ ਬਹੁਤ ਧੰਨਵਾਦ ਪ੍ਰੋਗਰਾਮ 'ਚ ਆਪਣੇ ਵਿਊਜ਼ ਦੇਣ ਲਈ। ਐਸੀ ਗੱਲ ਨਹੀਂ, ਸਾਡਾ ਪ੍ਰੋਗਰਾਮ ਹੈ ਜਿਹੜਾ, ਹਾਂਜੀ ਪਹਿਲਾਂ ਕਾਲ ਲੈ ਲਓ। ਬਿਲਕੁਲ, ਇਸ ਵਕਤ ਦਰਸ਼ਕ ਲਗਾਤਾਰ ਕਾਲ ਕਰ ਰਹੇ ਨੇ। ਹੈਲੋ, ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੇਰਾ ਨਾਮ ਕਮਲ ਹੈ ਤੇ ਮੈਂ ਵੀ ਟੋਰਾਂਟੋ ਤੋਂ ਗੱਲ ਕਰਦਾ ਪਿਆ ਹਾਂ। ਹਾਂਜੀ ਜਨਾਬ। ਤੇ ਆਈ ਥਿੰਕ ਮੈਂ ਹੁਣੇ ਸ਼ੋਅ ਦੇਖਦਾ, ਮੈਂ ਪਹਿਲੀ ਵਾਰ ਕਾਲ ਕਰਨ ਦਾ ਮਕਸਦ ਹੈ। ਵੈਲਕਮ। ਤੇ ਜਿਹੜੀ ਤੁਸੀਂ ਗੱਲ ਕੀਤੀ ਹੈ, ਤੁਸੀਂ ਸਹੀ ਗੱਲ ਕਰਦੇ ਹੋ। ਮੈਂ ਐਗਰੀ ਕਰਦਾ ਤੁਹਾਡੇ ਨਾਲ ਵੀ ਇੱਥੇ ਜਿਵੇਂ ਮੈਂ ਕਬਕ 'ਚ ਜਾਊਂਗਾ ਤਾਂ ਮੈਨੂੰ ਜੌਬ ਕਰਨ ਵਾਸਤੇ ਫ੍ਰੈਂਚ ਸਿੱਖਣੀ ਪੈਣੀ ਹੈ। ਮੈਂ ਫਰਾਂਸ 'ਚ ਜਾਊਂਗਾ ਉੱਥੇ ਮੈਨੂੰ ਫ੍ਰੈਂਚ ਸਿੱਖਣੀ ਪੈਣੀ ਹੈ। ਬਟ ਮੈਨੂੰ ਲੱਗਦਾ ਉਹ ਬੰਦੇ ਨੇ ਜੋ ਤੁਹਾਡੀ ਗੱਲ ਜਿਹੜੀ ਪਰਸੀਵ ਕੀਤੀ ਹੈ ਉਹ ਗਲਤ ਹੋਈ ਹੈ। ਉਹਨੂੰ ਇਹ ਲੱਗਿਆ ਤੁਸੀਂ ਇੱਕ ਹੱਕ ਖੋਨੇ ਪਏ ਉਸ ਬੰਦੇ ਤੋਂ ਵੀ ਜਿਹੜੇ ਅਨਐਜੂਕੇਟਡ ਬੰਦੇ ਆ ਉਹ ਆਣੇ ਹੀ ਨਹੀਂ ਚਾਹੀਦੇ। ਨਹੀਂ ਜੀ ਨਹੀਂ, ਬਿਲਕੁਲ ਨਹੀਂ। ਅਸੀਂ ਕਹਿੰਦੇ ਜਿਹੜਾ ਆਉਂਦਾ ਉਹਨੂੰ ਸਿੱਖਣੀ ਚਾਹੀਦੀ ਹੈ ਇੱਥੋਂ ਦੀ। ਉਹ ਤਾਂ ਮੈਂ ਤੁਹਾਡੀ ਗੱਲ ਨਾਲ ਐਗਰੀ ਕਰਦਾ, ਤੁਸੀਂ ਇਹ ਕਿਹਾ, ਬਟ ਉਸ ਬੰਦੇ ਨੇ ਪਰਸੀਵ ਏਦਾਂ ਕੀਤਾ। ਹਾਂ ਮੇਬੀ ਮੇਰੇ ਹਿਸਾਬ ਨਾਲ। ਪਰ ਸਰ ਗੱਲ ਜੋ ਮੋਰਲ ਆਫ ਦਾ ਸਟੋਰੀ ਇਹ ਹੈ ਕਿ ਇੱਥੇ ਆ ਕੇ ਬਹੁਤ ਜ਼ਰੂਰੀ ਹੈ ਇੰਗਲਿਸ਼ 'ਚ ਸਰਵਾਈਵ ਕਰਨਾ, ਕਿਉਂਕਿ ਇੰਗਲਿਸ਼ ਬਿਨਾਂ ਤੁਸੀਂ ਸਰਵਾਈਵ ਨਹੀਂ ਕਰ ਸਕਦੇ। ਤੁਸੀਂ ਹਸਪੀਟਲ ਤੱਕ ਜਾਣਾ, ਉੱਥੇ ਜ਼ਰੂਰੀ ਨਹੀਂ ਪੰਜਾਬੀ ਸਟਾਫ ਹੀ ਹੋਊਗਾ ਤੁਹਾਡੇ ਨਾਲ। ਤੁਸੀਂ ਕਿਸੇ ਨੂੰ ਰਾਹ ਵੀ ਪੁੱਛਣਾ, ਤੁਹਾਨੂੰ ਇੰਗਲਿਸ਼ ਚਾਹੀਦੀ। ਮੈਂ ਤੁਹਾਡੇ ਨਾਲ ਟੋਟਲੀ ਐਗਰੀ ਕਰਦਾ। ਇਹ ਮੈਂ ਅੱਜ ਤੋਂ 10 ਸਾਲ ਪਹਿਲਾਂ ਆਇਆ ਸੀ ਇੱਥੇ ਸਟੂਡੈਂਟ ਐਜ਼ ਤੇ ਮੈਨੂੰ ਸੀਗਾ ਆਪਸ਼ਨ ਸੀ ਕਿ ਮੈਂ ਬਰੈਂਪਟਨ ਦੇ ਵਿੱਚ ਕਾਲਜ ਲੈ ਸਕਦਾ ਸੀਗਾ, ਬਟ ਮੇਰਾ ਇੱਕੋ ਰੀਜ਼ਨ ਸੀਗਾ ਵੀ ਬਰੈਂਪਟਨ ਦੇ ਵਾਲੇ ਕਾਲਜ ਨਹੀਂ ਲੈਣਾ, ਕਿਉਂਕਿ ਜਿਹੜੀ ਇੰਗਲਿਸ਼ ਹੈ ਉਹ ਇੰਪਰੂਵ ਹੋਣੀ ਬਾਹਰ ਜਾ ਕੇ ਹੀ। ਮੇਰੇ ਪੂਰੇ ਫਰੈਂਡ ਸਰਕਲ ਦੇ ਵਿੱਚ ਮੇਰੇ ਲਾਈਕ ਕੰਮ ਦੇ ਵਿੱਚ ਕਿਤੇ ਵੀ ਮੇਰੇ ਕੋਈ ਪੰਜਾਬੀ ਬੰਦਾ ਨਾਲ ਨਹੀਂ ਸੀਗਾ। ਜੋ ਪਹਿਲੇ 2 ਸਾਲ ਆਏ ਤੇ ਮੇਰੀ ਬਾਅਦ ਚੋਂ ਗਰਲਫ੍ਰੈਂਡ ਸਾਰੇ ਅਸੀਂ ਇੰਗਲਿਸ਼ ਗੱਲ ਕਰਦੇ ਕਿਉਂਕਿ ਉਹ ਪੰਜਾਬੀ ਬੋਲ ਨਹੀਂ ਸਕਦੀ ਸੀ। ਮੈਂ ਜੋ ਪੋਜੀਸ਼ਨ ਤੇ ਮੈਂ ਬੋਲਦਾ ਪਿਆ ਵਾਂ, ਸੋ ਇਹ ਬਹੁਤ ਫਰਕ ਪੈਂਦਾ ਵਾ। ਦੈਟ ਇਜ਼ ਦ ਬੈਸਟ ਵੇ ਟੂ ਲਰਨ ਦ ਲੈਂਗੁਏਜ। ਜਦੋਂ ਤੁਹਾਨੂੰ ਕਿਸੇ ਆਪਣੀ ਜ਼ੁਬਾਨ 'ਚ ਬੋਲਣ ਵਾਲਾ ਨਾ ਹੋਵੇ। ਫਿਰ ਮੈਂ ਇੱਕ ਹੋਰ ਗੱਲ ਕਰਨੀ ਚਾਹੁੰਦਾ, ਅਸੀਂ ਜਿਹੜੇ ਪੰਜਾਬੀ ਲੋਕ ਆ, ਅਸੀਂ ਇੰਡੀਅਨ ਲੋਕ ਆ, ਅਸੀਂ ਸਾਰੀ ਦੁਨੀਆ 'ਚ ਗਏ ਹੋਏ ਹਾਂ। ਅਸੀਂ ਜਦੋਂ ਮਿਡਲ ਈਸਟ ਜਾਂਦੇ ਹਾਂ ਜੀ, ਅਸੀਂ ਉੱਥੇ ਜਾ ਕੇ ਦੁਬਈ ਜਾਂਦੇ ਹਾਂ, ਅਸੀਂ ਉੱਥੋਂ ਦੀ ਜ਼ੁਬਾਨ ਸਿੱਖਦੇ ਹਾਂ। ਅਸੀਂ ਅਫਰੀਕਾ 'ਚ ਗਏ ਹਾਂ, ਅਸੀਂ ਸਵਾਹਿਲੀ ਸਿੱਖੀ ਹੈ। ਅਸੀਂ ਯੂਰਪ ਦੇ ਵਿੱਚ ਜਿਹੜੇ ਵੀ ਕੰਟਰੀ ਜਾਂ ਜਰਮਨ 'ਚ ਸਾਡੇ ਬਹੁਤ ਲੋਕ ਰਹਿੰਦੇ ਨੇ, ਉਹ ਜਰਮਨੀ ਬੋਲਦੇ ਨੇ। ਫਰਾਂਸ ਦੇ ਵਿੱਚ ਸਾਡੇ ਬਹੁਤ ਲੋਕ ਰਹਿੰਦੇ ਨੇ, ਉਹ ਫ੍ਰੈਂਚ ਬੋਲਦੇ ਨੇ। ਸਾਡੇ ਲੋਕ ਸਵੀਡਨ 'ਚ ਰਹਿੰਦੇ ਨੇ, ਅੱਗੇ ਜਨਰੇਸ਼ਨਾਂ ਹੋ ਗਈਆਂ ਨੇ, ਉਹ ਉੱਥੋਂ ਦੀ ਭਾਸ਼ਾ ਬੋਲਦੇ। ਤੇ ਇੱਥੋਂ ਦੀ ਸਾਨੂੰ ਆ ਕੇ ਇਸ ਕੰਟਰੀ ਦੀ ਜਿਹੜੀ ਭਾਸ਼ਾ, ਉਹਨਾਂ 'ਚੋਂ ਇੱਕ ਭਾਸ਼ਾ ਸਾਨੂੰ ਸਿੱਖਣ ਵਾਸਤੇ ਜਾਂ ਬੋਲਣ ਵਾਸਤੇ ਸਾਨੂੰ ਕਿਹੜੀ ਪ੍ਰੋਬਲਮ ਹੈ? ਜੀ ਬਹੁਤ ਬਹੁਤ ਸ਼ੁਕਰੀਆ ਜੀ, ਆਪਣੇ ਵਿਚਾਰ ਤੁਸੀਂ ਥੈਂਕ ਯੂ ਜੀ, ਸੋ ਨਾਈਸ ਸ਼ੁਕਰੀਆ ਜੀ, ਆਪਣੇ ਵਿਚਾਰ ਸਾਂਝੇ ਕੀਤੇ ਸਰ ਤੁਸੀਂ। ਥੈਂਕ ਯੂ। ਪਹਿਲੀ ਵਾਰੀ ਕਾਲ ਕੀਤਾ ਜੀ, ਫਿਰ ਵੀ ਕਾਲ ਕਰਿਆ ਕਰੋ। ਥੈਂਕ ਯੂ ਸੋ ਨਾਈਸ। ਦਰਸ਼ਕ ਹੋਰ ਜੁੜ ਗਏ ਨੇ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਪ੍ਰੋਗਰਾਮ 'ਚ। ਕਿੱਥੋਂ ਬੋਲ ਰਹੇ ਹੋ ਸਰ? ਹਾਂਜੀ, ਡਾਕਟਰ ਸਾਹਿਬ ਨੇ ਇੱਕ ਟਰੰਪ ਦੀ ਗੱਲ ਕੀਤੀ ਸੀ ਕਿ ਉਹ ਇੱਕ ਗੱਲ ਕਰਦਾ ਤੇ ਅਖਬਾਰਾਂ ਨੂੰ ਬਹੁਤ ਜ਼ਿਆਦਾ ਉਹਦੇ ਵਿੱਚ ਅੱਗੇ ਚਲੇ ਜਾਂਦੇ ਨੇ। ਤੁਹਾਨੂੰ ਇੱਕੋ ਹੀ ਕਾਲ ਆਈ, ਦੇਖੋ ਉਸ ਤੋਂ ਬਾਅਦ ਕਿੰਨੀਆਂ ਗੱਲਾਂ ਆ ਚੁੱਕੀਆਂ ਨੇ। ਸਾਡਾ ਮਕਸਦ ਨਹੀਂ ਸੀਗਾ ਜੀ, ਅਸੀਂ ਤਾਂ ਸਿਰਫ ਇਹ ਚਾਹੁੰਦੇ ਸੀਗਾ ਜੀ। ਹਾਂ, ਸ਼ੁਕਰੀਆ ਸਰ ਕਾਲ ਕਰਨ ਲਈ। ਬੋਲ ਕਿੱਥੋਂ ਰਹੇ ਹੋ ਸਰ ਤੁਸੀਂ? ਕਿੱਥੋਂ ਬੋਲ ਰਹੇ ਹੋ ਜੀ? ਸ਼ਾਇਦ ਫੋਨ ਡਿਸਕਨੈਕਟ ਹੋ ਗਿਆ ਜੀ। ਗੱਲ ਇਹ ਹੈ ਜੀ, ਅਸੀਂ ਕੁਛ ਨਾ ਕੁਛ ਕਿਸੇ ਟੌਪਿਕ ਤੇ ਅਸੀਂ ਗੱਲ ਕਰਨੀ ਚਾਹੁੰਦੇ ਹਾਂ। ਅਸੀਂ ਸਾਰੇ ਇੱਕੋ ਸਾਈਡ ਦੇ ਵਿਚਾਰ ਵੀ ਆਉਂਦੇ ਆ, ਉਹਦੇ ਨਾਲ ਵੀ ਗੱਲ ਨਹੀਂ ਬਣਦੀ। ਦੋਨੇ ਸਾਈਡਸ ਦੇ ਵਿਚਾਰ ਹੋਣ, ਦੋਨੇ ਪਾਸਿਓਂ, ਫਿਰ ਸਾਨੂੰ ਇਹਦੇ 'ਚ ਜਿੰਨੇ ਵੀ ਦਰਸ਼ਕ ਨੇ ਸਾਰਿਆਂ ਨੂੰ ਉਹਦੇ ਵਿੱਚੋਂ ਕੁਛ ਨਿਕਲਦਾ। ਅਖੀਰ ਹੁਣ ਤੱਕ ਇਉਂ ਹੀ ਲੱਗ ਰਿਹਾ ਕਿ ਸਾਨੂੰ ਇੱਥੋਂ ਦੀ ਜ਼ਬਾਨ ਜਾਂ ਇੱਥੋਂ ਦੀ ਜ਼ਬਾਨ, ਜਾਂ ਅਸੀਂ ਜਿਹੜੇ ਵੀ ਕਿਸੇ ਹੋਰ ਕੰਟਰੀ ਜਾ ਕੇ ਰਹਿੰਦੇ ਹਾਂ, ਸਾਨੂੰ ਉੱਥੋਂ ਦੀ ਜ਼ਬਾਨ, ਜੇ ਅਸੀਂ ਉੱਥੇ ਪ੍ਰੋਪਰਲੀ ਵਸਣਾ ਚਾਹੁੰਦੇ ਹਾਂ, ਅਸੀਂ ਉੱਥੇ ਤਰੱਕੀ ਕਰਨਾ ਚਾਹੁੰਦੇ ਹਾਂ, ਤਾਂ ਉੱਥੋਂ ਦੀ ਜ਼ਬਾਨ ਦੇ ਉੱਤੇ ਸਾਡੀ ਜੇ ਮਹਾਰਤ ਨਹੀਂ ਹੈ ਤਾਂ ਸਾਨੂੰ ਜਸਟ ਜਿਹੜੀਆਂ ਨਾਰਮਲ ਕਮਿਊਨੀਕੇਸ਼ਨ ਸਕਿੱਲਸ ਹੈ, ਸਾਨੂੰ ਉਹ ਜ਼ਰੂਰ ਆਉਣੀਆਂ ਚਾਹੀਦੀਆਂ। ਲੋਕ ਸਾਡੇ ਜਾਪਾਨ 'ਚ ਬਹੁਤ ਲੋਕ ਨੇ ਸਰ, ਉਹੀ ਹੈ ਕਿ ਗੱਲ ਉਹੀ ਹੈ ਕਿ ਇੱਥੇ ਬਹੁਤ ਸਾਰੇ ਸਮਾਰਟ ਵਰਕ ਕਰਨ ਵਾਲੇ ਆਪਣੇ ਲੋਕੀ ਹੈਗੇ ਨੇ, ਬਟ ਗੱਲ ਇਹ ਹੈਗੀ ਆ ਕਿ ਕਿੱਥੇ ਆ ਕੇ ਮਾਰ ਖਾਂਦੇ ਨੇ ਕਿਉਂਕਿ ਉਹਨਾਂ ਨੂੰ ਇੰਗਲਿਸ਼ ਨਹੀਂ ਆਉਂਦੀ, ਆਪਣੀ ਗੱਲ ਨੂੰ ਇੰਗਲਿਸ਼ ਵਿੱਚ ਕਨਵੇ ਨਹੀਂ ਉਹ ਕਰ ਸਕਦੇ, ਤਾਂ ਕਰਕੇ ਉਹ ਅੱਗੇ ਤਰੱਕੀਆਂ ਨਹੀਂ ਕਰ ਪਾਉਂਦੇ ਹੈਗੇ। ਗੱਲ ਤਾਂ ਹੀ ਹੈ ਕਿ ਇੰਗਲਿਸ਼ ਸਿੱਖਣਾ ਬਹੁਤ ਜ਼ਰੂਰੀ ਹੈ, ਇੱਕ ਐਡੀ ਵੱਡੀ ਗੱਲ ਨਹੀਂ ਹੈਗੀ। ਇੱਕ ਦਰਸ਼ਕ ਹੋਰ ਜੁੜ ਗਏ ਨੇ, ਸ਼ਾਇਦ ਸਾਡਾ ਫੋਨ ਡਿਸਕਨੈਕਟ ਹੋ ਗਿਆ, ਤੁਸੀਂ ਸਾਨੂੰ ਦੁਬਾਰਾ ਜੀ। ਹੈਲੋ, ਹੈਲੋ, ਸਤਿ ਸ਼੍ਰੀ ਅਕਾਲ ਤਾਰੂ ਜੀ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ ਸਰ? ਹਾਂ, ਸੋਨੀਗਿਰੀ ਤੋਂ ਬੋਲਦਾ ਜੈਕ ਗੱਲ ਜੀ। ਹਾਂਜੀ ਗੱਲ ਸਾਹਿਬ, ਕੀ ਹਾਲ ਹੈ ਜੀ? ਹਾਂ ਨਾਥ ਸਾਹਿਬ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਕੀ ਕਹਿਣਾ ਚਾਹੁੰਦੇ ਹੋ? ਹਾਂਜੀ ਬਾਈ ਜੀ, ਮੈਂ 10 ਪੜ੍ਹਿਆ ਹੋਇਆ। ਹਾਂਜੀ, ਤੇ ਸਾਰਾ ਕੁਝ ਇੱਥੇ ਆ ਕੇ ਲਰਨ ਕੀਤਾ। ਜਿੱਥੇ ਮੈਂ ਹੁਣ ਕੰਮ ਕਰਦਾ, 25 ਪੀਪਲ ਸਾਰੇ ਇੱਥੋਂ ਦੇ ਇੰਗਲਿਸ਼ ਬੋਲਦੇ ਆ, ਮੈਂ ਇਕੱਲਾ ਪੰਜਾਬੀ ਹਾਂ। ਤੇ ਆਈ ਫੀਲ ਪ੍ਰਾਊਡ ਟੂ ਲਰਨ ਦਿਸ ਆਲ। ਤੇ ਮੈਨੂੰ ਕੋਈ ਪ੍ਰੋਬਲਮ ਨਹੀਂ ਆਉਂਦੀ ਬਾਹਰ ਜਾ ਕੇ ਕੋਈ ਵੀ ਗੱਲ ਕਰਨ ਦੀ। ਤੇ ਮੈਂ ਸਾਰਾ ਕੁਝ ਇੱਥੇ ਆ ਕੇ ਸਿੱਖਿਆ ਜੀ। ਸੋ ਸਾਰਾ ਕੁਝ ਸਿੱਖਣਾ ਚਾਹੀਦਾ, ਫੇਰ ਹੀ ਹੈ, ਕਿਉਂਕਿ ਇਸ ਕੰਟਰੀ ਤੁਸੀਂ ਰਹਿਣਾ ਵਾ। ਹਾਂ, ਨਾਲੇ ਇਹ ਜ਼ਰੂਰੀ ਕਈ ਵਾਰੀ ਹੁੰਦਾ
ਹੋ ਸਕਦਾ ਕੋਈ ਐਸੇ ਜਗ੍ਹਾ ਤੇ ਗਿੱਲ ਸਾਹਿਬ ਚਲਾ ਜਾਵੇ ਕਿ ਉਹਨੂੰ ਇੱਥੋਂ ਦੀ ਜ਼ੁਬਾਨ ਨਾ ਸਿੱਖਣੀ ਪਵੇ ਔਰ ਉਸੇ ਸਿਸਟਮ ਦੇ ਵਿੱਚ ਅੱਗੇ ਦੀ ਅੱਗੇ ਤਰੱਕੀ ਕਰਿਆ ਤੁਰਿਆ ਜਾਂਦਾ। ਬਹੁਤ ਦੋਜ਼ ਆਰ ਵੈਰੀ ਔਡ ਕੇਸਿਸ, ਬਹੁਤ ਘੱਟ ਨੰਬਰ ਹੋਏਗਾ, ਪਰ ਮੋਸਟਲੀ ਜਦੋਂ ਤੁਸੀਂ ਇੱਥੇ ਕੋਈ ਜੌਬ ਲੈਣੀ, ਈਵਨ ਗਿੱਲ ਸਾਹਿਬ ਮੈਂ ਹੋਰ ਤੁਹਾਨੂੰ ਗੱਲ ਦੱਸਦਾ, ਜੇ ਰੈਸਟੋਰੈਂਟ ਵੀ ਜਾਂਦੇ ਹੋ ਤੁਸੀਂ ਡਰਾਈਵ ਥਰੂ ਦੇ ਵਿੱਚ ਜਾ ਕੇ ਟੈਕਸੀ ਤੁਸੀਂ ਕਾਫੀ ਕਿਵੇਂ ਆਰਡਰ ਕਰਨੀ ਹੈ, ਤੁਸੀਂ ਨਾਲ ਬੇਗਲ ਕਿਵੇਂ ਆਰਡਰ ਕਰਨਾ, ਤੁਸੀਂ ਨਾਲ ਸੈਂਡਵਿਚ ਕਿਵੇਂ ਆਰਡਰ ਕਰਨਾ, ਜੇ ਤੁਹਾਨੂੰ ਇਹ ਜ਼ਬਾਨ ਇੱਥੋਂ ਦੀ ਨਹੀਂ ਆਉਂਦੀ ਇਹ ਤੁਹਾਨੂੰ ਪ੍ਰੋਬਲਮ ਆਏਗੀ। ਇਹ ਤੁਹਾਡੇ ਫਾਇਦੇ ਦੀ ਗੱਲ ਹੈ ਕਿ ਜਿੱਥੇ ਵੀ ਤੁਸੀਂ ਗਏ ਹੋ, ਮੈਂ ਇਕੱਲਾ ਇੱਥੋਂ ਦੀ ਗੱਲ ਨਹੀਂ ਕਰਦਾ, ਮੈਂ ਵਰਲਡ ਵਾਈਡ ਗੱਲ ਕਰ ਰਿਹਾ। ਜਾਪਾਨ ਦੇ ਵਿੱਚ ਮੈਂ ਗੱਲ ਕਰਦਾ ਜੀ, ਉੱਥੇ ਸਾਡੇ ਲੋਕ ਚਾਈਨਾ ਚ ਬਿਲਕੁਲ ਸਰ, ਆਪਣੇ ਦਰਸ਼ਕ ਕੁਝ ਹੋਰ ਸਰ ਫੋਨ ਲਾਈਨ ਤੇ ਨੇ। ਥੈਂਕ ਯੂ ਸੋ ਮਚ ਜੈਕ ਜੀ, ਤੁਸੀਂ ਕਾਲ ਕੀਤੀ, ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ ਨੇ। ਇੱਕ ਦਰਸ਼ਕ ਹੋਰ ਜੁੜ ਗਏ ਨੇ। ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਪ੍ਰੋਗਰਾਮ 'ਚ। ਕਿੱਥੋਂ ਬੋਲ ਰਹੇ ਹੋ ਸਰ? ਆਸਟ੍ਰੇਲੀਆ ਤੋਂ ਕਾਲ ਕਰ ਰਹੇ ਹੋ ਜੀ। ਜੀ ਸਰ, ਸਵਾਗਤ ਹੈ ਪ੍ਰੋਗਰਾਮ 'ਚ, ਕੀ ਕਹਿਣਾ ਚਾਹੋਗੇ? ਹਾਂਜੀ, ਤੁਹਾਡਾ ਪ੍ਰੋਗਰਾਮ ਬਹੁਤ ਵਧੀਆ ਲੱਗਾ, ਮੈਂ ਜਸਟ ਫਸਟ ਟਾਈਮ ਵਾਚ ਕਰ ਰਿਹਾ ਸੀਗਾ ਤੇ ਤੁਹਾਡੀ ਬਹੁਤ ਵਧੀਆ ਇਸ ਤਰੀਕੇ ਤੋਂ ਲੱਗਾ ਕਿ ਜਿਹੜੀ ਇੰਗਲਿਸ਼ ਇਜ਼ ਮਸਟ ਲੈਂਗੁਏਜ ਇਨ ਦਾ ਵਰਲਡ। ਜੀ ਆਪਾਂ ਅੰਗਰੇਜ਼ੀ ਤੋਂ ਬਿਨਾਂ ਕਿਸੇ ਵੀ ਕੰਟਰੀ ਦੇ ਵਿੱਚ ਜਾ ਕੇ ਕਿਤੇ ਵੀ ਕੋਈ ਵੀ ਆਪਣਾ ਪੰਜਾਬੀ ਨਹੀਂ ਵੀ ਤੁਹਾਨੂੰ ਟੱਕਰਦਾ, ਤੁਸੀਂ ਗੱਲਬਾਤ ਕਰ ਸਕਦੇ ਹੋ, ਜੋ ਤੁਹਾਡੀ ਬੇਸਿਕ ਨੀਡ ਹੈਗੀ ਹੈ ਜਾਂ ਕੋਈ ਵੀ ਜ਼ਰੂਰਤ ਹੈਗੀ ਹੈ ਉਹਨੂੰ ਪੂਰੀ ਕਰ ਸਕਦੇ ਹੋ। ਇਸ ਕਰਕੇ ਆਪਾਂ ਨੂੰ ਇਹ ਪੰਜਾਬੀਆਂ ਨੂੰ ਖਾਸ ਕਰਕੇ ਮੇਰੀ ਅਪੀਲ ਹੈ ਕਿ ਆਪਾਂ ਨੂੰ ਸ਼ਰਮ ਨਹੀਂ ਮੰਨਣੀ ਚਾਹੀਦੀ, ਜਿਹਨੂੰ ਨਹੀਂ ਆਉਂਦੀ ਉਹਨੂੰ ਟਰਾਈ ਕਰਨੀ ਚਾਹੀਦੀ ਹੈ ਸਲੋਲੀ। ਠੀਕ ਹੈ ਜੀ। ਜਿੱਦਾਂ ਭਾਜੀ ਨੇ ਕਿਹਾ ਕਿ ਕੁਝ ਚੰਦ ਲਫ਼ਜ਼ ਤੁਸੀਂ ਮੇਰੇ ਹਿਸਾਬ ਨਾਲ 20 ਵਰਡ ਯਾਦ ਕਰ ਲਓ ਤਾਂ ਤੁਸੀਂ ਆਪਣਾ ਕੰਮ ਚਲਾ ਸਕਦੇ ਹੋ। ਜੀ। ਤੇ ਜਦੋਂ ਤੁਸੀਂ 20 ਵਰਡ ਯਾਦ ਕਰ ਲਓ ਉਸ ਤੋਂ ਬਾਅਦ ਤੁਹਾਡਾ ਆਪਣੇ ਆਪ ਹੀ ਇੰਟਰਸਟ ਹੋ ਜਾਣਾ, ਤੁਸੀਂ ਅੱਗੇ ਤੋਂ ਅੱਗੇ ਹੋਰ ਕਰਨ ਲੱਗ ਪੈਣਾ। ਤੁਸੀਂ ਦੇਖੋ 3 ਮਹੀਨਿਆਂ ਦੇ ਵਿੱਚ ਫਲੂਐਂਟਲੀ ਬੋਲਣ ਲੱਗ ਪੈਣਾ ਜੀ। ਤੇ ਦੂਸਰੀ ਗੱਲ ਹੈਗੀ ਹੈ ਕਿ ਹੋਰ ਮੈਂ ਇਹ ਕਹੂੰਗਾ ਪੰਜਾਬੀ ਤੇ ਇੰਗਲਿਸ਼ ਜ਼ਰੂਰ ਸਿੱਖੋ, ਬਾਕੀ ਤੁਹਾਡੀ ਮਰਜ਼ੀ ਹੈ, ਜੇ ਤੁਸੀਂ ਸਿੱਖ ਸਕਦੇ ਤਾਂ ਵਧੀਆ ਗੱਲ ਹੈ। ਤੇ ਇੰਗਲਿਸ਼ ਮਸਟ ਹੈ ਜੀ। ਬਹੁਤ ਬਹੁਤ ਸ਼ੁਕਰੀਆ ਜੀ, ਆਪਣੇ ਵਿਚਾਰ ਸਾਂਝੇ ਕਰਨ ਲਈ। ਕਰੋ ਅੱਗੇ ਨੂੰ ਵੀ ਤੁਸੀਂ ਪਲੀਜ਼ ਸਾਨੂੰ ਕਾਲ ਕਰਿਆ ਕਰੋ। ਸਰ ਜਿਵੇਂ ਇਹਨਾਂ ਨੇ ਕਿਹਾ ਕਿ ਪੰਜਾਬੀ ਵੀ ਸਿੱਖਣੀ ਚਾਹੀਦੀ ਆ, ਆਪਾਂ ਇੰਗਲਿਸ਼ ਦੇ ਮੈਟਰ ਦੇ ਉੱਤੇ ਗੱਲ ਕਰ ਰਹੇ ਸੀ। ਬਹੁਤੇ ਲੋਕੀ ਇਸ ਗੱਲ ਨੂੰ ਮਤਲਬ ਈਗੋ ਤੇ ਲੈ ਕੇ ਪੰਜਾਬੀ ਬੋਲ ਰਹੇ ਜੀ, ਮੈਂ ਤਾਂ ਕਹਿੰਦਾ ਮੇਰੇ ਨਾਲ ਸ਼ੁੱਧ ਸਪਸ਼ਟ ਪੰਜਾਬੀ ਕੋਈ ਬੋਲੇ। ਪੰਜਾਬੀ 'ਚ ਪ੍ਰੋਗਰਾਮ ਕਰ ਰਹੇ ਹਾਂ, ਪੰਜਾਬੀ ਇਸ ਮਸਟ, ਪਰ ਜਿੱਥੇ ਦੇਸ਼ 'ਚ ਜਾਂਦੇ। ਹੈਲੋ ਹਾਂਜੀ, ਸਤਿ ਸ਼੍ਰੀ ਅਕਾਲ ਜੀ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ? ਸਤਿ ਸ਼੍ਰੀ ਅਕਾਲ ਜੀ ਸਰ। ਬਰੈਂਪਟਨ ਤੋਂ ਬੋਲਦਾ ਜੀ। ਆਪਣੀ ਟੀਵੀ ਸਕਰੀਨ ਦੀ ਆਵਾਜ਼ ਨੂੰ ਥੋੜਾ ਜਿਹਾ ਘੱਟ ਕਰ ਦਿਓ। ਥੋੜਾ ਜਿਹਾ ਜੀ, ਮੈਂ ਨਹੀਂ ਇੱਕ ਦੂਸਰੇ ਕਮਰੇ ਚਲੇ ਗਿਆ ਜੀ ਸਰ, ਕੀ ਕਹਿਣਾ ਚਾਹੁੰਦੇ ਹੋ ਜੀ? ਹਾਂ, ਕੀ ਕਹਿਣਾ ਚਾਹੁੰਦੇ ਹੋ ਜੀ? ਭਾਈ ਮੈਂ ਨਾ ਕੁਝ 17-18 ਸਾਲ ਦੀ ਉਮਰ ਸੀ ਜਦੋਂ ਮੈਂ ਆਸਟ੍ਰੇਲੀਆ ਵਿਆਨਾ ਦੇ ਵਿੱਚ ਆਇਆ। ਹਾਂਜੀ। ਤੇ ਮੈਂ ਉੱਥੇ ਦੀ ਜਰਮਨ ਜਿਹੜੀ ਲੈਂਗੁਏਜ ਹੈਗੀ ਆ, ਮੈਂ ਪੂਰੀ ਸਿੱਖੀ 22 ਸਾਲ ਮੈਂ ਉੱਥੇ ਰਿਹਾ ਜੀ। ਹਾਂ। ਤੇ ਮੈਂ ਜਦੋਂ ਉੱਥੇ ਐਂਟਰ ਹੋਇਆ ਤਾਂ ਮੈਂ ਸਭ ਤੋਂ ਮੇਨ ਜਿਹੜੀ ਸੀ ਗੱਲ ਸੀ ਵੀ ਜਿਹੜੀ ਲੈਂਗੁਏਜ ਉਹ ਬਹੁਤ ਜ਼ਰੂਰੀ ਆ, ਤੇ ਮੈਂ ਉਹ ਉੱਥੇ ਸਿੱਖੀ ਤੇ ਪੜ੍ਹੀ। ਜੀ ਹਾਂ। ਤੇ ਆਪਣਾ ਬਿਜ਼ਨਸ ਕਰਦਾ ਰਿਹਾ, ਤੇ ਇਸ ਕਰਕੇ ਵੀ ਲੈਂਗੁਏਜ ਬਹੁਤ ਜ਼ਰੂਰੀ ਆ ਜਿੱਥੇ ਤੁਸੀਂ ਰਹਿੰਦੇ ਆ। ਜੀ ਹਾਂ। ਦੇਖੋ ਹਾਂਜੀ, ਹਰ ਥਾਂ ਤੇ ਅਸੀਂ ਨਹੀਂ ਜੀ, ਸਾਰੀ ਦੁਨੀਆ 'ਚ ਬੈਠੇ, ਸਾਰੀ ਦੁਨੀਆ 'ਚ ਘੁੰਮ ਰਹੀ ਹੈ। ਔਰ ਉਹ ਜਿੱਥੇ ਵੀ ਜਾਂਦੇ, ਤੁਸੀਂ ਆਪਾਂ ਸੋਚਣ ਵਾਲੀ ਗੱਲ ਹੈ, ਫਰੈਂਕਲੀ ਹੋ ਸਕਦਾ ਇਹ ਗੱਲ ਮੈਂ ਠੀਕ ਨਾ ਕਰਦਾ ਹਾਂ, ਅੰਗਰੇਜ਼ ਸਾਡੇ ਇੰਡੀਆ 'ਚ ਗਏ ਨੇ, ਉਹਨਾਂ ਨੇ ਇੰਡੀਆ ਦੇ ਉੱਤੇ ਰਾਜ ਕੀਤਾ ਜੀ, ਔਰ ਬਹੁਤੇ ਅੰਗਰੇਜ਼ ਸਾਡੀ ਜ਼ਬਾਨ ਉੱਥੇ ਆ ਕੇ ਸਿੱਖੇ ਨੇ, ਰਾਜ ਵੀ ਕਰਦੇ ਸੀ, ਸਾਡੀ ਜ਼ਬਾਨ ਵੀ ਸਿੱਖੀ ਸੀ। ਮੈਂ ਕਿਸੇ ਨੇ, ਸ਼ਾਇਦ ਤੁਸੀਂ ਦੇਖੇ ਹੋਏ ਲੇਟਲੀ, ਕਿਸੇ ਨੇ ਜੀ WhatsApp ਦੇ ਉੱਤੇ ਇੱਕ ਵੀਡੀਓ ਪਾਈ ਹੈ ਜਿਹਦੇ ਵਿੱਚ ਕਿ ਉਹ ਬੰਦਾ ਇਜ਼ ਫਰੋਮ England actually and he is born and raised in ਲਾਹੌਰ, ਔਰ ਉਹ ਪੰਜਾਬੀ ਬੋਲਦਿਆਂ ਦੀ ਇੰਨੀ ਸੋਹਣੀ ਪੰਜਾਬੀ, ਠੇਠ ਪੰਜਾਬੀ ਬੋਲ ਰਿਹਾ। ਕਿਉਂਕਿ ਉਹ ਜਿੱਥੇ ਵੀ ਰਹਿੰਦੇ ਹੋ ਤੁਸੀਂ ਉੱਥੋਂ ਦੀ ਜ਼ਬਾਨ ਜੇ ਸਿੱਖੋਗੇ ਤਾਂ ਤੁਹਾਨੂੰ ਕਮਿਊਨੀਕੇਸ਼ਨ ਕਰਨੀ ਸੌਖੀ ਹੋ ਜਾਂਦੀ ਹੈ, ਬੈਟਰ ਹੋ ਜਾਂਦੀ ਹੈ। ਬਹੁਤ ਬਹੁਤ ਸ਼ੁਕਰੀਆ ਜੀ। ਸ਼ੁਕਰੀਆ ਜੀ ਸਰ, ਥੈਂਕ ਯੂ ਸੋ ਮਚ, ਤੁਸੀਂ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ ਨੇ। ਸਰ ਗੱਲ ਉਹੀ ਹੈ ਕਿ ਜਦੋਂ ਲੈਂਗੁਏਜ ਦੀ ਗੱਲ ਆਉਂਦੀ ਹੈ, ਅਸੀਂ ਇਸ ਚੀਜ਼ ਨੂੰ ਲੈ ਕੇ ਆਪਣਾ ਈਗੋ ਦੇ ਉੱਤੇ ਲੈ ਆਉਂਦੇ ਹਾਂ ਕਿ ਅਸੀਂ ਪੰਜਾਬੀ ਹਾਂ, ਅਸੀਂ ਇਹ ਚੀਜ਼ ਨਹੀਂ ਕਰਨਾ ਚਾਹੁੰਦੇ। ਜੋ ਅਸੀਂ ਚਾਹੁੰਦੇ ਹਾਂ ਸਾਡੇ ਅਕੋਰਡਿੰਗ ਦੁਨੀਆ ਚੱਲਣੀ ਚਾਹੀਦੀ ਆ। ਪਰ ਗੱਲ ਉਹੀ ਹੈ ਕਿ ਜਿਸ ਦੇਸ਼ 'ਚ ਅਸੀਂ ਆਏ ਹਾਂ, ਜੇ ਉਸ ਦੇਸ਼ ਦੇ ਵਿੱਚ ਤੁਸੀਂ ਤਰੱਕੀਆਂ ਚਾਹੁੰਦੇ ਹੋ ਤਾਂ ਤੁਹਾਨੂੰ ਜ਼ਰੂਰੀ ਹੈ। ਹੁਣ ਉੱਥੇ ਪਾਰਲੀਮੈਂਟ 'ਚ ਬਹਿ ਕੇ ਪੰਜਾਬੀ ਥੋੜਾ ਨਾ ਬੋਲਦੇ ਆ। ਇੱਕ ਮੈਂ ਹੋਰ ਗੱਲ ਕਾਲ ਕਰਨਾ, ਮੈਨੂੰ ਜੀ ਕੋਈ ਸੈੱਲ ਫੋਨ ਤੇ ਜਿਹੜੇ ਕਾਲ ਕਰ ਰਹੇ ਜੀ, ਪਲੀਜ਼ ਸਾਨੂੰ ਜਿਹੜਾ ਤੁਸੀਂ ਸਕਰੀਨ ਤੇ ਨੰਬਰ ਦੇਖ ਰਹੇ ਹੋ ਉੱਤੇ ਕਾਲ ਕਰੋ ਪਲੀਜ਼। ਥੈਂਕ ਯੂ। ਜਿਹੜਾ ਟੌਪ ਚੱਲਦਾ ਉਹਦੇ ਬਾਰੇ ਗੱਲ ਕਰਨੀ ਸੀ। ਜੀ ਦੱਸੋ ਜੀ, ਕੀ ਕਹਿਣਾ ਚਾਹੁੰਦੇ, ਕਿੱਥੋਂ ਬੋਲ ਰਹੇ ਹੋ ਜੀ? ਅਸੀਂ BC ਤੋਂ ਬੋਲਦੇ ਹਾਂ, ਮੈਬਰਿਜ ਤੋਂ। ਜੀ ਮੈਮ। ਹਾਂਜੀ, ਅਸੀਂ ਇਹ ਕਹਿਣਾ ਚਾਹੁੰਦੇ ਹਾਂ, ਮੈਨੂੰ 15 ਸਾਲ ਹੋ ਗਏ ਮਤਲਬ ਕਿ ਆਇਆ ਨੂੰ। ਜਦੋਂ ਅਸੀਂ ਆਏ ਸਾਨੂੰ ਇੰਗਲਿਸ਼ ਦੀ ਇੰਨੀ ਪ੍ਰੋਬਲਮ ਸੀ, ਅਸੀਂ ਪਾਰਕ ਦੇ ਵਿੱਚ ਵੀ ਨਹੀਂ ਸੀ ਜਾ ਸਕਦੇ।
ਕਿਉਂਕਿ ਸਾਡੇ ਸਾਰੇ ਇੱਥੇ ਦੂਜੇ ਪੇਪਰ ਰਹਿੰਦੇ ਸੀਗੇ, ਜੀ। ਕਿਉਂਕਿ ਇੰਗਲਿਸ਼ ਸਿੱਖਣੀ ਇੱਥੇ ਜ਼ਰੂਰੀ ਆ। ਜਦੋਂ ਆਪਾਂ ਬੱਸ ਵੀ ਚੜ੍ਹਨਾ ਸੀਗਾ ਤਦ ਵੀ ਅਸੀਂ ਦੇਖਦੇ ਸੀ ਵੀ ਕੋਈ ਸਾਨੂੰ ਮਿਲੇ ਤਾਂ ਸਾਨੂੰ ਕੋਈ ਦੱਸੇ, ਪਰ ਅਸੀਂ ਆ ਕੇ ਇੱਥੇ ਸਿੱਖੀ ਆ। ਪਰ ਇੰਗਲਿਸ਼ ਇਹਨਾਂ ਕੰਟਰੀਆਂ ਦੇ ਵਿੱਚ ਜ਼ਰੂਰੀ ਆ। ਜੀ, ਜਦੋਂ ਦੀ ਤੁਸੀਂ ਸ਼ੁਕਰੀਆ ਇੰਗਲਿਸ਼ ਜੀ। ਸਿੱਖੀ ਹੈ ਜੀ, ਤੁਹਾਨੂੰ ਕਿੰਨਾ ਕੁ ਸੌਖਾ ਲੱਗਾ ਜਦੋਂ ਇੰਗਲਿਸ਼ ਤੁਸੀਂ ਸਿੱਖ ਲਈ, ਤੇ ਜਦੋਂ ਨਹੀਂ ਆਉਂਦੀ ਸੀ ਕਿੰਨਾ ਕੁ ਫਰਕ ਲੱਗਦਾ? ਨਹੀਂ ਆਉਂਦੀ ਸੀ ਤਾਂ ਬਹੁਤ ਹਾਰਡ ਸੀ। ਹੁਣ ਅਸੀਂ ਕਿਤੇ ਮਰਜ਼ੀ ਜਾ ਸਕਦੇ ਹਾਂ, ਇੰਗਲਿਸ਼ 'ਚ ਗੱਲ ਕਰ ਸਕਦੇ ਹਾਂ, ਸਾਰਾ ਕੁਝ ਕਰ ਸਕਦੇ ਹਾਂ। ਤੁਸੀਂ ਜੀ ਹੁਣ ਮੈਨੂੰ ਲੱਗਦਾ ਆਪਣੇ ਪੈਰਾਂ ਸਿਰ ਬੰਦਾ ਖੜਾ ਹੁੰਦਾ ਇਹਨਾਂ ਕੰਟਰੀਆਂ ਵਿੱਚ ਜੇ ਇੰਗਲਿਸ਼ ਆਉਂਦੀ ਹੈ। ਥੈਂਕ ਯੂ ਜੀ। ਬਹੁਤ ਤੁਸੀਂ ਬਹੁਤ ਧੰਨਵਾਦ ਤੁਹਾਡੀ ਜੀ। ਗੱਲਬਾਤ ਤੋਂ ਵੀ ਲੱਗਦਾ ਕਿ ਤੁਸੀਂ ਹੁਣ ਆਪਣੇ ਇੰਗਲਿਸ਼ ਦੇ ਸ਼ਬਦ ਵਿਚਾਲੇ ਪੰਜਾਬੀ ਦੇ ਵਿੱਚ ਵੀ ਬੋਲ ਰਹੇ ਸੀਗੇ। ਸਰ ਆਪਣੇ ਇੱਕ ਨਾਰਮਲੀ ਗੱਲ ਕਰੀਏ, ਜਿਵੇਂ ਸਾਡੇ ਗ੍ਰੈਂਡ ਪੇਰੈਂਟਸ ਨੇ, ਉਹ 6 ਮਹੀਨੇ ਦਾ ਇੱਥੇ ਟੂਰਿਸਟ ਵੀਜ਼ਾ ਲੱਗਦਾ ਆ। Yeah. ਉਸ ਤੋਂ ਬਾਅਦ ਜਦੋਂ ਵਾਪਸ 3 ਮਹੀਨੇ ਲਗਾ ਕੇ ਪੰਜਾਬ ਜਾਂਦੇ ਨੇ, ਕੁਝ ਵਰਡਸ ਤਾਂ ਉਹ ਵੀ ਸਿੱਖ ਜਾਂਦੇ ਨੇ। ਸਨੋ ਆ, ਬਹੁਤ ਹਾਰਡ ਲਾਈਫ ਆ, ਹਨਾ, ਹਾਂਜੀ। ਤੇ ਵੈਲਕਮ, ਥੈਂਕ ਯੂ, ਇਹ ਕਹਿਣਾ, ਸੌਰੀ ਕਹਿਣਾ ਸਿੱਖ ਜਾਂਦੇ ਆ, ਮਤਲਬ Yeah, 3 yeah. ਮਹੀਨਿਆਂ 'ਚ। ਹਾਂ। ਅਸੀਂ ਇੱਥੇ 2 ਸਾਲ ਲਗਾ ਲਈਏ ਕਿ ਅਸੀਂ ਇੰਗਲਿਸ਼ ਨਹੀਂ ਸਿੱਖ ਫਿਰ ਸਕਦੇ। ਜਰਾਬਾਂ ਨੂੰ ਵੀ ਸੌਕਸਾਂ ਕਹਿਣ ਲੱਗ ਜਾਂਦੇ ਐ, ਐਸੀ ਗੱਲ ਨਹੀਂ ਹੈ। ਕਿਉਂਕਿ ਨਾ ਜਿਹੜੇ ਇਹ ਸ਼ਬਦਾਵਲੀ ਇੱਥੇ ਵਰਤੀ ਜਾਂਦੀ ਹੈ, ਤੁਸੀਂ ਉਹਨੂੰ ਪਿਕ ਕਰਦੇ ਹੋ। ਔਰ ਜਿੰਨਾ ਛੇਤੀ ਕੋਈ ਜਿੱਥੇ ਵੀ ਜਾਂਦੇ ਹੋ, ਆਪਣੇ ਮਲੇਸ਼ੀਆ ਦੇ ਵਿੱਚ ਆਪਣੀ ਚੌਥੀ ਸ਼ਾਇਦ ਜਨਰੇਸ਼ਨ ਹੋਏਗੀ ਇਸ ਵੇਲੇ, ਔਰ ਉਹ ਸਾਰੇ ਦਸਤਾਰਾਂ ਸਜਾਉਂਦੇ ਆ, ਨੇਟਿਵ ਲੈਂਗੁਏਜ ਬੋਲਦੇ ਆ। ਉਹ ਤਾਂ ਨਹੀਂ ਵੀ ਪੰਜਾਬੀ ਚ ਆਪਦਾ ਕੰਮ ਕਰ ਰਹੇ ਹੋ। ਜਨਰੇਸ਼ਨ ਆਫਟਰ ਜਨਰੇਸ਼ਨ ਉਹ ਮਲਾਈ ਜਿਹੜੀ ਉੱਥੋਂ ਦੀ ਲੋਕਲ ਲੈਂਗੁਏਜ ਹੈ ਉਹ ਬੋਲਦੇ ਨੇ ਤੇ ਉਹ ਚ ਕਮਿਊਨੀਕੇਟ ਕਰਦੇ ਨੇ। ਜਿਹੜੇ ਤੁਸੀਂ ਕੰਟਰੀ ਚ ਬੈਠੇ ਹੋ, ਤੁਹਾਨੂੰ ਸਾਡਾ ਮਕਸਦ ਇਹ ਹੈ ਕਿ ਤੁਹਾਨੂੰ ਉੱਥੋਂ ਦੀ ਜ਼ੁਬਾਨ ਆਉਣੀ ਬਹੁਤ ਜ਼ਰੂਰੀ ਆ। ਹਾਂ, ਉਹਨਾਂ ਨੇ ਇਤਰਾਜ਼ ਕੀਤਾ ਸੀ ਕਿ ਤੁਸੀਂ ਕੁਬੈਕ ਦੀ ਕੁਬੈਕ 'ਚ ਮੈਂ ਜਾਵਾਂਗਾ। ਜਿਹੜੇ ਸਾਡੇ ਲੋਕ ਕੁਬੈਕ ਦੇ ਵਿੱਚ ਰਹਿੰਦੇ ਨੇ ਜੀ, ਮੈਂ ਥੋੜਾ ਤੁਹਾਨੂੰ ਸ਼ਾਇਦ ਤੁਸੀਂ BC ਰਹਿੰਦੇ ਹੋ, ਦੂਰ ਰਹਿੰਦੇ ਹੋ, ਸ਼ਾਇਦ ਤੁਹਾਨੂੰ ਨਾ ਪਤਾ ਹੋਵੇ। ਕੁਬੈਕ ਦੇ ਵਿੱਚ ਜਿਹੜੇ ਸਾਡੇ ਲੋਕ ਆਏ ਨੇ, ਫਸਟ ਜਨਰੇਸ਼ਨ ਦੀ ਗੱਲ ਕਰ ਰਹੇ ਹਾਂ, ਦੇ ਕਮਿਊਨੀਕੇਟ ਇਨ ਫ੍ਰੈਂਚ ਵੈਰੀ ਫਲੂਐਂਟਲੀ। ਉਹਨਾਂ ਦੇ ਬੱਚਿਆਂ ਨੇ ਤਾਂ ਖੈਰ ਫ੍ਰੈਂਚ ਬੋਲਣੀ ਆ। ਅਸੀਂ ਜਿੱਥੇ ਜਾਂਦੇ ਹਾਂ, ਸਾਨੂੰ ਜੇ ਉੱਥੋਂ ਦੀ ਲੋਕਲ ਲੈਂਗੁਏਜ ਆਉਂਦੀ ਹੋਏਗੀ ਤਾਂ ਸਾਨੂੰ ਉੱਥੇ ਰਹਿਣਾ ਸੌਖਾ ਹੋ ਜਾਏਗਾ। ਕਾਲ ਲੈ ਲਈ ਜੀ ਆਪਾਂ। ਜੀ ਬਿਲਕੁਲ, ਇੱਕ ਦਰਸ਼ਕ ਸਾਡੇ ਨਾਲ ਹੋਰ ਜੁੜ ਚੁੱਕੇ ਨੇ, ਉਹਨਾਂ ਦੀ ਅਸੀਂ ਕਾਲ ਲੈਣੇ ਆ। ਤਾਂ ਸਰ, ਜਿਵੇਂ ਇਹਨਾਂ ਨੇ ਗੱਲ ਕੀਤੀ ਹੈ ਕਿ ਸਾਰੀ ਆਲਮੋਸਟ ਐਗਰੀ ਨੇ, ਸਾਡੇ ਇੱਕ ਦਰਸ਼ਕ ਨੂੰ ਛੱਡ ਕੇ। ਹਾਂ, ਉਮੀਦ ਕਰਦੇ ਹਾਂ ਕਿ ਹੁਣ ਉਹ ਵੀ ਐਗਰੀ ਹੋ ਗਏ ਹੋਣਗੇ। ਹੈਲੋ, ਕੋਈ, ਹਾਂਜੀ, ਹੈਲੋ ਦਨਜੀਤ ਬੇਟਾ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਪ੍ਰੋਗਰਾਮ 'ਚ। ਹਾਂ, ਇਹ ਜਿਹੜੀ ਤੁਸੀਂ ਗੱਲ ਕਰ ਰਹੇ ਇੰਗਲਿਸ਼ ਦੀ, ਇਹ ਬਿਲਕੁਲ ਜ਼ਰੂਰੀ ਆ। ਮੈਂ ਤੁਹਾਨੂੰ ਦੱਸਦਾ ਆਪ ਵੀਰ ਜੀ, ਮੇਰੇ ਨਾਲ ਇੱਕ ਬੰਦਾ ਜਹਾਜ਼ ਵਿੱਚ ਬੈਠਾ ਸੀਗਾ, ਤਾਂ ਉਹ 3 ਆਦਮੀ, ਦੋਨੇ ਜਿੱਦਾਂ ਘਰ ਵਾਲੀ ਸੀਗੀ ਉਹਦੀ, ਉਹਨੂੰ ਮਨਾ ਕਰਦੀ ਸੀ ਸ਼ਰਾਬ ਪੀਣ ਤੇ, ਵੀ ਸ਼ਰਾਬ ਨਹੀਂ ਪੀਣੀ। ਤਾਂ ਉਹ ਕਹਿੰਦਾ ਮੈਂ ਪੀਣੀ। ਉਹ ਕਹਿੰਦੀ ਜਾ ਕੇ ਪੁੱਛ ਲਾ ਤੂੰ, ਜੇ ਤੈਨੂੰ ਦਿੰਦੇ ਆ। ਉਹ ਜਿਸ ਵੇਲੇ ਉਹਨੂੰ 에ਅਰ ਹੋਸਟਲ ਨੂੰ ਪੁੱਛਿਆ, ਉਹਨੂੰ ਇੰਗਲਿਸ਼ ਆਉਂਦੀ ਨਹੀਂ ਸੀ। ਉਹ ਏਦਾਂ 2-3 ਵਾਰ ਪੁੱਛਿਆ, ਉਹਨੂੰ ਫੜ ਕੇ ਬਾਥਰੂਮ 'ਚ ਵਾੜਤਾ ਵੀ ਬਾਥਰੂਮ ਹੀ ਆਉਂਦਾ। ਹਾਂਜੀ, ਆਲਮੋਸਟ ਬੰਦੇ ਬਾਥਰੂਮ ਹੀ ਮੰਗਦੇ ਆ। ਹਾਂਜੀ। ਤੇ ਇਹ ਆ ਭਾਸ਼ਾ ਦਾ, ਜੇ ਭਾਸ਼ਾ ਆਉਂਦੀ ਹੋਊਗੀ ਤਾਂ ਆਦਮੀ ਸਹੀ ਤਰੀਕੇ ਨਾਲ ਕਿਤੇ ਗੱਲ ਕਰ ਲਊਗਾ। ਤੇ ਜੇ ਸਾਨੂੰ ਕੋਈ ਗੱਲ ਹੀ ਨਹੀਂ ਆਉਂਦੀ, ਜਾਂ ਅਸੀਂ ਉਹਦੇ 'ਚ ਇਹ ਜਿੱਦਾਂ ਆਦਮੀ ਭੜਕ ਪੈਂਦੇ ਆ। ਪੰਜਾਬੀ ਤੁਸੀਂ ਆਪਣੀ ਕੋਲ ਰੱਖੋ, ਪਰ ਜਿੱਥੇ ਤੁਸੀਂ ਰਹਿੰਦੇ ਆ ਉੱਥੇ ਦੀ ਜ਼ੁਬਾਨ ਜ਼ਰੂਰੀ ਹੋਣੀ ਚਾਹੀਦੀ ਆ। ਬਿਲਕੁਲ ਜੀ, ਅਸੀਂ ਇਹ ਨਹੀਂ ਕਹਿੰਦੇ ਮੈਂ ਪੰਜਾਬੀ ਬੋਲਦਾ ਜੀ, ਮੈਂ ਮਾਣ ਮਹਿਸੂਸ ਕਰਦਾ ਮੈਂ ਪੰਜਾਬੀ ਬੋਲਦਾ। ਮੇਰੀ ਕੋਸ਼ਿਸ਼ ਹੁੰਦੀ ਮੈਂ ਹਰ ਥਾਂ ਦੇ ਉੱਤੇ ਪੰਜਾਬੀ ਬੋਲਾਂ। ਮੈਂ ਆਪਣੇ ਬੱਚਿਆਂ ਨੂੰ ਸ਼ੁਕਰੀਆ ਜੀ। ਇੱਕ ਦਰਸ਼ਕ ਸਾਡੇ ਨਾਲ ਹੋਰ ਜੁੜ ਗਏ ਨੇ, ਆਪ ਜੀ ਦਾ ਬਹੁਤ ਬਹੁਤ ਧੰਨਵਾਦ ਕਾਲ ਕੀਤੀ। ਹੈਲੋ, ਹੈਲੋ, ਸਤਿ ਸ਼੍ਰੀ ਅਕਾਲ ਜੀ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕੀ ਕਹਿਣਾ ਹਾਂਜੀ ਚਾਹੁੰਦੇ? ਸਰ, ਜੇ ਤੁਹਾਡਾ ਟੌਪਿਕ ਚੱਲਦਾ ਨਾ, ਕਿੱਥੋਂ ਬੋਲ ਰਹੇ ਹੋ ਸਰ ਤੁਸੀਂ? ਵੈਸੇ ਪਹਿਲਾਂ ਦੱਸ ਦੋਗੇ? ਮੈਂ ਬਰੈਂਟਨ ਤੋਂ ਬੋਲਦਾ। ਮੇਰਾ ਨਾਮ ਸੁਖਦੇਵ ਆ। ਜੀ ਸਰ। ਹਾਂਜੀ, ਜਦੋਂ ਮੈਂ 40 ਸਾਲ ਪਹਿਲਾਂ 50 ਸਾਲ ਪਹਿਲਾਂ ਆਇਆ ਸੀ, ਮੈਨੂੰ ਇੰਗਲਿਸ਼ ਨਹੀਂ ਆਉਂਦੀ। ਮੈਂ ਮਾਸਟਰ ਦੀ ਡਿਗਰੀ ਲੈਣ ਗਿਆ ਤਾਂ ਮੈਂ ਉਹਨੂੰ ਹੱਥ ਨਾਲ ਦੱਸਦਾ ਸੀ ਵੀ ਮੈਨੂੰ ਆ ਚਾਹੀਦਾ। ਸਹੀ ਗੱਲ ਹੈ ਜੀ। ਹਾਂ, ਤੇ ਇੰਗਲਿਸ਼ ਜ਼ਰੂਰੀ ਹੈ ਜੀ। ਹਾਂਜੀ, ਹਾਂ, ਜਿੱਥੇ ਸ਼ੁਕਰੀਆ ਜੀ, ਸ਼ੁਕਰੀਆ ਬਹੁਤ ਤੁਹਾਡਾ ਕਾਲ ਕਰਨ ਦੇ ਲਈ। ਤੇ ਇੱਕ ਦਰਸ਼ਕ ਹੋਰ ਜੁੜ ਗਏ ਨੇ। ਹੈਲੋ, ਹੈਲੋ, ਸਤਿ ਸ਼੍ਰੀ ਅਕਾਲ ਜੀ ਤੇ ਤਾਨੂੰ ਜੀ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ ਜੀ? ਮੈਂ BC ਤੋਂ ਸਰੀ ਤੋਂ ਬੋਲ ਰਿਹਾ। ਸਵਾਗਤ ਹੈ ਜੀ ਪ੍ਰੋਗਰਾਮ 'ਚ। ਕੀ ਕਹਿਣਾ ਚਾਹੋਗੇ? ਮੈਂ ਤੁਹਾਡਾ ਪ੍ਰੋਗਰਾਮ ਤਾਂ ਐਵਰੀ ਡੇ ਦੇਖਦਾ। ਜਿਆਦਾ ਹੈਗਾ ਠੀਕ ਹੈ। ਥੈਂਕ ਯੂ ਜੀ। ਤੇ ਮੈਨੂੰ ਅੱਜ ਆ ਭਾਈ ਤੇ ਲੈਂਗੁਏਜ ਬਾਰੇ ਵੀ ਇੰਗਲਿਸ਼ ਜ਼ਰੂਰੀ ਨਹੀਂ, ਇਹਦੇ ਬਾਰੇ ਮੈਨੂੰ ਬਹੁਤ ਗੁੱਸਾ ਲੱਗਿਆ। ਨਹੀਂ, ਗੁੱਸਾ ਕਰਦੇ ਨਹੀਂ, ਅਸੀਂ ਤਾਂ ਆਪਾਂ ਇਹ ਇਟਸ ਹੈਲਥੀ ਡਿਸਕਸ਼ਨ ਆ, ਕੋਈ ਐਸੀ ਗੱਲ ਨਹੀਂ ਹੈ। ਤੁਸੀਂ ਇਮੋਸ਼ਨਲ ਹੋ ਜਾਂਦੇ ਹੋ, ਕੋਈ ਐਸੀ ਗੱਲ ਨਹੀਂ। ਨੱਤ ਜੀ, ਮੈਂ ਨਿੱਕਾ ਹੁੰਦਾ ਬਾਹਰ ਨਿਕਲਿਆ ਹੋਇਆ। ਮੈਂ ਪਹਿਲਾਂ ਤਾਂ ਬੰਗਾਲ ਚ ਰਿਹਾ, ਬੰਗਾਲੀ ਦੀ ਕਿਉਂਕਿ ਬੜੀ ਦਿੱਕਤ ਆਉਂਦੀ, ਉਹ ਸਿੱਖੀ। ਜੀ ਹਾਂ, ਫਿਰ ਮੈਂ ਫਿਲਪਾਈਨ ਚ ਰਿਹਾ, ਮਨੀਲਾ ਤੇ ਤਗਾਲੋ ਬੋਲ ਰਿਹਾ, ਉਹ ਸਿੱਖੀ। ਹਾਂਜੀ, ਇੱਥੇ ਆਇਆ ਤੇ ਇੰਗਲਿਸ਼ ਨਹੀਂ ਸੀ ਆਉਂਦੀ, ਬੜੀ ਮੁਸ਼ਕਿਲ ਨਾਲ ਇੰਗਲਿਸ਼ ਸਿੱਖੀ। ਇਹ ਕਹਿੰਦਾ ਮੈਨੂੰ 20 ਸਾਲ ਹੋ ਗਏ ਨੌਕਰੀ ਕਰਦੇ ਨੂੰ, ਉਹਦੇ ਚ ਬੜਾ ਇੱਥੇ ਲੱਗ ਗਿਆ ਹੋਊਗਾ ਇਹ। ਨਹੀਂ ਚਲੋ ਆਪਾਂ ਆਉਂਦਾ ਨਹੀਂ ਹੈ ਤਾਂ ਕੀ ਕਹਿਣਾ ਜੀ। ਹਾਂਜੀ,
50 ਸਾਲ ਪਹਿਲਾਂ ਸਾਡੇ ਵਾਂਗੂ ਆਉਂਦਾ ਤੇ ਗੋਰਿਆਂ ਤੇ ਜਦੋਂ ਥੁੱਕਦੇ ਹੁੰਦੇ ਜੁੱਤੇ ਤੇ ਉਸ ਵੇਲੇ ਤੋਂ ਇਹਨੂੰ ਪਤਾ ਹੋਣਾ ਚਾਹੀਦਾ ਕਿ ਉਹ ਟਾਈਮ ਕੀ ਤੇ ਇਹ ਸਿੱਖਣੀ ਚਾਹੀਦੀ ਹੈ ਜਾਂ ਜੀ ਬਹੁਤ ਬਹੁਤ ਸ਼ੁਕਰੀਆ ਜੀ ਆਪਣੇ ਵਿਚਾਰ ਸਾਂਝੇ ਕਰਨ ਲਈ। ਇੱਕ ਦਰਸ਼ਕ ਸਾਨੂੰ ਇਸ ਦੌਰਾਨ ਹੋਰ ਕਾਲ ਕਰ ਰਹੇ ਸੀ, ਅਸੀਂ ਮਾਫੀ ਚਾਹਾਂਗੇ ਕਿ ਤੁਹਾਡਾ ਫੋਨ ਨਹੀਂ ਲੈ ਸਕੇ, ਤੁਸੀਂ ਸਾਨੂੰ ਦੁਬਾਰਾ ਕਾਲ ਕਰ ਸਕਦੇ ਹੋ। ਤੇ ਸਰ ਸਮਾਂ ਵੀ ਆਪਣਾ ਲਗਭਗ ਇਜਾਜ਼ਤ ਲੈਣ ਦਾ ਹੋ ਰਿਹਾ ਹੈ, ਪ੍ਰੋਗਰਾਮ ਨੂੰ ਵਾਈਂਡ ਅਪ ਕਰੀਏ ਕਿਉਂਕਿ ਅੱਜ ਇੰਗਲਿਸ਼ ਲੈਂਗੁਏਜ ਨਹੀਂ ਆਪਣਾ ਲਗਭਗ ਸਾਰਾ ਟੌਪਿਕ ਜਿਹੜਾ ਹੈ ਕਵਰ ਕਰ ਲਿਆ। ਕੋਈ ਗੱਲ ਨਹੀਂ, ਦੇਖੋ ਸਾਡੀ ਕੋਸ਼ਿਸ਼ ਹੁੰਦੀ ਜੀ ਕੁਛ ਨਾ ਕੁਛ ਅਸੀਂ ਜਿਹੜੀ ਵੀ we want a healthy discussion, ਕੋਈ ਗੱਲ ਨਹੀਂ, you get emotional that's fine as well, ਕੋਈ ਏਡੀ ਗੱਲ ਨਹੀਂ, ਗੱਲ ਕਈ ਵਾਰੀ ਅੰਦਰੋਂ ਐਸੀ ਆਉਂਦੀ ਹੈ ਕਿ ਤੁਹਾਨੂੰ ਕੋਈ ਚੰਗੀ ਗੱਲ ਚੰਗੀ ਨਹੀਂ ਲੱਗਦੀ, ਕਈ ਵਾਰੀ ਸਮਝ ਕਈ ਵਾਰੀ ਤੁਸੀਂ ਗਲਤ ਸਮਝ ਜਾਂਦੇ ਹੋ, ਕਿਸੇ ਨੇ ਕੋਈ ਇੱਥੇ ਵੀ ਕਮਿਊਨੀਕੇਸ਼ਨ ਪ੍ਰੋਬਲਮ ਆ ਜਾਂਦੀ ਹੈ ਕਿ ਕਿਸੇ ਨੇ ਕੁਝ ਕਿਹਾ ਤੇ ਕਈ ਵਾਰੀ ਸਮਝ ਕੁਝ ਹੋਰ ਆਇਆ, ਕੋਈ ਜ਼ਰੂਰੀ ਨਹੀਂ, ਫਿਰ ਕੀ ਹੋ ਗਿਆ, ਅਸੀਂ ਇਸੇ ਵਾਸਤੇ ਬੈਠੇ ਹਾਂ, ਅਸੀਂ ਇਸੇ ਕਰਕੇ ਅਸੀਂ ਕੋਈ ਕਾਲ ਨਹੀਂ ਜੀ ਕੱਟਦੇ ਐਜ਼ ਲੌਂਗ ਐਜ਼ ਪਾਰਲੀਮੈਂਟਰੀ ਲੈਂਗੁਏਜ ਜਿਹੜੀ ਆਪਾਂ ਸੱਭਿਅਕ ਭਾਸ਼ਾ ਅਸੀਂ ਪਰਿਵਾਰ 'ਚ ਬੈਠ ਕੇ ਸਾਰਾ ਪਰਿਵਾਰ ਦੇਖ ਸਕੇ, ਸਾਰਾ ਪਰਿਵਾਰ ਸੁਣ ਸਕੇ, ਅਸੀਂ ਕੋਈ ਵੀ ਕਾਲ ਨਹੀਂ ਜੀ ਕੱਟਾਂਗੇ, ਅਸੀਂ ਇਸ ਗੱਲ ਦੀ ਗਰੰਟੀ ਦਿੰਦੇ ਹਾਂ ਜੀ। ਤੁਸੀਂ ਹਾਂ ਇਹ ਗੱਲ ਵੱਖਰੀ ਹੈ ਕਿ ਜਦੋਂ ਕਾਲਸ ਪਿੱਛੇ ਹੋਰ ਆਈਆਂ ਹੁੰਦੀਆਂ ਨੇ ਤਾਂ ਸਾਨੂੰ ਤੁਹਾਨੂੰ ਕਹਿਣਾ ਪੈਂਦਾ ਵੀ ਅਸੀਂ ਹੋਰ ਕਾਲ ਲੈਣੀ ਹੈ, ਅਦਰਵਾਈਜ਼ ਜੇ ਕੁਛ ਪਿੱਛੇ ਕਾਲ ਨਹੀਂ ਆ ਰਹੀ ਤਾਂ ਤੁਸੀਂ ਸਾਡੇ ਨਾਲ ਆਰਗੂਮੈਂਟ ਕਰਨਾ ਬਾਏ ਆਲ ਮੀਨਸ। ਕੋਈ ਜ਼ਰੂਰੀ ਨਹੀਂ ਹੈ ਕਿ ਅਸੀਂ ਵੀ ਠੀਕ ਹੋਈਏ, ਕੋਈ ਜ਼ਰੂਰੀ ਨਹੀਂ ਹੈ ਤੁਸੀਂ ਵੀ ਠੀਕ ਹੋਵੋ, ਤੁਸੀਂ ਵੀ ਠੀਕ ਹੋ ਸਕਦੇ ਹੋ, ਅਸੀਂ ਵੀ ਠੀਕ ਹੋ ਸਕਦੇ ਹਾਂ, ਪਰ ਅਸੀਂ ਚਾਹੁੰਦੇ ਹਾਂ ਜਿਹੜਾ ਕੋਈ ਪ੍ਰੋਗਰਾਮ ਅਸੀਂ ਕਰਦੇ ਹਾਂ ਉਹਦੇ 'ਚ ਕੁਛ ਨਾ ਕੁਛ ਕਿਸੇ ਪਾਸੇ ਪਤਾ ਲੱਗੇ, ਕੁਛ ਨਵੀਂ ਜਾਣਕਾਰੀ ਮਿਲੇ, ਅਸੀਂ ਉਹ ਚਾਹੁੰਦੇ ਹਾਂ। ਇੰਗਲਿਸ਼ ਦੀ ਗੱਲ ਆਪਾਂ ਕੀਤੀ ਹੈ, ਇਕੱਲੀ ਇੰਗਲਿਸ਼ ਦੀ ਜ਼ੁਬਾਨ ਦੀ ਤਰਨ ਇਹ ਨਹੀਂ ਹੈ, ਜਿੱਥੇ ਵੀ ਜਾਣਾ ਤੁਸੀਂ ਜਿਵੇਂ ਪਿਛਲੀ ਕਾਲ ਆਈ ਸੀ ਉਹ 'ਚ ਕਹੇ ਬੰਗਾਲ 'ਚ ਗਏ, ਬੰਗਾਲ ਦੀ ਬੰਗਾਲੀ ਸਿੱਖੀ ਹੈ, ਮੈਨੂੰ ਉਦੋਂ ਜਦੋਂ ਯਾਦ ਆਇਆ ਮੇਰੇ ਬੱਚੇ ਕਰਨਾਟਕਾ ਪੜ੍ਹਨ ਗਏ ਸੀਗੇ, ਉਹਨਾਂ ਨੇ ਇਉਂ ਨਹੀਂ ਆ ਵੀ ਕੰਨੜ 'ਚ ਪੂਰੇ ਫਲੂਐਂਟ ਹੋ ਗਏ ਸੀਗੇ, ਪਰ ਉਹ ਕੰਮ ਚਲਾਉਣ ਜੋਗੀ ਉਹਨਾਂ ਨੂੰ ਸਿੱਖਣੀ ਵੀ ਫਸੇ। ਗੱਲ ਹੋਈ ਹੈ ਕਿ ਆਪਣੀ ਟੌਪਿਕ ਦੀ ਸ਼ੁਰੂਆਤ ਇੱਥੋਂ ਹੀ ਹੋਈ ਸੀ ਵੀ ਆਸਟ੍ਰੇਲੀਆ ਨੇ ਕਿਹਾ ਕਿ ਇੰਗਲਿਸ਼ ਮਸਟ ਕਰ ਦਿੱਤੀ ਹੈ, ਟੈਸਟ ਮਸਟ ਆ। ਆਪਣੀ ਇਹ ਗੱਲ ਹੋਈ ਕਿ ਇੱਥੇ ਵੀ ਜਿਹੜੇ ਆਉਂਦੇ ਉਹਨਾਂ ਲਈ ਵੀ ਟੈਸਟ ਮਸਟ ਹੋਣਾ ਚਾਹੀਦਾ ਤਾਂ ਕਿ ਤੁਸੀਂ ਜਿਹੜੇ ਦੇਸ਼ ਚਾਹੁੰਦੇ ਹੋ ਉੱਥੋਂ ਦੀ ਲੈਂਗੁਏਜ ਤੁਹਾਨੂੰ ਆਉਣੀ ਚਾਹੀਦੀ ਆ। ਇਸ ਗੱਲ ਦੇ ਉੱਤੇ ਸ਼ਾਇਦ ਕਾਲਰ ਨੂੰ ਲੱਗਿਆ ਕਿ ਆਪਾਂ ਕਹਿ ਰਹੇ ਹਾਂ ਕਿ ਬਿਨਾਂ ਇੰਗਲਿਸ਼ ਜਿਹਨੂੰ ਨਹੀਂ ਆਉਂਦੀ ਉਹਨੂੰ ਇੱਥੇ ਐਂਟਰੀ ਨਾ ਮਿਲੇ, ਸੋ ਸ਼ਾਇਦ ਹੋ ਸਕਦਾ ਕਿ ਉਹਨਾਂ ਨੂੰ ਇਸ ਗੱਲ ਦੀ ਮਿਸਅੰਡਰਸਟੈਂਡਿੰਗ ਹੋਵੇ। ਕੋਈ ਗੱਲ ਨਹੀਂ, ਸਾਨੂੰ ਤੁਸੀਂ ਸਾਰੇ ਵੈਲਕਮ ਹੋ, ਤੁਸੀਂ ਕਾਲ ਕਰਦੇ ਹੋ, ਅਸੀਂ ਆਪਾਂ ਇੱਕ ਪਰਿਵਾਰ ਆ, ਪਰਿਵਾਰ ਦੇ ਵਿੱਚ ਆਰਗੂਮੈਂਟ ਵੀ ਹੁੰਦਾ, ਪਰ ਅਖੀਰ ਸਟਿਲ ਵੀ ਆਰ ਫੈਮਿਲੀ। ਆਈ ਥਿੰਕ ਸੋ ਕਿ ਮੈਂ ਵੀ ਇਸ ਅੱਜ ਥੋੜੀ ਜ਼ਿਆਦਾ ਆਰਗੂਸ ਕਰ ਲਈ ਸਟਿਲ ਵੀ ਆਰ ਅ ਫੈਮਿਲੀ ਐਂਡ ਫੈਮਿਲੀ 'ਚ ਤਕਰਾਰ ਹੁੰਦੇ ਆ ਤਾਂ ਕੋਈ ਏਡੀ ਕਿਹੜੀ ਗੱਲ ਹੈਗੀ ਹੈ, ਇਹਦੇ ਵਿੱਚ ਉਹ ਨਹੀਂ ਹੈ ਕਿ ਤੁਸੀਂ ਸਾਨੂੰ ਮੁੜ ਕੇ ਕਾਲ ਨਹੀਂ ਕਰਨੀ ਜਾਂ ਅਸੀਂ ਤੁਹਾਡੀ ਕਾਲ ਲੈਣੀ ਨਹੀਂ ਹੈ, ਸਾਨੂੰ ਅਸੀਂ ਨਾਂ ਦੀ ਜੀ ਦੇਖਦੇ ਬਿਲਕੁਲ ਵੀ, ਜਦੋਂ ਸਾਨੂੰ ਕਾਲ ਆਉਂਦੀ ਹੈ ਨਾਂ ਦਿਸਦਾ, ਤੁਸੀਂ ਜੇ ਅਨਨੋਨ ਤੇ ਵੀ ਕਾਲ ਕਰੋਗੇ ਅਸੀਂ ਤਾਂ ਵੀ ਕਾਲ ਲਵਾਂਗੇ, ਕੋਈ ਐਸੀ ਗੱਲ ਹੈ ਨਹੀਂ ਗੀ, ਐਜ਼ ਲੌਂਗ ਐਜ਼ ਆਪਣੀ ਭਾਸ਼ਾ ਸੱਭਿਅਕ ਆ, ਆਪਾਂ ਇੱਕ ਦੂਜੇ ਨੂੰ ਸੁਣ ਸਕਦੇ ਹਾਂ, ਇੱਕ ਦੂਜੇ ਤੇ ਆਪਾਂ ਚੀਖਦੇ ਨਹੀਂ, ਇੱਕ ਦੂਜੇ ਦੇ ਉੱਪਰ ਦੀ ਹੋ ਕੇ ਨਹੀਂ ਬੋਲਦੇ, ਮੋਸਟ ਵੈਲਕਮ, ਐਸੀ ਕਿਹੜੀ ਗੱਲ ਹੈਗੀ, ਅਸੀਂ ਇਸੇ ਵਾਸਤੇ ਬੈਠੇ ਹਾਂ। ਬਿਲਕੁਲ ਸਰ, ਤੇ ਇੰਗਲਿਸ਼ ਲੈਂਗੁਏਜ ਨੂੰ ਅੱਜ ਇੱਥੇ ਹੀ ਕਲੋਜ਼ ਕਰੀਏ, ਕਈ ਹੋਰ ਮੁੱਦੇ ਸੀ ਜਿਹੜੇ ਡਿਸਕਸ ਕਰਨ ਤੋਂ ਅੱਜ ਰਹਿ ਗਏ, ਪਰ ਆ ਵੀ ਮੁੱਦਾ ਵਿਚਾਰਨਾ ਜ਼ਰੂਰੀ ਸੀ। ਕਾਫੀ ਸਮੇਂ ਤੋਂ ਬੈਠੇ ਅਸੀਂ ਵੀ ਇਹ ਗੱਲਾਂ ਬਾਤਾਂ ਕਰਦੇ ਹਾਂ, ਆਪਾਂ ਵੀ ਸਟੂਡੀਓ ਤੋਂ ਬਾਹਰ ਆਪਾਂ ਜਦੋਂ ਗੱਲਬਾਤ ਕਰਦੇ ਹਾਂ ਇੰਗਲਿਸ਼ ਲੈਂਗੁਏਜ ਨੂੰ ਲੈ ਕੇ ਆਪਣੀਆਂ ਬਹੁਤ ਵਾਰੀ ਗੱਲਾਂ ਬਾਤਾਂ ਹੁੰਦੀਆਂ ਨੇ ਕਿ ਕਿੰਨੀ ਕੁ ਜ਼ਰੂਰੀ ਹੈ। ਆਪਾਂ ਭਾਵੇਂ ਇੱਥੇ ਬਰੈਂਪਟਨ ਦੇ ਵਿੱਚ ਰਹਿੰਦੇ ਆ, ਇੱਥੇ ਪੰਜਾਬੀ ਹਰ ਦੂਸਰਾ ਤੀਸਰਾ ਸ਼ਖਸ ਅੱਜ ਕੱਲ ਆਪਾਂ ਨੂੰ ਪੰਜਾਬੀ ਬੋਲਦਾ ਦਿਖਦਾ, ਸਟੋਰਸ ਤੇ ਜਾਂਦੇ ਪੰਜਾਬੀ ਹੈ, ਪੰਜਾਬੀ ਸਾਈਨ ਵੀ ਲੱਗੇ ਹੋਏ ਨੇ ਜੀ। ਬਟ ਇਸ ਤੋਂ ਬਾਹਰ ਜੇ ਆਪਾਂ ਗੱਲ ਕਰੀਏ, ਬਰੈਂਪਟਨ ਤੋਂ ਬਾਹਰ ਦੀ ਗੱਲ ਕਰੀਏ, ਆਪਾਂ ਲੰਡਨ ਸਾਈਡ ਚਲ ਜਾਈਏ ਜਾਂ ਦੂਸਰੀ ਸਾਈਡ ਚਲ ਜਾਈਏ, ਉੱਥੇ ਹਰ ਜਗ੍ਹਾ ਪੰਜਾਬੀ ਅਵੇਲੇਬਲ ਨਹੀਂ ਹੈਗੇ। ਸਾਡੇ ਬਜ਼ੁਰਗ ਜਦੋਂ ਕਹਿੰਦੇ ਆ ਕਿ ਉਹਨਾਂ ਦਾ ਦਿਲ ਨਹੀਂ ਲੱਗਦਾ ਜੀ ਇੱਥੇ ਆ ਕੇ, ਕਿਉਂ ਨਹੀਂ ਲੱਗਦਾ? ਕਿਉਂਕਿ ਪੰਜਾਬੀ 'ਚ ਗੱਲਾਂ ਮਾਰਨ ਵਾਲੇ ਉਹਨਾਂ ਨੂੰ ਬਹੁਤ ਘੱਟ ਮਿਲਦੇ ਆ। ਸੋ ਜੇ ਲੈਂਗੁਏਜ ਆਉਂਦੀ ਹੋਊਗੀ ਉਹਨਾਂ ਦਾ ਵੀ ਬਾਹਰ ਫਰੈਂਡ ਸਰਕਲ ਬਣੂਗਾ, ਨਹੀਂ ਆਉਂਦੀ ਤੁਸੀਂ ਬਾਹਰ ਜਾਓ, ਕਮਿਊਨਿਟੀ ਸੈਂਟਰਸ ਜਾਓ, ਇਹ ਕਲਾਸਿਸ ਜੁਆਇਨ ਕਰੋ, ਤੁਸੀਂ ਸਿੱਖ ਸਕਦੇ ਹੋ। ਇੱਕ ਤਾਂ ਗੱਲ ਇਹ ਹੈ ਕਿ ਤੁਹਾਡਾ ਬਾਹਰ ਸਰਕਲ ਵੀ ਵਧੇਗਾ, ਤੁਹਾਡਾ ਟਾਈਮ ਵੀ ਪਾਸ ਹੋਏਗਾ, ਨਾਲ ਦੇ ਨਾਲ ਬੱਚਿਆਂ ਲਈ ਜਿਹੜੇ ਐਜੂਕੇਟਿਡ ਨੇ ਉਹਨਾਂ ਲਈ ਤਾਂ ਜ਼ਰੂਰੀ ਹੈ, ਅੱਜ ਦੀ ਜਨਰੇਸ਼ਨ ਲਈ ਤਾਂ ਜ਼ਰੂਰੀ ਹੈ ਕਿ ਤੁਸੀਂ ਸਿੱਖੋਗੇ ਤਾਂ ਹੀ ਤੁਹਾਡੀ ਇੱਥੇ ਆ ਕੇ, ਅਸੀਂ ਇੱਥੇ ਆਏ ਹਾਂ ਮੁਲਕਾਂ 'ਚ, ਅਸੀਂ ਇਹ ਤਾਂ ਨਹੀਂ ਕਹਿੰਦੇ ਅਸੀਂ ਲੇਬਰ ਜੌਬ ਕਰਨ ਲਈ ਆਏ ਹਾਂ, ਵਧੀਆ ਪੋਜੀਸ਼ਨਸ ਲੈਣ ਲਈ ਇੱਥੇ ਆਏ ਹਾਂ। ਇਹ ਲੇਬਰ ਜੌਬ ਕਰਨੀ ਹੁੰਦੀ ਇੰਨਾ ਤਾਂ ਅਸੀਂ ਉੱਥੇ ਬੈਠੇ ਵੀ ਕਮਾ ਸਕਦੇ ਸੀ, ਇੱਥੇ ਆਏ ਹਾਂ ਪੜ੍ਹ ਲਿਖ ਕੇ, ਉੱਥੇ MBAs ਕਰਕੇ ਸਭ ਕੁਝ ਕਰਕੇ ਇੱਥੇ ਆਏ ਹਾਂ। ਇਸ ਲਈ ਆਏ ਤਾਂ ਕਿ ਵਧੀਆ ਪੋਜੀਸ਼ਨਸ ਇੱਥੇ ਲਈਏ। ਹੁਣ ਸਾਡੇ ਪੋਲੀਟੀਸ਼ੀਅਨਸ ਉੱਥੇ ਤੱਕ ਪਹੁੰਚੇ ਹੋਏ ਨੇ, ਐਡੀਆਂ ਪਾਰਲੀਮੈਂਟ ਦੇ ਵਿੱਚ ਸੀਟਸ ਹੈਗੀਆਂ ਨੇ, MP ਸਾਡੇ ਹੈਗੇ ਨੇ, ਪਰ ਇਹ ਤਾਂ ਨਹੀਂ ਕਿ ਉਹ ਪੰਜਾਬੀ 'ਚ ਗੱਲ ਕਰਦੇ ਆ ਕਿ ਮੈਂ ਤਾਂ ਪੰਜਾਬੀ ਆ ਜੀ, ਮੈਂ ਤਾਂ ਪੰਜਾਬੀ 'ਚ ਹੀ ਬੋਲੂੰਗਾ। ਸਾਰੇ ਇੱਥੋਂ ਦੀ ਲੈਂਗੁਏਜ ਵੀ ਅਡਾਪਟ ਕਰਦੇ ਆ। ਸੋ ਹੁਣ ਸਮਾਂ ਵੀ ਇਜਾਜ਼ਤ ਲੈਣ ਦਾ ਹੋ ਰਿਹਾ ਜੀ, ਜੇ ਕਿਸੇ ਤੋਂ ਵਾਧੂ ਘਾਟੂ ਬੋਲਿਆ ਗਿਆ ਹੋਵੇ ਉਹਦੇ ਲਈ ਅਸੀਂ ਮੁਆਫੀ ਚਾਹੁੰਦੇ ਹਾਂ। ਤੇ ਸਰ ਅੱਜ ਕਿਸ ਬਾਰੇ ਅਸੀਂ ਕੁਐਸਚਨ ਪੁੱਟ ਕਰ ਰਹੇ ਹਾਂ? ਅੱਜ ਜੀ ਇਹ ਐਕਟਰ ਨੇ ਜੀ, ਤਕਰੀਬਨ 200 ਤੋਂ ਉੱਤੇ ਫਿਲਮਾਂ 'ਚ ਕੰਮ ਕੀਤਾ ਜੀ। ਇਹਨਾਂ ਨੇ ਕਈ TV ਸੀਰੀਅਲਸ ਦੇ ਵਿੱਚ ਵੀ ਕੰਮ ਕੀਤਾ ਜੀ, ਕਈ ਚੰਗੇ ਰੋਲ ਵੀ ਕੀਤੇ ਨੇ ਜੀ, ਕਈ ਮਾੜੇ ਰੋਲ ਵੀ ਕੀਤੇ ਨੇ ਜੀ। ਇਹਨਾਂ ਦਾ ਜਨਮ ਪੰਜਾਬ ਦਾ ਜੀ, ਮੈਂ ਤੁਹਾਨੂੰ ਸ਼ਹਿਰ ਦੱਸਦਾ, ਤੁਸੀਂ ਜਦੇ ਮੈਨੂੰ ਦੱਸ ਦੇਣਾ ਵੀ ਕਿੱਥੋਂ ਦਾ ਜੀ। ਜਿਹੜਾ ਇਹਨਾਂ ਦਾ
ਜਿਹੜਾ ਹੈਗਾ ਪਰਦੇ ਵਾਲਾ ਨਾਂ, ਪਰਦੇ ਵਾਲਾ ਨਾਂ ਤੇ ਅਸਲੀ ਨਾਂ ਦੋਨਾਂ 'ਚ ਫਰਕ ਹੈ ਜੀ। ਪਰਦੇ ਵਾਲਾ ਨਾਂ ਹੋਰ ਹੈਗਾ ਤੇ ਇਹਨਾਂ ਨੂੰ ਸੁਨੀਲ ਦੱਤ ਨੇ ਰਿਕਮੈਂਡ ਕੀਤਾ ਸੀਗਾ ਕਿਉਂਕਿ ਇਹਨਾਂ ਨੇ ਰੇਸ਼ਮਾ ਸ਼ੇਰਾ 'ਚ ਹੋਰ ਉਹਦਾ ਹੀ ਇੱਕ ਹੋਰ ਫਿਲਮ 'ਚ ਕੰਮ ਕੀਤਾ, ਸ਼ਰਮੀਲੀ ਸ਼ਾਹ ਕੰਮ ਕੀਤਾ ਸੀ। ਉਸ ਤੋਂ ਮਗਰੋਂ ਇਹਨਾਂ ਨੂੰ ਰਿਕਮੈਂਡ ਕੀਤਾ ਸੀਗੇ ਇਸ ਚੰਗੇ ਰੋਜ਼ ਵਾਸਤੇ। ਫਿਰ ਉਸ ਤੋਂ ਮਗਰੋਂ ਇਹਨਾਂ ਦੀ ਬਹੁਤ ਗੁੱਡੀ ਚੜੀ ਜੀ। ਇਹ ਇਹਨਾਂ ਦੀ ਜਿਹੜੀ ਵਾਈਫ ਹੈ ਉਹਦਾ ਨਾਮ ਦੱਸ ਦਿੰਦਾ ਜੀ, ਉਹਦਾ ਅਸਲੀ ਨਾਮ ਦੱਸੂਗਾ ਜੀ, ਨਾਜ਼ਨੀਨ ਹੈ ਜੀ। ਇਹਨਾਂ ਦਾ ਭਰਾ ਵੀ ਐਕਟਰ ਹੈ ਜੀ, ਇਹਨਾਂ ਦਾ ਇੱਕ ਭਰਾ ਡਾਇਰੈਕਟਰ ਵੀ ਹੈਗਾ ਜੀ। ਤੇ ਇਹ ਜਦੋਂ ਇਹਨਾਂ ਦਾ ਜਿਹੜੀ ਬਬੀਤਾ ਹੈ ਜੀ, ਉਹਦੀ ਰਣਧੀਰ ਕਪੂਰ ਦੀ ਵਾਈਫ, ਜਦੋਂ ਉਹਨਾਂ ਦੀ ਆਪਸ ਅਣਬਣ ਹੋ ਗਈ ਸੀ ਤਾਂ ਇਹਨਾਂ ਦਾ ਉਹਦੇ ਨਾਲ ਵੀ ਰਿਲੇਸ਼ਨ ਰਿਹਾ ਜੀ। ਤੇ ਇਹਨਾਂ ਦਾ ਜਿਹੜੀ ਹੈਗੀ ਆ ਟਵਿੰਕਲ ਖੰਨਾ, ਸ਼ਾਇਦ ਸਿੰਪਲ ਕਪਾੜੀਆ, ਹਾਂਜੀ ਸਿੰਪਲ ਕਪਾੜੀਆ ਦੇ ਨਾਲ ਵੀ ਇਹਨਾਂ ਦਾ ਰਿਲੇਸ਼ਨ ਰਿਹਾ ਜੀ। ਤੇ ਇਹ ਸ਼ਰਾਬ ਨਹੀਂ ਜੀ ਪੀਂਦੇ, ਇਹ ਦਾਰੂ ਨਹੀਂ ਜੀ ਪੀਂਦੇ। ਇਹ 350 ਇਹਨਾਂ ਦੇ ਬੜੇ ਉੱਠੇ ਜਿਹੇ ਸੀਨ ਹੈਗੇ ਕੀਤੇ ਨੇ ਜੀ ਇਹਨਾਂ ਨੇ ਫਿਲਮਾਂ ਦੇ ਵਿੱਚ। ਇਹਨਾਂ ਨੂੰ ਇਹ ਵੀ ਕਿਹਾ ਗਿਆ ਸੀਗਾ ਕਿ ਤੁਸੀਂ ਇਉਂ ਕਰੋ, ਪੋਲੀਟਿਕਸ ਜੁਆਇਨ ਕਰ ਲਓ, ਪਰ ਇਹਨਾਂ ਨੇ ਪੋਲੀਟਿਕਸ ਨਹੀਂ ਜੁਆਇਨ ਕੀਤੀ ਜੀ। ਇਹ ਆਪਦੇ ਕਾਲਜ ਟਾਈਮ ਦੇ ਵਿੱਚ ਜੀ ਫੁੱਟਬਾਲ ਖੇਡਦੇ ਸੀ ਤੇ ਇਹ ਗੋਲਕੀਪਰ ਹੁੰਦੇ ਸੀਗੇ। ਇਹਨਾਂ ਨੂੰ 에ਅਰ ਫੋਰਸ ਦੇ ਵਿੱਚ NDA ਦੇ ਵਿੱਚ ਵੀ ਜਾਣ ਦੀ ਕੋਸ਼ਿਸ਼ ਕੀਤੀ ਹੈ, ਨੈਸ਼ਨਲ ਡਿਫੈਂਸ ਅਕੈਡਮੀ ਦੇ ਵਿੱਚ ਤੇ ਉੱਥੋਂ ਫਿਰ ਇਹਨਾਂ ਨੂੰ ਬਾਹਰ ਤੋੜ ਦਿੱਤਾ ਗਿਆ ਸੀਗਾ ਕਿਉਂਕਿ ਜਿਹੜਾ ਇਹਨਾਂ ਦਾ ਇੰਸਟ੍ਰਕਟਰ ਸੀਗਾ ਉਹਦੇ ਨਾਲ ਕੋਈ ਉਹਨਾਂ ਦੇ ਪਰਿਵਾਰ ਦੇ ਵਿੱਚ ਕੋਈ ਚੱਕਰ ਹੋ ਗਿਆ ਸੀਗਾ। ਇੱਕ ਦਰਸ਼ਕ ਸਾਡੇ ਨਾਲ ਜੁੜ ਚੁੱਕੇ ਨੇ। ਹੈਲੋ ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਵੈਂਕੀ ਜੀ, ਕੀ ਹਾਲ ਹੈ? ਮਰਗਿਨ ਜੀ ਸਤਿ ਸ਼੍ਰੀ ਅਕਾਲ। ਹਾਂਜੀ ਮੈਂ ਵਧੀਆ ਜੀ। ਅੱਜ ਟੌਪਿਕ ਬੜਾ ਹੌਟ ਰਿਹਾ ਹੈ ਜੀ, ਕਾਫੀ ਜ਼ਿਆਦਾ, ਬਟ ਬਹੁਤ ਅੱਛਾ ਟੌਪਿਕ ਰਿਹਾ ਹੈ। ਇਹਦੇ ਤੇ ਤੁਸੀਂ ਕਾਫੀ ਅੱਛੀ ਮਤਲਬ ਉਹ ਕੀਤਾ ਹੈ, ਡਿਸਕਸ ਕੀਤਾ ਹੈ ਤੇ ਬੜਾ ਅੱਛਾ ਲੋਕਾਂ ਨੂੰ ਵੀ ਅਵੇਅਰ ਕੀਤਾ ਇਸ ਚੀਜ਼ ਬਾਰੇ। ਬਟ ਹਾਂਜੀ ਬੜਾ ਅੱਛਾ ਲੱਗਿਆ। ਅੱਜ ਦਾ ਤੁਸੀਂ ਮੈਂ ਰਿਸਪੌਂਸ ਏਰੀਆ ਤੁਹਾਡਾ ਉਹ ਹੈ ਰਣਜੀਤ ਜੀ ਬਾਰੇ ਗੱਲ ਕਰ ਰਹੇ ਹੋ ਤੁਸੀਂ, ਰਣਜੀਤ ਪੰਜਾਬ ਦੇ। ਤੁਸੀਂ ਤੁਹਾਨੂੰ ਇਹਨਾਂ ਦਾ ਨਾਮ ਪਤਾ, ਜਿਵੇਂ ਕਹਿ ਰਹੇ ਸੀ ਸਰ ਕਿ ਅਸਲੀ ਨਾਮ ਲੱਗ ਗਿਆ ਤੇ ਪਤਾ ਵੈਂਕੀ ਜੀ? ਹਾਂਜੀ ਅਸਲੀ ਨਾਮ ਤਾਂ ਨਹੀਂ ਇਹਨਾਂ ਦਾ, ਮੈਨੂੰ ਮੂਵੀ ਵਾਲਾ ਨਾਮ ਵੀ ਪਤਾ ਰਣਜੀਤ। ਇਹਨਾਂ ਦਾ ਰੀਅਲ ਨਾਮ ਕੀ ਹੈ ਇਹ ਮੇਰਾ ਖਿਆਲ ਬੇਦੀ ਕਰਕੇ ਹੈ। ਜੇ ਇਹੀ ਹੋਏ ਤਾਂ ਫਿਰ ਤੁਹਾਨੂੰ ਦੱਸਾਂਗੇ ਜੀ ਇਹਨਾਂ ਦਾ ਨਾਮ ਕੀ ਹੈ ਜੀ। ਬਹੁਤ ਬਹੁਤ ਸ਼ੁਕਰੀਆ। ਤੁਸੀਂ ਇਹਨਾਂ ਦਾ ਨਾਮ ਮੇਰਾ ਖਿਆਲ ਗੋਪਾਲ ਬੇਦੀ, ਕੁਝ ਬੇਦੀ ਕਰਕੇ ਹੀ ਸੀ ਨਾਮ ਇਹਨਾਂ ਦਾ। ਥੈਂਕ ਯੂ ਜੀ। ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਕਾਲ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਸਰ। ਤੁਸੀਂ ਪਹਿਲਾਂ ਹੀ ਜਿਵੇਂ ਦੱਸਿਆ ਸੀਗਾ ਕਿ ਰਿਲੇਸ਼ਨਸ਼ਿਪ ਦੇ ਬਾਰੇ ਵਿੱਚ, ਸੋ ਰਣਜੀਤ ਜੀ ਆਈ ਡੋਂਟ ਥਿੰਕ ਸੋ ਕਿ ਹੋ ਸਕਦੇ, ਬਾਕੀ ਆਈ ਡੋਂਟ ਨੋ। ਤੁਸੀਂ ਦੇਖ ਲਓ, ਹੁਣ ਕੋਈ ਐਸਟੀਮੇਟ ਲਾਉਣਾ ਤੁਸੀਂ ਲਾ ਲਓ, ਇਹ ਕਿਹੜੀ ਗੱਲ ਹੈ? ਨਹੀਂ ਸਰ ਤੁਸੀਂ, ਮੈਂ ਹਰ ਵਾਰੀ ਦੱਸਿਆ ਨਹੀਂ ਜਾਂਦਾ ਤੁਹਾਨੂੰ, ਕਈ ਵਾਰੀ ਸਾਡੇ ਮੈਨੂੰ ਬਿਲਕੁਲ ਵੀ ਨਹੀਂ ਪਤਾ ਹੁੰਦਾ ਨਹੀਂ। ਜਿਹੜੀ ਸਾਡੀ ਟੀਮ ਹੈ ਜੀ, ਜਿਹੜੇ ਸਾਡੇ ਟੈਕਨੀਸ਼ੀਅਨ ਹੈਗੇ ਆ ਉਹਨਾਂ ਨੂੰ ਨਹੀਂ ਅੱਜ ਪਤਾ, ਤਾਂ ਹੀ ਉਹਨਾਂ ਨੇ ਫੋਟੋ ਨਹੀਂ ਲਾਈ, ਮੈਂ ਦੱਸਿਆ ਨਹੀਂ ਤਾਂ ਉਹ ਕਈ ਵਾਰੀ ਕਾਲ ਕਰਦੇ ਆ, ਫੋਟੋ ਜਦੇ ਲਾ ਦਿੰਦੇ ਨੇ। ਮੈਨੂੰ ਤਾਂ 100 ਵਿੱਚੋਂ ਹਮੇਸ਼ਾ 98 ਟਾਈਮ ਤਾਂ ਮੈਨੂੰ ਪਤਾ ਨਹੀਂ ਹੁੰਦਾ, ਹਾਰਡਲੀ 2 ਟਾਈਮਸ ਕਦੇ ਸਰ ਦੇ ਮੂੰਹੋਂ ਨਿਕਲ ਜਾਵੇ ਤਾਂ ਵੱਖਰੀ ਗੱਲ ਹੈ। ਹੈਲੋ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹੈਪੀ ਆਪਣਾ ਬੀਕੇ ਗੋਲ ਬੋਲ ਰਹੇ ਜੀ। ਗੋਲ ਜੀ ਉਹ ਸਾਰਾ ਅੱਜ ਤਾਂ ਬਹੁਤ ਗਰਮਾ ਗਰਮੀ ਕਰਤੀ ਜੀ, ਤੇ ਅੱਜ ਤਾਂ ਮੈਂ ਪਹਿਲੀ ਵਾਰ ਤਰਨ ਜੀ ਨੂੰ ਵੀ ਬੜੇ ਗੁੱਸੇ 'ਚ ਦੇਖਿਆ। ਸਰ ਮੇਰੇ 10 ਸਾਲ ਦੇ ਇਤਿਹਾਸ ਕਰੀਅਰ ਦੇ ਵਿੱਚ ਮੈਂ ਪਹਿਲੀ ਵਾਰ ਸ਼ਾਇਦ ਥੋੜਾ ਜਿਹਾ ਗਰਮ ਹੋਈ ਹਾਂ। ਤਰਨ ਜੀ ਕਈ ਵਾਰ ਗੁੱਸਾ ਆ ਜਾਂਦਾ ਤੇ ਬਾਕੀ ਮੈਂ ਇੱਕ ਜਿਹੜੀ ਤੁਸੀਂ ਕਿਹਾ ਸੀ ਪੁਰਾਣੇ ਬਜ਼ੁਰਗ ਜਾ ਕੇ ਉੱਥੇ 2-3-4-5 ਲਫ਼ਜ਼ ਇੰਗਲਿਸ਼ ਦੇ ਬੋਲਣ ਲੱਗ ਜਾਂਦੇ ਨੇ, ਤੇ ਲਫ਼ਜ਼ਾਂ ਉਹ 'ਚ 2 ਲਫ਼ਜ਼ ਹੋਰ ਬਹੁਤ ਜ਼ਰੂਰੀ ਨੇ, ਇੱਕ ਗਰੋਸਰੀ, ਇੱਕ ਲਾਉਂਡਰੀ ਜੀ। ਇੱਕ ਗਰੋਸਰੀ ਤੇ ਇੱਕ ਲਾਉਂਡਰੀ ਲਫ਼ਜ਼ ਬਹੁਤ ਜ਼ਰੂਰੀ ਨੇ, ਬਾਕੀ ਦਾ ਠੀਕ ਹੈ ਜੀ, ਇੰਗਲਿਸ਼ ਥੋੜੀ ਮੋਟੀ ਬੰਦਾ ਵਿੱਚ ਬੋਲਣ ਲੱਗ ਜਾਂਦਾ। ਸਹੀ ਗੱਲ ਹੈ ਜੀ। ਸਾਹਿਬ ਤੇ ਜਿਹੜੀ ਗੱਲ ਤੁਸੀਂ ਕਰ ਰਹੇ ਹੋ ਰਣਜੀਤ ਜੀ ਵਾਰੀ ਕਰ ਰਹੇ ਹੋ, ਤੇ ਇਹਨਾਂ ਦਾ ਨਾਮ ਮੇਰੇ ਘਰ ਰਵੀ ਸੀ ਜੀ, ਕੁਛ ਰਵੀ। ਹਾਂਜੀ ਤੁਸੀਂ ਇੱਕ ਨਾਮ ਠੀਕ ਹੈ ਜੀ, ਦੂਜਾ ਠੀਕ ਨਹੀਂ ਹੈ ਜੇ। ਦੂਜਾ ਨਾਮ ਮੈਂ ਦੱਸਾਂ, ਮੈਂ ਇਹਨਾਂ ਬਾਰੇ ਕਾਫੀ ਪੜਿਆ। ਇਹਨਾਂ ਦਾ ਨਾਮ ਸੀ ਥੋੜੀ ਰਾਮ ਕਪੂਰ ਜੀ। ਰਾਮ ਕਪੂਰ। ਹਾਂ ਇਹਨਾਂ ਦਾ ਐਕਚੁਅਲੀ ਤੁਸੀਂ ਪਹਿਲਾਂ ਸਹੀ ਕਿਹਾ ਜੀ, ਗੋਪਾਲ ਬੇਦੀ ਹੈ ਜੀ ਇਹਨਾਂ ਦਾ ਨਾਮ। ਇਹਨਾਂ ਦਾ ਇੱਕ ਬਹੁਤ ਬਹੁਤ ਸ਼ੁਕਰੀਆ। ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ। ਕਾਲ ਕਰਨ ਲਈ ਧੰਨਵਾਦ। ਹਾਂ ਥੈਂਕ ਯੂ ਗੋਲ ਸਾਹਿਬ ਐਂਡ ਵੈਂਕੀ ਜੀ, ਤੁਹਾਡਾ ਜਵਾਬ ਠੀਕ ਹੈ ਜੀ। ਗੋਪਾਲ ਬੇਦੀ ਹੈ ਜੀ ਇਹਨਾਂ ਦਾ ਨਾਮ। ਇਹ ਆਪਣੇ ਜ਼ਿਲ੍ਹਾ ਅੰਮ੍ਰਿਤਸਰ ਤੋਂ ਨਹੀਂ ਜੀ, ਜੰਡਿਆਲਾ ਗੁਰੂ ਤੋਂ ਨੇ। ਇਹ ਉੱਥੋਂ ਦੇ ਵਸਨੀਕ ਨੇ ਤੇ ਪਹਿਲਾਂ ਇਹ ਉੱਥੇ ਲੋਕਲ ਪੜ੍ਹੇ ਨੇ ਜੀ, ਫਿਰ ਦਿੱਲੀ ਪੜ੍ਹੇ ਨੇ। ਦਿੱਲੀ ਪੜ੍ਹਨ ਤੋਂ ਬਾਅਦ ਫਿਰ ਇਹ ਮੁੰਬਈ ਦੇ ਵਿੱਚ ਜੀ ਗਏ ਨੇ ਤੇ ਫਿਲਮਾਂ ਦੇ ਵਿੱਚ 350 ਸੀਨ ਇਹਨਾਂ ਦੇ ਇਹ ਸ਼ਾਇਦ ਰੈਕਡ ਹੈ ਜੀ, ਰੇਪ ਦੇ ਸੀਨਸ ਜਿਹੜੇ ਇਹਨਾਂ ਨੇ ਕੀਤੇ ਨੇ ਜੀ ਕਿਸੇ ਵੇਲੇ। ਹਾਲਾਂਕਿ ਤੁਸੀਂ ਉਹ ਦੇਖੋ, ਮੈਂ ਇਸ ਗੱਲ ਤੇ ਬੜਾ ਹੈਰਾਨ ਹੋਇਆ ਤਰਨ, ਹੀ ਡਜ਼ਨਟ ਸਮੋਕ, ਹੀ ਡਜ਼ਨਟ ਡਰਿੰਕ,
ਫਿਲਮਾਂ ਦੇ ਵਿੱਚ ਕੈਸੀ ਪੋਰਟਰੇ ਕੀਤੀ ਜਾਂਦੀ ਹੈ, ਕੈਸੀ ਛਵੀ ਬਣਾਈ ਜਾਂਦੀ ਹੈ, ਐਂਡ ਉਹਨੂੰ ਬੜੀ ਵਧੀਆ ਤਰੀਕੇ ਨਾਲ ਇਹਨਾਂ ਨੇ ਖੈਰ ਰੋਲ ਨੈਗੇਟਿਵ ਹੈ, ਨੈਗੇਟਿਵ ਰੋਲ ਨੂੰ ਤੁਸੀਂ ਨੈਗੇਟਿਵ ਰੋਲ ਦਾ ਤਾਂ ਫਾਇਦਾ ਜੇ ਦਰਸ਼ਕ ਤੁਹਾਨੂੰ ਹੇਟ ਕਰਨ ਲੱਗ ਜਾਣ, ਤਾਂ ਹੀ ਫਾਇਦਾ। ਤੁਸੀਂ ਫਿਰ ਉਸ ਐਕਸਟ੍ਰੀਮ ਤੱਕ ਜੇ ਲੈ ਜਾਂਦੇ ਹੋ ਤਾਂ ਇਟ ਮੀਨ ਤੁਸੀਂ ਕਾਮਯਾਬ ਹੋ ਐਜ਼ ਐਕਟਰ। ਹਾਂਜੀ, ਇਹਦਾ ਮੇਰੇ ਖਿਆਲ ਬੇਟਾ ਰੇਸਰ ਹੈ ਜੀ, ਮੇਰੇ ਖਿਆਲ ਸ਼ਾਇਦ ਰੇਸਰ ਆ ਉਹ। ਤੇ ਅੱਜ ਬਿਲਕੁਲ ਜੀ, ਅੱਜ ਨਹੀਂ ਕਾਫੀ ਕਿਤੇ ਗਰਮਾ ਗਰਮੀ ਹੋਊਗੀ, ਕੋਈ ਗੱਲ ਨਹੀਂ ਜੀ, ਐਸੀ ਕਿਹੜੀ ਗੱਲ ਆ। ਅਸੀਂ ਕੱਲ ਨੂੰ ਫੇਰ ਕੋਈ ਨਾ ਕੋਈ ਹੋਰ ਇਸ਼ੂ ਲੈ ਕੇ ਹਾਜ਼ਰ ਹੋਵਾਂਗੇ। ਅੱਜ ਨਹੀਂ ਕਾਫੀ। ਫਤਿਹ ਬੁਲਾਓ ਜੀ, ਸਤਿ ਸ਼੍ਰੀ ਅਕਾਲ। ਬਿਲਕੁਲ ਜੀ, ਇਸ ਦੇ ਨਾਲ ਹੀ ਅੱਜ ਲਈ ਦਿਓ ਇਜਾਜ਼ਤ। ਕੁਝ ਟੌਪਿਕ ਜਿਹੜੇ ਰਹਿ ਗਏ ਆ, ਕੱਲ ਨੂੰ ਲੇਟੈਸਟ ਟੌਪਿਕਸ ਨਾਲ ਫਿਰ ਹੋਵਾਂਗੇ ਹਾਜ਼ਰ। ਤੁਹਾਡੀਆਂ ਕਾਲਸ ਦਾ ਕੱਲ ਵੀ ਸਾਨੂੰ ਇੰਤਜ਼ਾਰ ਰਹੇਗਾ। ਫਿਲਹਾਲ ਦਿਓ ਇਜਾਜ਼ਤ, ਦੇਖਦੇ ਰਹੋ ਹਮਦਰਦ TV। ਸਤਿ ਸ਼੍ਰੀ ਅਕਾਲ।